ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਦਰਸ਼ਕਾਂ ਦਾ ਅੱਜ ਇਸ ਨਵੇਂ ਪ੍ਰੋਗਰਾਮ ਸਿੱਖ ਵਿਰਾਸਤ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਅੱਜ ਤੋਂ ਇਹ ਨਵਾਂ ਪ੍ਰੋਗਰਾਮ ਸਿੱਖ ਵਿਰਾਸਤ ਦੇ ਨਾਂ ਦੇ ਉੱਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਅਸੀਂ 1469 ਤੋਂ ਲੈ ਕੇ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਤੋਂ ਲੈ ਕੇ 1947 ਤੱਕ ਦਾ ਜਿਹੜਾ ਸਮਾਂ ਹੈ ਉਸ ਦੇ ਇਤਿਹਾਸ ਨੂੰ ਅਸੀਂ ਕਵਰ ਕਰਨਾ ਹੈ ਤਕਰੀਬਨ 15 ਤੋਂ 16 ਪ੍ਰੋਗਰਾਮਾਂ ਦੇ ਵਿੱਚ। ਅਕਸਰ ਅਸੀਂ ਆਪਣਾ ਇਤਿਹਾਸ ਬਹੁਤ ਦੁਹਰਾਉਂਦੇ ਹਾਂ। ਬਹੁਤ ਸਾਰੇ ਸਿਆਣੇ ਸੱਜਣ ਇਤਿਹਾਸ ਪੜ੍ਹਦੇ ਵੀ ਆ, ਅਸੀਂ ਸੁਣਦੇ ਵੀ ਹਾਂ। ਉਸ ਦੇ ਬਾਵਜੂਦ ਵੀ ਸਾਡੀ ਸਮਾਜਿਕ ਜਿਹੜੀ ਹਾਲਤ ਹੈ, ਸਾਡੀ ਧਾਰਮਿਕ ਹਾਲਤ ਹੈ ਜਿਹੜੀ ਸਿੱਖ ਸਮਾਜ ਦੀ, ਉਹ ਨਿੱਘਰਦੀ ਚਲੀ ਜਾਂਦੀ ਹੈ। ਸਿੱਖ ਚੈਨਲ ਨੇ ਇਹ ਖਾਸ ਤੌਰ ਦੇ ਉੱਤੇ ਇਹ ਪ੍ਰੋਗਰਾਮ ਇਸ ਕਰਕੇ ਸ਼ੁਰੂ ਕੀਤਾ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਸੇਧ ਕਿਵੇਂ ਲੈਣੀ ਹੈ। ਇਤਿਹਾਸ ਨੂੰ ਜਾਣ ਲੈਣਾ ਚੰਗੀ ਗੱਲ ਹੈ, ਇਤਿਹਾਸ ਨੂੰ ਪੜ੍ਹ ਲੈਣਾ, ਇਤਿਹਾਸ ਤੋਂ ਵਾਕਫ ਹੋ ਲੈਣਾ ਬਹੁਤ ਲਾਜ਼ਮੀ ਹੈ। ਕੌਮਾਂ ਨੂੰ ਜਿਉਂਦਿਆਂ ਰਹਿਣ ਵਾਸਤੇ ਆਪਣੇ ਇਤਿਹਾਸ ਨਾਲ ਜੁੜਿਆ ਰਹਿਣਾ ਜ਼ਰੂਰੀ ਹੋ ਜਾਂਦਾ ਹੈ। ਪਰ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਅੱਜ ਦੀਆਂ ਸਮੱਸਿਆਵਾਂ ਨੂੰ ਫੇਸ ਕਿਵੇਂ ਕਰਨਾ ਹੈ, ਅੱਜ ਦੀਆਂ ਜਿਹੜੀਆਂ ਸਮੱਸਿਆਵਾਂ ਸਾਡੀਆਂ ਨਵੀਆਂ ਹੈ ਉਹਨਾਂ ਦਾ ਹੱਲ ਕਿਵੇਂ ਲੱਭਣਾ ਹੈ। ਅੱਜ ਜਿਸ ਵੇਲੇ ਸੰਸਾਰ ਦੇ ਵਿੱਚ ਆਪੋ ਧਾਪ ਪਈ ਹੋਈ ਹੈ, ਸੰਸਾਰਿਕ ਪੱਧਰ ਦੇ ਉੱਤੇ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਹੋਈਆਂ ਮਨੁੱਖਤਾ ਦੇ ਸਾਹਮਣੇ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਸਿਧਾਂਤ ਜਿਹੜਾ ਹੈ ਉਹ ਇਸ ਲਾਇਕ ਹੈ, ਪੂਰਨ ਤੌਰ ਤੇ ਸਮਰੱਥ ਹੈ ਕਿ ਸੰਸਾਰ ਦੀ ਹਰ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਸੰਸਾਰ ਦੇ ਸਾਹਮਣੇ ਰੱਖ ਸਕਦਾ ਹੈ। ਸੰਸਾਰ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਤੋਂ ਪਹਿਲਾਂ ਅਸੀਂ ਆਪਣੇ ਸਮਾਜ ਦੀਆਂ ਜਿਹੜੀਆਂ ਸਾਡੀਆਂ ਗਿਰਾਵਟਾਂ ਆਈਆਂ ਹੋਈਆਂ, ਸਾਡੇ ਵਿੱਚ ਕਮਜ਼ੋਰੀਆਂ ਆਈਆਂ ਹੋਈਆਂ, ਉਹਨਾਂ ਨੂੰ ਦੂਰ ਕਰਨ ਵਾਸਤੇ ਯਤਨਸ਼ੀਲ ਕਰਨਾ ਹੈ। ਗੁਰੂ ਨਾਨਕ ਨਾਮ ਲੇਵਾ ਹੈ, ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ, ਤੇ ਸਰਬੱਤ ਦੇ ਭਲੇ ਦੀ ਗੱਲ ਉਦੋਂ ਤੱਕ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਭਲਾ ਕਰਨ ਵਾਲਾ ਆਪ ਆਪਣੇ ਤੌਰ ਦੇ ਉੱਤੇ ਉਨੀ ਤਾਕਤ ਦੇ ਵਿੱਚ ਨਾ ਹੋਵੇ, ਉਹਦੇ ਵਿੱਚ ਉਹ ਹਿੰਮਤ ਨਾ ਹੋਵੇ। ਜਦੋਂ ਆਪ ਉਹ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰ ਲਏਗਾ, ਫਿਰ ਹੀ ਉਹ ਦੂਸਰਿਆਂ ਦਾ ਭਲਾ ਕਰਨ ਦਾ ਯਤਨ ਕਰ ਸਕਦਾ ਹੈ। ਆਪਾਂ ਇਸ ਪ੍ਰੋਗਰਾਮ ਸਿੱਖ ਵਿਰਾਸਤ ਰਾਹੀਂ ਆਪਣੇ ਇਤਿਹਾਸ ਨਾਲ ਜੁੜਨਾ ਹੈ। ਉਸ ਇਤਿਹਾਸ ਦੇ ਉਹ ਜਿਹੜਾ ਪੱਖ ਹੋਏਗਾ ਉਹਦੇ ਵਿੱਚ ਗੁਰੂ ਸਾਹਿਬਾਂ ਨੇ ਗੁਰੂ ਕਾਲ ਦੇ ਵਿੱਚ ਜਿਹੜਾ 1469 ਤੋਂ ਲੈ ਕੇ 1708 ਈਸਵੀ ਤੱਕ 239 ਸਾਲ ਦਾ ਸਮਾਂ ਹੈ, ਜਦੋਂ ਗੁਰੂ ਸਾਹਿਬ ਆਪ ਆਪਣੇ ਸਰੀਰਾਂ ਦੇ ਵਿੱਚ ਵਿਚਰ ਕੇ ਕੌਮ ਦੀ ਅਗਵਾਈ ਕਰਦੇ ਰਹੇ, ਉਸ ਵੇਲੇ ਸਮਾਜ ਦੀਆਂ ਕਿਹੋ ਜਿਹੀਆਂ ਸਮੱਸਿਆਵਾਂ ਸਨ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਕਿਸ ਤਰੀਕੇ ਦਾ ਹੱਲ ਦਿੱਤਾ, ਤੇ ਉਹਨਾਂ ਤੋਂ ਸੇਧ ਲੈ ਕੇ ਅੱਜ ਅਸੀਂ ਆਪਣੇ ਸਮਾਜ ਦੇ ਵਿੱਚ ਆਪਣੇ ਜੀਵਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਆਨੰਦਮਈ ਜੀਵਨ ਕਿਵੇਂ ਬਣਾਉਣਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਸੰਸਾਰ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ, ਆਪੋ ਧਾਪ ਮਚੀ ਹੋਈ ਸੀ, ਠੀਕ ਉਹੋ ਜਿਹੇ ਹਾਲਤ ਅੱਜ ਵੀ ਸੰਸਾਰ ਦੇ ਬਣੇ ਹੋਏ ਹੈ। ਬਾਬਰ ਬਾਣੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਸਿਆਸੀ ਹਾਲਤਾਂ ਦਾ ਜ਼ਿਕਰ ਕੀਤਾ ਸੀ, ਥੋੜ੍ਹੇ ਵਾਲੇ ਫਰਕ ਨਾਲ ਸੰਸਾਰ ਦੇ ਉੱਤੇ ਅੱਜ ਫਿਰ ਉਹੋ ਜਿਹੇ ਸਿਆਸੀ ਹਾਲਤ ਬਣੇ ਹੋਏ ਹੈ। ਅਸੀਂ ਗੁਰੂ ਕੇ ਕਹਾਉਣ ਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਮੱਥਾ ਟੇਕਣ ਵਾਲਿਆਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਸੇਧ ਲੈ ਕੇ, ਆਪਣੇ ਗੁਰੂ ਸਾਹਿਬਾਂ ਦੇ ਪਾਏ ਹੋਏ ਪੂਰਨਿਆਂ ਤੋਂ ਸੇਧ ਲੈ ਕੇ ਆਪਣੇ ਸਮਾਜ ਦੇ ਵਿੱਚ, ਆਪਣੀ ਕੌਮ ਦੇ ਵਿੱਚ, ਆਪਣੇ ਪੰਥ ਦੇ ਵਿੱਚ ਜਿਹੜੀਆਂ ਆਈਆਂ ਹੋਈਆਂ ਗਿਰਾਵਟਾਂ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ। ਫਿਰ ਜਦੋਂ ਅਸੀਂ ਇਸ ਯੋਗ ਹੋ ਜਾਵਾਂਗੇ, ਫਿਰ ਸੰਸਾਰ ਦੇ ਭਲੇ ਵਾਸਤੇ ਉਦਮ ਕਰਨਾ ਹੈ। ਇਹ ਜਿਹੜਾ ਸਿੱਖ ਵਿਰਾਸਤ ਪ੍ਰੋਗਰਾਮ ਦਾ ਜਿਹੜਾ ਫਾਰਮੈਟ ਹੈ ਉਹ ਇਸ ਤਰੀਕੇ ਦਾ ਹੈ ਕਿ ਇਹ ਸਟੂਡੀਓ ਬਰਮਿੰਘਮ ਦੇ ਸਟੂਡੀਓ ਦੇ ਵਿੱਚੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਇਆ ਕਰੇਗਾ। ਇੰਗਲੈਂਡ ਦੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਉੱਥੋਂ ਦੇ ਸਿਆਣੇ ਸੱਜਣਾਂ ਨੂੰ ਬਿਠਾਲ ਕੇ ਉਹਨਾਂ ਦੇ ਸਾਹਮਣੇ ਇਹ ਸਵਾਲ ਖੜੇ ਕੀਤੇ ਜਾਇਆ ਕਰਨਗੇ। ਉਹ ਫਿਰ ਇਕੱਠੇ ਹੋ ਕੇ ਸੰਗਤੀ ਰੂਪ ਦੇ ਵਿੱਚ ਗੁਰਮਤ ਦੀ ਰੌਸ਼ਨੀ ਦੇ ਵਿੱਚ ਗੁਰੂ ਇਤਿਹਾਸ ਤੋਂ ਸੇਧ ਲੈ ਕੇ ਜਦੋਂ ਅਸੀਂ ਸੰਗਤੀ ਰੂਪ ਦੇ ਵਿੱਚ ਵਿਚਾਰ ਕਰਦੇ ਹਾਂ, ਫਿਰ ਲਾਜ਼ਮੀ ਗੁਰੂ ਦੀ ਬਖਸ਼ਿਸ਼ ਸਾਡੀ ਵਿਚਾਰ ਦੇ ਵਿੱਚ ਹੁੰਦੀ ਹੈ। ਗੁਰੂ ਬਰਕਤ ਪਾਉਂਦੇ ਹੈ, ਅਸੀਂ ਕਿਸੇ ਨਤੀਜੇ ਤੇ ਅੱਪੜ ਸਕਦੇ ਹਾਂ। ਵੱਖ-ਵੱਖ ਸਥਾਨਾਂ ਤੇ ਬੈਠੇ ਹੋਏ ਗੁਰੂ ਪਿਆਰੇ ਵੀਰ ਤੇ ਭੈਣਾਂ ਗੁਰੂ ਦੀ ਸਿੱਖਿਆ ਦੀ ਰੌਸ਼ਨੀ ਦੇ ਵਿੱਚ ਉਹਨਾਂ ਸਮੱਸਿਆਵਾਂ ਨੂੰ ਡਿਸਕਸ ਕਰਨਗੇ, ਉਹਨਾਂ ਨੂੰ ਵਿਚਾਰਨਗੇ। ਵਿਚਾਰਨ ਤੋਂ ਬਾਅਦ
ਅਸੀਂ ਉਹਨਾਂ ਵਿੱਚੋਂ ਕੋਈ ਹੱਲ ਕੱਢਾਂਗੇ, ਆਪਣੀਆਂ ਜਿਹੜੀਆਂ ਸਾਡੀਆਂ ਸਿੱਖ ਸੰਗਤਾਂ ਉਹਨਾਂ ਦੇ ਸਾਹਮਣੇ ਕੋਈ ਹੱਲ ਦੱਸਾਂਗੇ। ਉਸ ਤੋਂ ਬਾਅਦ ਬਰਮਿੰਘਮ ਦੇ ਸਟੂਡੀਓ ਦੇ ਵਿੱਚ ਹੀ ਅਖੀਰ ਦੇ ਵਿੱਚ ਉਸ ਪ੍ਰੋਗਰਾਮ ਨੂੰ ਸਮ ਅਪ ਕੀਤਾ ਜਾਇਆ ਕਰੇਗਾ। ਅੱਜ ਲਾਈਵ ਜਿਹੜਾ ਪ੍ਰੋਗਰਾਮ ਹੋਣਾ ਹੈ ਉਹ ਗੁਰਦੁਆਰਾ ਸਿੰਘ ਸਭਾ 7 ਕਿੰਗਸ ਐਲਫਰਡ ਈਸਟ ਲੰਡਨ ਦੇ ਵਿੱਚ ਸਿਆਣੇ ਸੱਜਣ ਪਤਵੰਤੇ ਸੱਜਣ ਜੁੜੇ ਬੈਠੇ ਹੈ ਅਤੇ ਉਹਨਾਂ ਦੇ ਵਿੱਚ ਮੇਰੇ ਕੋਲੀਗ ਸਰਦਾਰ ਤਰਸੇਮ ਸਿੰਘ ਜੀ ਉਹ ਉੱਥੇ ਦੀ ਜਿਹੜੀ ਵਿਚਾਰ ਚਰਚਾ ਹੈ ਉਹਨੂੰ ਕੰਡਕਟ ਕਰਨਗੇ। ਇਸ ਤੋਂ ਪਹਿਲਾਂ ਉਹਨਾਂ ਦੇ ਕੋਲ ਜਾਣ ਤੋਂ ਪਹਿਲਾਂ ਬੈਕਗਰਾਊਂਡ ਦੇ ਰੂਪ ਦੇ ਵਿੱਚ, ਪਿਛੋਕੜ ਦੇ ਰੂਪ ਦੇ ਵਿੱਚ ਇਹ ਸਟੂਡੀਓ ਦੇ ਵਿੱਚ ਅੱਜ ਦੀ ਜਿਹੜੀ ਵਿਚਾਰ ਚਰਚਾ ਹੈ ਉਹ ਮੈਂ ਸ਼ੁਰੂ ਕਰਾਂਗਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ 1469 ਈਸਵੀ ਨੂੰ। ਜਿਸ ਵੇਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਇਸ ਸੰਸਾਰ ਦੇ ਉੱਤੇ ਪ੍ਰਕਾਸ਼ ਹੋਇਆ ਉਸ ਵੇਲੇ ਸਾਰੇ ਪਾਸੇ ਪਦਾਰਥ ਦੀ ਕਾਣੀ ਵੰਡ ਸੀ। ਧਾਰਮਿਕ ਆਗੂ ਆਪਣਾ ਫਰਜ਼ ਭੁਲਾ ਚੁੱਕੇ ਸਨ, ਸਮਾਜਿਕ ਆਗੂ ਤੇ ਰਾਜਨੀਤਿਕ ਆਗੂ ਕਰਪਟ ਹੋ ਚੁੱਕੇ ਸਨ, ਸਧਾਰਨ ਜਨਤਾ ਜਿਹੜੀ ਆ ਉਹਨਾਂ ਦਾ ਜ਼ਿੰਦਗੀ ਜਿਹੜੀ ਹੈ ਉਹ ਦੁਸ਼ਵਾਰ ਹੋ ਚੁੱਕੀ ਸੀ, ਹਾਹਾਕਾਰ ਮਚੀ ਹੋਈ ਸੀ, ਸਾਰੇ ਪਾਸੇ ਅਗਿਆਨਤਾ ਦਾ ਹਨੇਰਾ ਪਸਰਿਆ ਹੋਇਆ ਸੀ। ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾ ਹੀ ਕਹਿ ਚੜਿਆ, ਮੱਸਿਆ ਦੀ ਘੋਰ ਹਨੇਰੀ ਰਾਤ ਸਾਰੇ ਸਮਾਜ ਦੇ ਵਿੱਚ ਪਸਰੀ ਹੋਈ ਸੀ ਤੇ ਚਾਨਣ ਦੀ ਰਿਸ਼ਮ ਕਿਸੇ ਪਾਸੇ ਦਿਖਾਈ ਨਹੀਂ ਦਿੰਦੇ ਸੀ। ਅੰਧੇਰੇ ਰਾਹ ਨਾ ਕੋਈ, ਹਨੇਰੇ ਦੇ ਵਿੱਚ ਕਿਸੇ ਨੂੰ ਕੋਈ ਰਾਹ ਨਹੀਂ ਸੀ ਦਿਖਾਈ ਦੇ ਰਿਹਾ। ਜਦੋਂ ਧਾਰਮਿਕ ਆਗੂ ਜਿਨ੍ਹਾਂ ਲੋਕਾਂ ਨੇ ਸਮਾਜ ਦੀ ਅਗਵਾਈ ਕਰਨੀ ਸੀ ਕਾਜ਼ੀ ਹੋਏ ਰਿਸ਼ਵਤੀ ਵਾਲੀ ਗੱਲ ਬਣ ਚੁੱਕੀ ਸੀ, ਉਹ ਰਾਜਨੀਤਿਕ ਆਗੂ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਸ਼ੀਂਹ ਤੇ ਕੁੱਤੇ ਕਰਕੇ ਆਖਿਆ ਸੀ ਉਹਨਾਂ ਦੇ ਵਿੱਚ ਇੰਨੀਆਂ ਗਿਰਾਵਟਾਂ ਆ ਚੁੱਕੀਆਂ ਸੀ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਸ਼ਰਮ ਧਰਮ ਦੋਇ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਐਸੀ ਅਵਸਥਾ ਦੇ ਵਿੱਚ ਸਮਾਜ ਦੇ ਸਧਾਰਨ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਉਹ ਬੜੀ ਦੁੱਖਾਂ ਭਰੀ ਹੋਈ ਸੀ। ਫਿਰ ਸੰਸਾਰ ਦੇ ਮਨੁੱਖਾਂ ਦੇ ਦੁੱਖਾਂ ਨੂੰ ਸੁਣ ਕੇ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਮਨੁੱਖਤਾ ਦੀ ਹਾਹਾਕਾਰ ਨੂੰ ਸੁਣ ਕੇ, ਮਨੁੱਖਤਾ ਦੀ ਪੁਕਾਰ ਨੂੰ ਸੁਣ ਕੇ, ਉਹਨਾਂ ਦੀਆਂ ਉਹ ਜਿਹੜੀਆਂ ਅਰਦਾਸਾਂ ਸੀ ਉਹਨਾਂ ਨੂੰ ਸੋਚ ਸੁਣ ਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਇਸ ਸੰਸਾਰ ਦੇ ਉੱਤੇ ਭੇਜਿਆ ਮਨੁੱਖਤਾ ਦੀ ਅਗਵਾਈ ਕਰਨ ਵਾਸਤੇ। ਜਦੋਂ ਗੁਰੂ ਨਾਨਕ ਸਾਹਿਬ ਇਸ ਸੰਸਾਰ ਦੇ ਉੱਤੇ ਪ੍ਰਗਟ ਹੋਏ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਸਤਿਗੁਰੂ ਨਾਨਕ ਦਾ ਜਨਮ ਨਹੀਂ ਹੋਇਆ, ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਹੈ। ਗੁਰੂ ਨਾਨਕ ਨੇ ਆਪਣੇ ਆਪ ਨੂੰ ਇਸ ਸੰਸਾਰ ਦੇ ਉੱਤੇ ਪ੍ਰਗਟ ਕੀਤਾ ਹੈ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਆ। ਜਿਵੇਂ ਸੂਰਜ ਚੜ੍ਹਨ ਤੋਂ ਬਾਅਦ ਅਸਮਾਨ ਦੇ ਰਾਤ ਦੀ ਜਿਹੜੀ ਨਿਸ਼ਾਨੀ ਚੰਦ ਤੇ ਤਾਰੇ ਹਨ ਉਹ ਅਲੋਪ ਹੋ ਜਾਂਦੇ ਹੈ। ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਮੇਂ ਹੀ ਇਸ ਸੰਸਾਰ ਦੇ ਉੱਤੇ ਅਗਿਆਨਤਾ ਦਾ ਹਨੇਰਾ ਜਿਹੜਾ ਸੀ ਉਹ ਦੂਰ ਹੋ ਗਿਆ। ਜਦੋਂ ਐਸੀ ਹਾਲਤ ਦੇ ਵਿੱਚ ਸਮਾਜ ਆਪਣੀਆਂ ਮੁਸ਼ਕਲਾਂ ਦੇ ਵਿੱਚ ਘੇਰਿਆ ਹੋਇਆ ਸੀ ਤਾਂ ਇਸ ਹਾਲਤ ਦਾ ਹੱਲ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਸਮਾਜ ਨੂੰ ਦਿੱਤਾ ਤਾਂ ਉਸ ਦਾ ਵਰਣਨ ਅਲਾਮਾ ਇਕਬਾਲ ਕਰਦਾ, ਲੋ ਫਿਰ ਉਠੀ ਆਖਰ ਸਦਾ ਤੌਹੀਦ ਕੀ, ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਂਵਲ ਨੇ ਜਗਾਇਆ ਖਾਬ ਸੇ। ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਦੀ ਇਹ ਸਾਰੀ ਹਾਲਤ ਨੂੰ ਮਹਿਸੂਸ ਕੀਤਾ, ਵੇਖਿਆ, ਬਾਬਾ ਵੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦ੍ਰਿਸ ਆਈ, ਬਾਜੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਟਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦੇ ਲੋਕਾਂ ਨੂੰ ਮਨੁੱਖਤਾ ਦਾ ਸੁਨੇਹਾ ਦੇਣ ਵਾਸਤੇ, ਉਸ ਏਕ ਓੰਕਾਰ ਦੇ ਲੜ ਲਾਉਣ ਵਾਸਤੇ ਚੱਲੇ। ਉਹਨਾਂ ਨੇ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਆਖ ਦਿੱਤਾ, ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਕਿ ਜਿਹੜੇ ਧਰਮ ਦੇ ਨਾਂ ਦੇ ਉੱਤੇ ਕੀਤੇ ਜਾਣ ਵਾਲੇ ਕਰਮਕਾਂਡ ਹਨ ਇਹ ਮਨੁੱਖਤਾ ਦਾ ਕੁਝ ਨਹੀਂ ਸਵਾਰ ਸਕਦੇ, ਇਹਨਾਂ ਨੂੰ ਤਾਂ ਜਮਾ ਰੂਪੀਆ ਮਸੂੜੀਆ ਹੀ ਰਾਹ ਦੇ ਵਿੱਚ ਖੋਹ ਲੈਂਦਾ ਹੈ।
ਪਦਾਰਥ ਦੀ ਕਾਣੀ ਵੰਡ ਦੇ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਐਲਾਨ ਕਰ ਦਿੱਤਾ, ਇਸ ਜਰ ਕਾਰਨ ਘਣੀ ਬਗੁਤੀ ਇੰਜਰ ਘਣੀ ਖੁਆਈ, ਪਾਪਾਂ ਬਾਝੋਂ ਹੋਵੇ ਨਾਹੀ ਮੋਇਆਂ ਸਾਥ ਨਾ ਜਾਈ। ਕਿ ਇਹ ਜਿਹੜਾ ਪੈਸੇ ਦੇ ਕਰਕੇ ਤੁਸੀਂ ਸਾਰੇ ਭੱਜੇ ਫਿਰਦੇ ਹੋ, ਇਹ ਪਾਪ ਕਰਨ ਤੋਂ ਬਗੈਰ ਇਕੱਤਰ ਨਹੀਂ ਕੀਤੀ ਜਾ ਸਕਦੀ ਤੇ ਮਰਨ ਤੋਂ ਬਾਅਦ ਆਪਣੇ ਨਾਲ ਨਹੀਂ ਲੈ ਕੇ ਜਾਇਆ ਜਾ ਸਕਦਾ। ਗੁਰੂ ਨਾਨਕ ਸਾਹਿਬ ਨੇ ਪਦਾਰਥ ਦੀ ਕਾਣੀ ਵੰਡ ਦੇ ਸੰਬੰਧ ਵਿੱਚ ਬਾਂਹ ਉੱਚੀ ਕਰਕੇ ਹੋਕਰਾ ਦੇ ਦਿੱਤਾ। ਇੱਥੋਂ ਤੱਕ ਆਖ ਦਿੱਤਾ, ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਕਿ ਇਹ ਜਿਹੜੇ ਸਮੇਂ ਦੇ ਹਾਕਮ ਹੈ ਇਹ ਤਾਂ ਕੁੱਤਿਆਂ ਵਰਗੇ ਹੈ, ਇਹ ਤਾਂ ਮਨੁੱਖਤਾ ਦਾ ਰਤ ਪੀਂਦੇ ਹੈ, ਲਹੂ ਚੂਸ ਚੂਸ ਕੇ ਪੀ ਰਹੇ ਹੈ। ਵੱਡੀ ਖੋਰ ਹਾਕਮ ਜਿਹੜੇ ਹੈ ਉਹ ਮਨੁੱਖਤਾ ਦਾ ਖੂਨ ਪੀ ਰਹੇ ਹੈ ਤੇ ਸਧਾਰਨ ਜਨਤਾ ਦਾ ਜਿਹੜੀ ਜੀਉਣਾ ਹੈ ਉਹ ਇਹਨਾਂ ਲੋਕਾਂ ਨੇ ਦੁੱਭਰ ਕੀਤਾ ਹੋਇਆ, ਮੁਸ਼ਕਲ ਕੀਤਾ ਹੋਇਆ। ਤਾਂ ਗੁਰੂ ਨਾਨਕ ਸਾਹਿਬ ਨੇ, ਸੱਚੇ ਪਾਤਸ਼ਾਹ ਨੇ ਜਦੋਂ ਇਹ ਸਾਰਾ ਨਕਸ਼ਾ ਵੇਖਿਆ, ਇਹ ਸਾਰੀ ਜਦੋਂ ਹਾਲਤ ਵੇਖੀ, ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜਾਣੀ ਜਾਣ ਸਨ। ਉਹਨਾਂ ਨੂੰ ਪਤਾ ਸੀ ਕਿ ਏਡੀ ਵਿਗੜੀ ਹੋਈ ਤਾਣੀ ਨੂੰ ਗੱਲਾਂ ਬਾਤਾਂ ਨਾਲ ਸਿਰਫ ਸੁਲਝਾਇਆ ਨਹੀਂ ਜਾ ਸਕਣਾ, ਇਹਦੇ ਵਾਸਤੇ ਬੜੀਆਂ ਕੁਰਬਾਨੀਆਂ ਕਰਨੀਆਂ ਪੈਣੀਆਂ, ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਸਾਬਤ ਹੋਈਆਂ। ਤਦੇ ਹੀ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਖ ਦਿੱਤੀ ਸੀ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮਰਿਆਓ, ਇਤਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਸੰਸਾਰ ਦੇ ਉੱਤੇ ਸਿਰ ਉੱਚਾ ਕਰਕੇ ਜਿਉਣਾ ਚਾਹੁੰਦੇ ਹੋ, ਜੇ ਸੰਸਾਰ ਦੇ ਉੱਤੇ ਰਾਜਨੀਤਿਕ ਆਗੂਆਂ ਦਾ ਡਰ ਭੌ ਵਿਸਾਰ ਕੇ, ਧਾਰਮਿਕ ਕਰਮਕਾਂਡੀ ਆਗੂਆਂ ਦਾ ਪਾਇਆ ਹੋਇਆ ਭਰਮ ਜਾਲ ਨੂੰ ਤਿਆਗ ਕੇ ਜਿਉਣਾ ਹੈ, ਤੇ ਲਾਜ਼ਮੀ ਗੱਲ ਹੈ ਕਿ ਸ਼ੇਰਾਂ ਵਾਂਗੂ ਜ਼ਿੰਦਗੀ ਜਿਉਣੀ ਪਏਗੀ, ਬਹਾਦਰਾਂ ਵਾਂਗੂ ਜ਼ਿੰਦਗੀ ਜਿਉਣੀ ਪਏਗੀ। ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ, ਪਹਿਲਾਂ ਮਰਨ ਕਬੂਲ ਜੀਵਨ ਦੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਕਿ ਪਹਿਲਾਂ ਤੂੰ ਇਸ ਸੰਸਾਰਿਕ ਆਪਣੇ ਜਿਹੜੀ ਸਰੀਰਕ ਮੌਤ ਹੈ ਇਹਦਾ ਡਰ ਆਪਣੇ ਦਿਮਾਗ ਦੇ ਵਿੱਚੋਂ ਕੱਢ ਦੇ। ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ। ਉਹ ਵਾਹਿਗੁਰੂ ਪਰਮਾਤਮਾ ਹੀ ਇੱਕੋ ਇੱਕ ਐਸੀ ਹਸਤੀ ਹੈ ਜਿਹੜਾ ਨਿਰਭਉ ਵੀ ਹੈ ਤੇ ਨਿਰਵੈਰ ਵੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਇੱਕ ਐਸੀ ਹਸਤੀ ਹੈ ਜਿਹੜਾ ਸਾਰੇ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਕੇ ਪਾਲਦਾ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਇਹ ਆਖ ਦਿੱਤਾ ਆਪਣੇ ਸਿੱਖਾਂ ਨੂੰ ਅਰਦਾਸ ਕਰਨ ਦੇ ਲਈ ਕਿ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਿਆ ਕਰੋ, ਹੇ ਗੁਰੂ ਜੀ ਮੈਨੂੰ ਇਹ ਸਮਝ ਦੇ ਦਿਓ, ਮੈਨੂੰ ਇਸ ਪੱਕੇ ਤਰ੍ਹਾਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਪਾ ਦਿਓ, ਸਭਨਾ ਜੀਆਂ ਕਾ ਇੱਕ ਦਾਤਾ, ਕਿ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ, ਸਾਰੇ ਸੰਸਾਰ ਨੂੰ ਪਾਲਣ ਵਾਲਾ, ਸਾਰੇ ਸੰਸਾਰ ਦੀ ਸੰਭਾਲ ਕਰਨ ਵਾਲਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ। ਜੇ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਤੇ ਫਿਰ ਮਨੁੱਖ ਕਿਸ ਦੇ ਨਾਲ ਈਰਖਾ ਕਰੇਗਾ, ਮਨੁੱਖ ਕਿਹਦਾ ਹੱਕ ਮਾਰੇਗਾ, ਮਨੁੱਖ ਕਿਹਦਾ ਨੁਕਸਾਨ ਕਰਕੇ ਆਪਣੇ ਆਪ ਨੂੰ ਪ੍ਰਮੋਟ ਕਰੇਗਾ। ਇਹ ਗੱਲ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਧਾਂਤ ਰੂਪ ਦੇ ਵਿੱਚ ਦੇ ਦਿੱਤੀ। ਉਸ ਵੇਲੇ ਸਮਾਜ ਦੀ ਸਮੱਸਿਆ ਚਾਹੇ ਰਾਜਨੀਤਿਕ ਸੀ, ਚਾਹੇ ਸਮਾਜਿਕ ਸੀ, ਚਾਹੇ ਧਾਰਮਿਕ ਸੀ, ਉਸ ਦਾ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਰਾਹੀਂ, ਆਪਣੇ ਸ਼ਬਦ ਰਾਹੀਂ ਮਨੁੱਖਤਾ ਨੂੰ ਉਹਦਾ ਰਾਹ ਦੱਸ ਦਿੱਤਾ। ਗੁਰੂ ਨਾਨਕ ਦੇ ਸਿਧਾਂਤ ਜਿਹੜੇ ਥੰਮ ਹਨ ਗੁਰੂ ਨਾਨਕ ਦੀ ਸੋਚ ਦੇ, ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ, ਕਿ ਇਸ ਸੰਸਾਰ ਦੇ ਉੱਤੇ ਵਿਹਲਾ ਕੋਈ ਨਾ ਰਹੇ। ਇਹ ਵਿਹਲਿਆਂ ਦਾ ਧਰਮ ਨਹੀਂ ਹੈ ਸਿੱਖ ਧਰਮ, ਵਿਹਲੜਾਂ ਦਾ ਧਰਮ ਨਹੀਂ ਹੈ। ਕਿਰਤ ਕਰੋ ਹੱਕ ਦੀ, ਦਸਾਂ ਨੌਆਂ ਦੀ, ਹੇਰਾ ਫੇਰੀ ਦੀ ਨਹੀਂ, ਪਾਪਾਂ ਵਾਜੋਂ ਹੋਵੇ ਨਾ ਹੀ ਵਾਲੀ ਗੱਲ ਨਹੀਂ। ਕਿਰਤ ਵਿਰਤ ਕਰ ਧਰਮ ਦੀ, ਧਰਮ ਦੀ ਕਿਰਤ ਕਰਨੀ ਹੈ, ਫਿਰ ਨਾਮ ਜਪਣਾ ਹੈ। ਹਮੇਸ਼ਾ ਇਹ ਗੱਲ ਯਾਦ ਰੱਖਣੀ ਹੈ ਕਿ ਸੰਸਾਰ ਨੂੰ ਪਾਲਣ ਵਾਲਾ, ਪੈਦਾ ਕਰਨ ਵਾਲਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ। ਉਸ ਵਾਹਿਗੁਰੂ ਦੀ ਯਾਦ ਦੇ ਵਿੱਚ, ਉਹਦੇ ਸਿਮਰਨ ਦੇ ਵਿੱਚ ਹਮੇਸ਼ਾ ਜੁੜ ਕੇ ਰਹਿਣਾ ਹੈ। ਤੇ ਫਿਰ ਵੰਡ ਛਕੋ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਮਿਊਨਿਜ਼ਮ ਨੇ ਤੇ ਇਹ ਸਿਧਾਂਤ ਅੱਜ ਤੋਂ ਕੁਝ ਸਾਲ ਪਹਿਲਾਂ ਸੰਸਾਰ ਨੂੰ ਸਮਾਜਵਾਦ ਦਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਤੇ ਆਪਣੇ ਸਮੇਂ ਦੇ ਵਿੱਚ ਹੀ ਹੋਕਰਾ ਦੇ ਕੇ ਆਖ ਦਿੱਤਾ ਸੀ, ਘਾਲ ਖਾਏ ਕਿਛ ਹੱਥੋਂ ਦੇ। ਘਾਲ ਖਾਏ, ਆਪਣੇ ਦਸਾਂ ਨੌਆਂ ਦੀ ਕਿਰਤ ਕਰਕੇ ਖਾ, ਫਿਰ ਉਹਦੇ ਵਿੱਚੋਂ ਹੱਥੋਂ ਵੀ ਕੁਝ ਦੇ, ਵੰਡ ਕੇ ਵੀ ਛਕ, ਲੋੜਵੰਦਾਂ ਨੂੰ ਵੀ ਦੇ। ਜਿਹੜਾ ਮਨੁੱਖ ਐਸਾ ਕੰਮ ਕਰਦਾ ਹੈ, ਦਰਅਸਲ
ਉਹਨੇ ਹੀ ਜ਼ਿੰਦਗੀ ਜੀਉਣ ਦਾ ਰਸਤਾ ਪਛਾਣਿਆ। ਬਾਕੀ ਲੋਕ ਤੇ ਐਵੇਂ ਹੀ ਟੱਕਰਾਂ ਹੀ ਮਾਰੀ ਚਲੇ ਜਾਂਦੇ ਆ। ਗੁਰੂ ਨਾਨਕ ਨੇ ਜਿਹੜਾ ਸਭ ਤੋਂ ਮੁੱਖ ਕੰਮ ਸਾਡੇ ਵਾਸਤੇ ਦੱਸਿਆ ਹੈ, ਉਹ ਸੀ ਸਚਿਆਰ ਬਣਨ ਦਾ। ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਸੰਸਾਰ ਦੇ ਸਾਰੇ ਕੰਮ ਸੱਚ ਤੋਂ ਹੇਠਾਂ ਹੈ, ਉਸ ਵਾਹਿਗੁਰੂ ਪਰਮਾਤਮਾ ਦੀ ਹੋਂਦ ਤੋਂ ਹੇਠਾਂ ਹੈ, ਥੱਲੇ ਹਨ ਉਸ ਤੋਂ। ਪਰ ਜਿਹੜਾ ਸੱਚਾ ਆਚਾਰ ਹੈ, ਸੱਚਾ ਜਿਹੜਾ ਜੀਵਨ ਹੈ, ਉਹ ਸੱਚ ਤੋਂ ਵੀ ਉੱਪਰ ਹੈ। ਗੁਰੂ ਨਾਨਕ ਨੇ ਮਨੁੱਖਤਾ ਨੂੰ ਸਚਿਆਰ ਬਣਨ ਦਾ ਰਸਤਾ ਦੱਸਿਆ। ਗੁਰੂ ਨਾਨਕ ਨੇ ਮਨੁੱਖਤਾ ਨੂੰ ਸਚਿਆਰ ਬਣ ਕੇ ਜੀਵਨ ਜਿਉਂ ਕੇ ਆਨੰਦ ਲੈਣ ਦਾ ਰਸਤਾ ਦੱਸਿਆ। ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਜ਼ਿੰਦਗੀ ਦਾ ਲੰਬਾ ਸਮਾਂ ਉਦਾਸੀਆਂ ਦੇ ਰੂਪ ਦੇ ਵਿੱਚ ਪ੍ਰਚਾਰ ਦੌਰੇ ਕੀਤੇ। ਕਦੇ ਉਹ ਹਿੰਦੂ ਤੀਰਥਾਂ ਦੇ ਉੱਤੇ ਜਿੱਥੇ ਮਨੁੱਖਤਾ ਭਰਮ ਜਾਲ 'ਚ ਫਸੀ ਹੋਈ ਸੀ ਉੱਥੇ ਗਏ, ਕਦੇ ਉਹ ਇਸਲਾਮਿਕ ਧਾਰਮਿਕ ਕੇਂਦਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ, ਕਦੇ ਉਹ ਜੋਗੀਆਂ ਦੇ ਡੇਰਿਆਂ ਤੇ ਜਾ ਕੇ ਉਹਨਾਂ ਦੇ ਨਾਲ ਪ੍ਰਚਾਰ ਚਰਚਾ ਉਹਨਾਂ ਨੇ ਕੀਤੀ। ਜਿਸ ਵੇਲੇ ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰ ਦੌਰੇ ਕਰਦੇ ਹੋਏ ਮਨੁੱਖਤਾ ਦੀ ਅਗਵਾਈ ਦਾ ਸੁਨੇਹਾ ਸੰਸਾਰ ਨੂੰ ਦਿੰਦੇ ਹੋਏ ਜਦੋਂ ਵੱਖ-ਵੱਖ ਥਾਵਾਂ ਤੇ ਜਾਂਦੇ ਸਨ, ਤੇ ਸਿੱਧਾ ਨੇ ਜਦੋਂ ਗੁਰੂ ਨਾਨਕ ਨੂੰ ਸਵਾਲ ਕੀਤਾ ਕਿ ਤੁਸੀਂ ਕਾਹਦੇ ਵਾਸਤੇ ਤੁਰੇ ਫਿਰਦੇ ਹੋ, ਤੇ ਗੁਰੂ ਨਾਨਕ ਨੇ ਇੱਕ ਜਵਾਬ ਦਿੱਤਾ ਸੀ, ਗੁਰਮੁਖ ਖੋਜਣ ਭਏ ਉਦਾਸੀ। ਮੈਂ ਤੇ ਗੁਰਮੁਖਾਂ ਦੀ ਭਾਲ ਦੇ ਵਿੱਚ ਉਦਾਸੀ ਬਾਣਾ ਪਾਇਆ ਹੈ। ਮੈਂ ਤੇ ਉਹਨਾਂ ਲੋਕਾਂ ਨੂੰ ਲੱਭਦਾ ਫਿਰਦਾ ਹੈ ਜਿਹੜੇ ਸਮੇਂ ਦੇ ਸਿੱਧ ਹੈ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆਈ ਹੈ ਕਿ ਅਕਾਲ ਪੁਰਖ ਨੇ ਇਹ ਦੁਨੀਆ ਕਾਹਦੇ ਵਾਸਤੇ ਪੈਦਾ ਕੀਤੀ ਹੈ ਤੇ ਮਨੁੱਖ ਦਾ ਇਸ ਜ਼ਿੰਦਗੀ ਦਾ ਮਨੋਰਥ ਹੈ ਕੀ। ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਪ੍ਰਚਾਰ ਦੌਰਿਆਂ ਤੇ ਜਾਂਦੇ ਸਨ, ਜਿੱਥੇ ਜਿੱਥੇ ਵੀ ਕੋਈ ਗੁਰਮੁਖ ਲੱਭਦਾ ਸੀ, ਜਿੱਥੇ ਜਿੱਥੇ ਵੀ ਕੋਈ ਬ੍ਰਹਮ ਗਿਆਨੀ ਲੱਭਦਾ ਸੀ, ਉਹਦੇ ਨਾਲ ਹੀ ਬੈਠ ਕੇ ਵਿਚਾਰ ਚਰਚਾ ਕਰਦੇ ਸਨ। ਉਹਦੀ ਰਚਨਾ, ਉਹਦਾ ਸ਼ਬਦ ਆਪਣੀ ਪੋਥੀ ਤੇ ਨੋਟ ਕਰਦੇ ਸਨ, ਤੇ ਉਸੇ ਨੋਟ ਕੀਤੇ ਹੋਈ ਸਿੱਖਿਆਵਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਕਿਤ ਕਰਕੇ ਭਗਤਾਂ ਦੀ ਬਾਣੀ ਦੇ ਤਹਿਤ ਉਹ ਲੋਕ ਜਿਹੜੇ ਸਮਾਜ ਦੇ ਵਿੱਚ ਛੁਟਕਾਏ ਜਾਂਦੇ ਸਨ, ਜਿਹੜੇ ਸਮਾਜ ਦੇ ਵਿੱਚ ਦੁਰਕਾਰੇ ਜਾਂਦੇ ਸਨ, ਜਿਨ੍ਹਾਂ ਲੋਕਾਂ ਨੂੰ ਧਰਮ ਮੰਦਿਰਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ, ਜਿਹੜੇ ਲੋਕੀ ਸਮਾਜ ਦੇ ਵਿੱਚ ਆਪਣਾ ਪਾਰਟਿਸਿਪੇਸ਼ਨ ਨਹੀਂ ਕਰ ਸਕਦੇ ਸਨ, ਆਪਣਾ ਹਿੱਸਾ ਨਹੀਂ ਪਾ ਸਕਦੇ ਸਨ, ਗੁਰੂ ਨਾਨਕ ਨੇ ਉਹਨਾਂ ਲੋਕਾਂ ਨੂੰ ਆਪਣੀ ਛਾਤੀ ਨਾਲ ਲਾਇਆ, ਉਹਨਾਂ ਦਾ ਸੁਨੇਹਾ ਆਪਣੇ ਕੋਲ ਰੱਖਿਆ। ਅੱਜ ਤੱਕ ਸੰਸਾਰ ਤੱਕ ਦੇ ਵਿੱਚ ਉਹਨਾਂ ਲੋਕਾਂ ਦਾ ਸੁਨੇਹਾ ਵੀ ਗੁਰੂ ਨਾਨਕ ਨੇ ਆਪਣੇ ਸੁਨੇਹੇ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਸ਼ਬਦ ਰੂਪ ਦੇ ਵਿੱਚ ਸਾਨੂੰ ਦਿੱਤਾ। ਅਸੀਂ ਵੇਖਣਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ, ਚਾਹੇ ਉਹ ਹਰਾਮ ਦੀ ਕਮਾਈ ਇਕੱਠੀ ਕਰਨ ਵਾਲਾ ਲਾਹੌਰ ਦਾ ਦੁਨੀ ਚੰਦ ਸੀ, ਜਾਂ ਧਰਮ ਦੇ ਨਾਂ ਦੇ ਉੱਤੇ ਧਰਮਸ਼ਾਲਾ ਕਾਇਮ ਕਰਨ ਵਾਲਾ ਤੁਲੰਬੇ ਦਾ ਰਹਿਣ ਵਾਲਾ ਸੱਜਣ ਸੀ, ਜਾਂ ਹਰਿਦੁਆਰ ਦੇ ਵਿੱਚ ਤ੍ਰੈਲੋਕੀ ਦੇ ਦਰਸ਼ਨ ਕਰਾਉਣ ਦੇ ਭੁਲੇਖੇ ਦੇ ਵਿੱਚ ਲੋਕਾਂ ਨੂੰ ਲੁੱਟਣ ਵਾਲਾ ਕਲਯੁਗ ਪੰਡਿਤ ਸੀ, ਜਾਂ ਗੰਗਾ ਦੇ ਵਿੱਚੋਂ ਸੂਰਜ ਰਾਹੀਂ ਪਿਤਰਾਂ ਨੂੰ ਪਾਣੀ ਦੇਣ ਦੀ ਗੱਲ ਸੀ, ਜਾਂ ਜਗਨਨਾਥਪੁਰੀ ਦੇ ਵਿੱਚ ਆਰਤੀ ਦੀ ਗੱਲ ਸੀ, ਜਾਂ ਮੱਕੇ ਦੇ ਵਿੱਚ ਜਾ ਕੇ ਕਾਬੇ ਵੱਲ ਰੱਬ ਦਾ ਘਰ ਸਮਝਣ ਦੀ ਗੱਲ ਦਾ ਇਹ ਭਰਮ ਸੀ, ਜਾਂ ਇਹੋ ਜਿਹੀਆਂ ਹੋਰ ਘਟਨਾਵਾਂ ਸਨ। ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਜਦੋਂ ਵਿਚਾਰ ਚਰਚਾ ਕਰਦੇ ਸਨ, ਉਹ ਕਿਸੇ ਨਾਲ ਝਗੜੇ ਨਹੀਂ ਕਰਦੇ ਸਨ, ਉਹ ਲੜਾਈ ਨਹੀਂ ਕਰਦੇ ਸਨ, ਉਹ ਵਿਚਾਰ ਗੱਲ ਕਰਦੇ ਸਨ। ਜਦੋਂ ਸਿੱਧਾਂ ਦੇ ਨਾਲ ਵਿਚਾਰ ਚਰਚਾ ਕੀਤੀ, ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਸਿੱਧ ਗੋਸ਼ਟ ਵਿੱਚ ਕਰ ਦਿੱਤਾ ਹੈ, ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ, ਇਹ ਸਿਧਾਂਤ ਗੁਰੂ ਨਾਨਕ ਨੇ ਸਾਨੂੰ ਦਿੱਤਾ ਹੈ। ਅੱਜ ਸੰਸਾਰ ਧਰਮਾਂ ਦੇ ਨਾਂ ਦੇ ਉੱਤੇ ਲੜਦਾ ਹੈ। ਹਰ ਕੋਈ ਆਪਣੇ ਧਰਮ ਨੂੰ ਚੰਗਾ ਧਰਮ ਸਾਬਤ ਕਰਨ ਵਾਸਤੇ ਦੂਜੇ ਧਰਮ ਨੂੰ ਤੇ ਧਰਮ ਦੇ ਗੁਰੂ ਨੂੰ ਤੇ ਧਰਮ ਦੇ ਅਸਥਾਨ ਨੂੰ ਨੀਵਾਂ ਕਰਕੇ ਦਿਖਾਉਣ ਦਾ ਯਤਨ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਮਲਟੀ ਫੇਥ ਡਾਇਲੋਗ ਦਾ ਜਿਹੜਾ ਰਵਾਇਤ ਸਿੱਧ ਗੋਸ਼ਟ ਕਰਕੇ ਪੈਦਾ ਕੀਤੀ, ਜਾਂ ਪੰਡਤਾਂ ਦੇ ਨਾਲ ਓਂਕਾਰ ਬਾਣੀ ਉਚਾਰਨ ਕਰਕੇ ਕੀਤੀ, ਇਹ ਗੁਰੂ ਨਾਨਕ ਸਾਹਿਬ ਨੇ ਆਪਸੀ ਮੇਲ ਮਿਲਾਪ ਦੀ ਗੱਲ ਜਿਹੜੀ ਸੀ, ਮਨੁੱਖਤਾ ਦੇ ਵਿੱਚੋਂ ਧਰਮ ਦੇ ਨਾਂ ਦੇ ਉੱਤੇ ਪਾਈਆਂ ਹੋਈਆਂ ਵੰਡੀਆਂ ਤੇ ਧਰਮ ਦੇ ਨਾਂ ਦੇ ਉੱਤੇ ਪੈਦਾ ਕੀਤੀ ਜਾ ਰਹੀ ਨਫ਼ਰਤ ਨੂੰ ਖਤਮ ਕਰਨ ਵਾਸਤੇ ਇਹ ਸਾਨੂੰ ਸੰਦੇਸ਼ ਦਿੱਤਾ ਸੀ। ਕੀ ਕਾਰਨ ਹੈ ਕਿ ਅੱਜ ਦਾ ਮਨੁੱਖ
ਗੁਰੂ ਨਾਨਕ ਦੇ ਏਡੇ ਉੱਚੇ ਤੇ ਸੁੱਚੇ ਫਲਸਫੇ ਦੇ ਬਾਵਜੂਦ ਵੀ ਸੰਸਾਰ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਦੂਸਰੇ ਲੋਕਾਂ ਦਾ ਕਤਲੇਆਮ ਕਰਦਾ ਹੈ। ਕੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਦੇ ਘਾਲ ਖਾਏ ਕਿਛ ਹੱਥੋਂ ਦੇ ਸਿਧਾਂਤ ਦੇ ਹੋਣ ਦੇ ਬਾਵਜੂਦ ਵੀ ਅੱਜ ਦਾ ਮਨੁੱਖ ਜਾਇਜ਼ ਤੇ ਨਜਾਇਜ਼ ਤਰੀਕੇ ਵਰਤ ਕੇ ਵੱਧ ਤੋਂ ਵੱਧ ਧਨ ਪਦਾਰਥ ਇਕੱਠਾ ਕਰਨ ਦੀ ਦੌੜ ਦੇ ਵਿੱਚ ਲੱਗਾ ਹੋਇਆ ਹੈ। ਉਹਦੇ ਲਈ ਦੂਸਰੇ ਦਾ ਹੱਕ ਮਾਰਨਾ, ਦੂਸਰੇ ਕੋਲੋਂ ਵੱਢੀ ਲੈਣੀ, ਦੂਸਰੇ ਕੋਲੋਂ ਹੋਰ ਤਰੀਕਿਆਂ ਦੇ ਨਾਲ ਧਨ ਪਦਾਰਥ ਪੈਦਾ ਕਰਨਾ, ਪ੍ਰਾਪਤ ਕਰਨਾ, ਉਹ ਆਪਣਾ ਫਰਜ਼ ਸਮਝਦਾ ਹੈ। ਉਹਨੇ ਆਪਣੀ ਜ਼ਿੰਦਗੀ ਦਾ ਰੁਝਾਨ ਬਣਾ ਲਿਆ, ਰੂਟੀਨ ਬਣਾ ਲਈ, ਉਹਦੇ ਵਾਸਤੇ ਇਹ ਨੋਰਮਲ ਹੀ ਹੋ ਗਈ ਗੱਲ। ਕੀ ਕਾਰਨ ਹੈ ਕਿ ਗੁਰੂ ਨਾਨਕ ਨੂੰ ਮੱਥਾ ਟੇਕਣ ਵਾਲੇ ਲੋਕ ਅਸੀਂ ਸਾਰੇ ਜਿਹੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਆਪਣਾ ਗੁਰੂ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਸਮਝ ਕੇ, ਜੋਤ ਸਮਝ ਕੇ ਮੱਥਾ ਟੇਕਦੇ ਹਾਂ, ਤੇ ਉਸ ਦੇ ਬਾਵਜੂਦ ਵੀ ਇੰਨੇ ਸੁਨਹਿਰੇ ਸਿਧਾਂਤ ਹੋਣ ਦੇ ਬਾਵਜੂਦ ਵੀ ਅੱਜ ਸਾਡਾ ਸਮਾਜ, ਅੱਜ ਸਾਡੀ ਕੌਮ ਆਪੋ ਧਾਪੀ ਦੇ ਵਿੱਚ ਕਿਉਂ ਪਈ ਹੋਈ ਹੈ? ਅੱਜ ਸਾਡੇ ਇੱਕ ਸਿੱਖ ਨੂੰ ਦੂਜਾ ਸਿੱਖ ਭਰਾ ਜਿਹੜਾ ਹੈ ਉਹਦਾ ਸਤਿਕਾਰ ਕਿਉਂ ਨਹੀਂ ਸ਼ੋਭਦਾ? ਉਹਦਾ ਸਤਿਕਾਰ ਕਿਉਂ ਨਹੀਂ ਕਰਦਾ? ਉਹ ਕਿਉਂ ਉਸ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦਾ ਹੈ? ਕਿਉਂ ਉਹਨੇ ਆਪਣੇ ਆਪਣੇ ਜਥੇਬੰਦੀਆਂ ਦੇ ਨਾਂ ਦੇ ਉੱਤੇ ਜਾਂ ਆਪਣੇ ਆਪਣੇ ਗਰੁੱਪਾਂ ਦੇ ਨਾਂ ਦੇ ਉੱਤੇ, ਜਥਿਆਂ ਦੇ ਨਾਂ ਦੇ ਉੱਤੇ ਜਾਂ ਟਕਸਾਲਾਂ ਦੇ ਨਾਂ ਦੇ ਉੱਤੇ ਵੰਡੀਆਂ ਪਾਈਆਂ ਹੋਈਆਂ? ਗੁਰੂ ਨਾਨਕ ਨੇ ਤੇ ਇਹ ਕਹਿ ਦਿੱਤਾ ਸੀ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ, ਕਿ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਉਹ ਵਾਹਿਗੁਰੂ ਪਰਮਾਤਮਾ ਹੈ। ਫਿਰ ਕਿਹੜੇ ਕਾਰਨ ਹੈ ਕਿ ਇਸ ਦੇ ਬਾਵਜੂਦ ਵੀ ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਭੁਲਾ ਕੇ ਅੱਜ ਆਪਸ ਦੇ ਵਿੱਚ ਨਫ਼ਰਤਾਂ ਪਾਲੀ ਬੈਠੇ ਹਾਂ? ਅਸੀਂ ਜਾਤਾਂ ਬਰਾਦਰੀਆਂ ਦੇ ਨਾਂ ਦੇ ਉੱਤੇ ਗੁਰੂ ਘਰ ਉਸਾਰੀ ਬੈਠੇ ਹਾਂ। ਹੋਰ ਇਹੋ ਜਿਹੀਆਂ ਉਹ ਗੱਲਾਂ ਕਰ ਰਹੇ ਹਾਂ ਜਿਨ੍ਹਾਂ ਨੂੰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਸੇਧ ਦਿੱਤੀ ਸੀ ਕਿ ਇਹ ਨਹੀਂ ਕਰਨੀਆਂ। ਕੀ ਕਾਰਨ ਹੈ ਕਿ ਅਸੀਂ ਉਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਅੱਜ ਤੱਕ ਮੱਥਾ ਤੇ ਟੇਕਿਆ ਹੈ, ਸਤਿਕਾਰ ਤੇ ਦਿੱਤਾ ਹੈ, ਇਹ ਵੀ ਦਾਅਵਾ ਕੀਤਾ ਹੈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਉੱਪਰ ਹੋਰ ਕੋਈ ਸਿਧਾਂਤ ਸੰਸਾਰ ਤੇ ਨਹੀਂ? ਉਸ ਦੇ ਬਾਵਜੂਦ ਵੀ ਕੀ ਕਾਰਨ ਹੈ ਕਿ ਅਸੀਂ ਉਹ ਸਿਧਾਂਤ ਜਿਹੜੇ ਮਨੁੱਖਤਾ ਦੇ ਭਲੇ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਸੀ, ਉਹ ਅਸੀਂ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਲਾਗੂ ਨਹੀਂ ਕਰ ਸਕੇ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ 1469 ਦੇ ਵਿੱਚ ਇਸ ਸੰਸਾਰ ਤੇ ਪ੍ਰਕਾਸ਼ ਧਾਰ ਕੇ, ਪ੍ਰਗਟ ਹੋ ਕੇ 1532 ਨੂੰ ਕਰਤਾਰਪੁਰ ਰਾਵੀ ਦੇ ਕੰਢੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਦੇ ਬਣਾ ਕੇ ਮੱਥਾ ਟੇਕ ਦਿੱਤਾ ਸੀ। ਅੱਜ ਦਾ ਜਿਹੜਾ ਇਹ ਐਪੀਸੋਡ ਹੈ, ਇਸ ਚੱਲ ਰਹੀ ਲੜੀ ਦਾ ਜਿਹੜਾ ਅੱਜ ਦਾ ਪ੍ਰਕਰਨ ਹੈ, ਉਹ ਅਸੀਂ 1469 ਤੋਂ ਲੈ ਕੇ 1532 ਤੱਕ ਸੀਮਤ ਕਰਨਾ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਸਾਹਿਬ ਬਣਾਉਣ ਤੱਕ ਅੱਜ ਦੀ ਜਿਹੜੀ ਵਿਚਾਰ ਹੈ ਅਸੀਂ ਇਸ ਫੇਜ਼ ਦੇ ਵਿੱਚ ਰੱਖਣੀ ਹੈ। ਤੇ ਇਹਦੇ ਲਈ ਮੈਂ ਜਿਹੜੇ ਲੰਡਨ ਦੇ ਵਿੱਚ ਸਿਆਣੇ ਸੱਜਣ, ਸੂਝਵਾਨ ਸੱਜਣ ਬੈਠੇ ਹਨ, ਮੈਂ ਉਹਨਾਂ ਨੂੰ ਇਸ ਗੱਲ ਲਈ ਸੱਦਾ ਦਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਸਿਧਾਂਤ ਦਿੱਤਾ ਹੈ, ਉਸ ਦੇ ਬਾਵਜੂਦ ਵੀ ਕੀ ਕਾਰਨ ਹੈ ਕਿ ਅੱਜ ਅਸੀਂ ਆਪਣੇ ਸਮਾਜ ਦੇ ਵਿੱਚ, ਆਪਣੇ ਜੀਵਨਾਂ ਦੇ ਵਿੱਚ ਜਾਂ ਗੁਰੂ ਖਾਲਸਾ ਪੰਥ ਦੇ ਵਿੱਚ ਉਹ ਸਿਧਾਂਤ ਦਾ ਪ੍ਰਕਾਸ਼ ਨਹੀਂ ਕਰ ਸਕੇ? ਪਹਿਲਾ ਸਵਾਲ ਹੈ, ਉਹ ਕੀ ਕਾਰਨ ਸਨ, ਕਿਉਂ ਨਹੀਂ ਕਰ ਸਕੇ ਸੀ? ਔਰ ਉਸ ਨੂੰ ਅਸੀਂ ਡਿਵੈਲਪ ਕਰਨਾ, ਆਪਾਂ ਗੱਲਾਂ ਕਰਕੇ ਵਾਪਸ ਨਹੀਂ ਜਾਣਾ। ਉਸ ਦੀ ਸੈਕੰਡ ਸਟੇਜ ਇਹ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਉਸ ਸਿਧਾਂਤ ਦੇ ਮੁਤਾਬਕ ਘੱਟ ਤੋਂ ਘੱਟ ਅਸੀਂ ਗੁਰੂ ਕੇ ਕਹਾਉਣ ਵਾਲੇ ਆਪਣਾ ਜੀਵਨ ਆਨੰਦਮਈ ਬਣਾ ਕੇ ਮਨੁੱਖਤਾ ਦੇ ਸਾਹਮਣੇ ਇੱਕ ਨਮੂਨਾ ਬਣ ਸਕੀਏ। ਕਿਸ ਤਰੀਕੇ ਦੇ ਨਾਲ ਸਾਨੂੰ ਕੀ ਐਕਸ਼ਨ ਪਲਾਨ ਬਣਾਉਣਾ ਚਾਹੀਦਾ ਹੈ, ਕੀ ਸੇਧ ਦੇਣੀ ਚਾਹੀਦੀ ਹੈ, ਇਸ ਗੱਲ ਨੂੰ ਆਪਾਂ ਅੱਜ ਦੀ ਵਿਚਾਰ ਦੇ ਵਿੱਚ ਡਿਵੈਲਪ ਕਰਨਾ ਹੈ। ਮੈਂ ਸੱਦਾ ਦਿੰਦਾ ਹੈ ਗੁਰਦੁਆਰਾ ਸਿੰਘ ਸਭਾ 7 ਕਿੰਗਸ ਐਲਫੋਰਡ ਲੰਡਨ ਈਸਟ ਦੇ ਵਿੱਚ ਜੁੜੇ ਬੈਠੇ ਪਤਵੰਤੇ ਸੱਜਣ, ਮੇਰੀਆਂ ਭੈਣਾਂ ਵੀ ਬੈਠੀਆਂ ਹਨ ਉੱਥੇ ਸਟੂਡੀਓ ਦੇ ਵਿੱਚ, ਤੇ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹਨੂੰ ਕੰਡਕਟ ਕਰਨਗੇ ਮੇਰੇ ਵੀਰ ਸਰਦਾਰ ਤਰਸੇਮ ਸਿੰਘ ਜੀ। ਸਰਦਾਰ ਤਰਸੇਮ ਸਿੰਘ ਜੀ, ਪਲੀਜ਼ ਤੁਸੀਂ ਆਪਣੀ ਵਿਚਾਰ ਸ਼ੁਰੂ ਕਰੋ ਜੀ। ਸਟੂਡੀਓ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹਨੂੰ ਕੰਡਕਟ ਕਰਨਗੇ ਮੇਰੇ ਵੀਰ ਸਰਦਾਰ ਤਰਸੇਮ ਸਿੰਘ ਜੀ।
ਤਰਸੇਮ ਸਿੰਘ ਜੀ ਪਲੀਜ਼ ਮੈਂ ਤੁਸੀਂ ਆਪਣੀ ਵਿਚਾਰ ਸ਼ੁਰੂ ਕਰੋ ਜੀ। क्यों तो प्रेम फिल्म का चाहो सिर तली गली मोरी आओ। गुरु नानक साहब ने स्नेहा दिता सी देना काउंटडाउन देना मैं काउंटडाउन देना ठीक है जी। तू वाइट शॉट लेना है सिंगल शॉट लेना ठीक है। जो तू ऑनर होएगा तेरे मैं इशारा करांगा जो तू होएगा तेरे इशारा करना ठीक है। इस टाइम तू ऑनर 30 seconds to live। केड़ा स्पीकर हां पे आएगी वो स्पीकर में तो भी थोड़ी गाड़ी कौन 10 9 8 7 6 5 4 3 2 1 लाइव। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਰਾਸਤ ਦਾ ਪ੍ਰੋਗਰਾਮ ਜੋ ਸਿੱਖ ਚੈਨਲ ਨੇ ਅੱਜ ਆਰੰਭਿਆ ਹੈ ਉਹਦਾ ਪਹਿਲਾ ਪੜਾਅ ਉਹਦੀ ਪਹਿਲੀ ਕੜੀ ਹੈ। ਆਪ ਜੀ ਨੇ ਭਾਈ ਸਾਹਿਬ ਤੋਂ ਗੁਰੂ ਨਾਨਕ ਦੇਵ ਦੇ ਆਰੰਭਤਾ ਤੇ ਉਹਨਾਂ ਦੀ ਜੋ ਜੀਵਨ ਸ਼ੈਲੀ ਆ ਉਹਦੇ ਅਖੀਰ ਤੱਕ ਆਪ ਜੀ ਨੇ ਜਾਣਾ ਹੈ। ਇਸ ਆਰੰਭਤਾ ਦੇ ਵਿੱਚ ਇਹ ਪ੍ਰੋਸੈਸ ਨੂੰ ਸ਼ੁਰੂ ਕਰਨ ਦਾ ਸੁਭਾਗ ਗੁਰੂ ਨਾਨਕ ਦੇਵ ਜੀ ਨੂੰ ਪੈਦਾ ਹੋਇਆ। ਉਹ ਜਿੱਥੇ ਸਿੱਖੀ ਵਿਚਾਰਧਾਰਾ ਦੇ ਮੋਢੀ ਸਨ ਉਹਦੇ ਨਾਲ ਉਹਨਾਂ ਨੇ ਸਿੱਖੀ ਜੀਵਨ ਸ਼ੈਲੀ ਦੀ ਵੀ ਆਰੰਭਤਾ ਕੀਤੀ। ਜਿੱਥੇ ਸਿੱਖੀ ਸ਼ੈਲੀ ਦੀ ਆਰੰਭਤਾ ਕੀਤੀ ਉੱਥੇ ਉਹਨਾਂ ਨੇ ਸਿੱਖ ਭਾਈਚਾਰੇ ਦੀ ਵਿਉਂਤਬੰਦੀ ਤੁਹਾਨੂੰ ਦਿੱਤੀ, ਉਹਦੇ ਤਰਤੀਬ ਦਿੱਤੀ। ਜਿੱਥੇ ਉਹਨਾਂ ਨੇ ਇਹ ਤਰਤੀਬ ਤੇ ਵਿਉਂਤਬੰਦੀ ਦਿੱਤੀ ਉੱਥੇ ਉਹਨਾਂ ਨੇ ਸਿੱਖੀ ਟੀਚੇ ਮਿੱਥੇ ਤੇ ਉਹ ਟੀਚਿਆਂ ਨੂੰ ਅਪਣਾਉਣ ਲਈ, ਉਹਨਾਂ ਟੀਚਿਆਂ ਨੂੰ ਅੱਗੇ ਲਿਜਾਣ ਲਈ, ਉਹਨਾਂ ਟੀਚਿਆਂ ਤੇ ਪੂਰਾ ਉਤਰਨ ਦੇ ਲਈ ਵੀ ਉਹਨਾਂ ਨੇ ਤੁਹਾਨੂੰ ਸੇਧ ਦਿੱਤੀ। ਇਸ ਤੋਂ ਇਲਾਵਾ ਸ਼ਬਦ ਗੁਰੂ ਥਾਪਣ ਦੀ ਮਾਨਸਿਕ ਤਿਆਰੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਜਿਹੜੀ ਕਿ ਬੜੀ ਦੇਰ ਬਾਅਦ ਅੱਗੇ ਆਈ। ਇਹ ਸਾਰੇ ਪ੍ਰੋਸੈਸ ਦਾ ਹਿੱਸਾ ਤੁਸੀਂ ਹੋ, ਇਹ ਸਾਰੇ ਪ੍ਰੋਸੈਸ ਦਾ ਹਿੱਸਾ ਅਸੀਂ ਹਾਂ। ਇਹ ਪ੍ਰੋਸੈਸ ਕਿੱਥੋਂ ਤਾਈਂ ਅਸੀਂ ਲਗਾਏ ਹਾਂ, ਇਹਨੂੰ ਅਸੀਂ ਕਿੱਥੇ ਤੱਕ ਲਗਾਏ ਹਾਂ, ਉਹਨਾਂ ਦੀ ਇਹ ਜਿਹੜੀ ਯੋਜਨਾ ਸੀ, ਉਹਨਾਂ ਦੇ ਜਿਹੜੇ ਮਸਲੇ ਸਨ ਜਿਨ੍ਹਾਂ ਨੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਆ, ਅਸੀਂ ਕਿੱਥੇ ਘੁੱਪੜੇ ਹਾਂ, ਉਹਨਾਂ ਬਾਰੇ ਆਪਾਂ ਅੱਜ ਖੁੱਲ੍ਹ ਕੇ ਵਿਚਾਰ ਕਰਨੀ ਆ। ਇਹ ਵਿਚਾਰ ਨੂੰ ਅਸੀਂ ਗੁਰੂ ਨਾਨਕ ਦੇਵ ਦੀ ਫਿਲਾਸਫੀ, ਗੁਰੂ ਨਾਨਕ ਦੇਵ ਦੇ ਜੀਵਨ ਆਲੇ ਦੁਆਲੇ ਘੁਮਾ ਕੇ ਉੱਥੇ ਸੀਮਿਤ ਕਰਨਾ ਤਾਂ ਕਿ ਅਸੀਂ ਉਹਨਾਂ ਵੱਲੋਂ ਇਹ ਪਹਿਲੀ ਕੜੀ ਜਿਹੜੀ ਆਰੰਭ ਕੀਤੀ ਗਈ ਆ ਉਹਦੇ ਵਿੱਚ ਕੋਈ ਯੋਗਦਾਨ ਪਾ ਸਕੀਏ। ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਆਪਣੇ ਵਿਚਾਰ, ਆਪਣੇ ਖਿਆਲ, ਆਪਣਾ ਪ੍ਰਗਟਾਵਾ ਲਿਆਓ ਤੇ ਉਹਨਾਂ ਦੇ ਵਿੱਚ ਦੇਣ ਪਾਓ ਇਸ ਡਾਇਲੋਗ ਦੇ ਵਿੱਚ, ਇਸ ਹਿੱਸੇ ਵਿੱਚ। ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਆਪਣੇ ਖਿਆਲ ਦਿਓ ਜੀਓ। ਸਰਦਾਰ ਬਲਦੇਵ ਸਿੰਘ ਜੀ ਸਾਬਰ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਇਸ ਨੂੰ ਆਰੰਭ ਕਰਨ। ਸਰਦਾਰ ਬਲਦੇਵ ਸਿੰਘ ਜੀ ਸਾਬਰ। मैं ये समझना इस सारे वार्तालाप सुनने तो बाद कि गुरु नानक देव जी ने सानू एक बहुत अमीर ते अगांह-वधू धर्म ते विरासत दिता जिहदे ते सानू बड़ा गौरव ते माण होना चाहिए तो है भी, पर असी उन्हां दी सिक्ख्या दे मुताबक सच्चा ते सचारा जीवन नहीं बना सके। इहदे बड़ी घाट है। मैं मेन गल है कि सही बाणी दा सानू अभ्यास नहीं गा, असी अपनी विरासत जिहड़ी है, अपनी हैरीटेज है, हिस्टरी जिहड़ी है उसनू वाचदे नहीं ते उस तो सिखदे नहीं। मैं समझना भी ये बड़ी ज़रूरी गल है। एक यूरोप के फिलासफर बर्टरड रसल है, वो कंपैरेटिव स्टडी ऑफ रिलीजन जो करते आ तो वह कहते भी सारे धर्म किते आ। तो मैनू इंज लगता जिस वेले इस धरती के उत्ते कोई एटम बम वर्गी जंग जिहड़ी हुई तो नेस्तो नमूद हो गया तो उस वेले जे कोई फिलासफी गाइड करेगी तो बाबे नानक की बाणी या गुरु ग्रंथ की बाणी जिहड़ी है वही राह दे सकेगी। तो किसी होर फिलासफर ने पूछा तो अज तक 500 साल हो गए तो सिखां ने मतलब ये कंट्रीब्यूशन क्यों नहीं की। तो उन्हें कहा कि सिखां दे विच एक बड़ा वड्डा नुक्स है कि उन्होंने अज तक गुरु ग्रंथ साहब नूं जिहड़ा है ना वो रमालियां दे विच वलेट के रखिया है। उन्होंने दुनिया दे विच उस फिलासफी नूं और उहदे थाट नूं, उहदे विचार नूं जिहड़ा प्रचारिया नहीं, लोकां नूं दस्सिया नहीं, इहदे विच वो दोषी ने। मैं समझांगा कि इहदे बारे अपने विचार जिन्हां ने लैक्चर कीता दस्सन ते मैं बहुत धन्नवादी होवांगा। थैंक यू। ਇਹ ਸਨ ਜੀ ਸਰਦਾਰ ਬਲਦੇਵ ਸਿੰਘ ਜੀ ਸਾਬਰ, ਸਿੱਖ ਸਟੱਡੀ ਫੋਰਮ ਦੇ ਜਿਹੜੇ ਕਨਵੀਨਰ ਨੇ। ਇਹ ਹਮੇਸ਼ਾ ਹੀ ਕੁਝ ਨਾ ਕੁਝ ਸਮਾਜ ਨੂੰ ਦਿੰਦੇ ਰਹਿੰਦੇ ਨੇ ਸਿੱਖੀ ਸੋਚ ਦੇ ਪੱਖੋਂ।
ਹੁਣ ਮੈਂ ਬੇਨਤੀ ਕਰਾਂਗਾ ਕਿ ਸਰਦਾਰ ਸਵਰਨ ਸਿੰਘ ਜੀ ਕੰਦੋਲਾ ਆਪ ਜੀ ਨੇ ਆਪਣੇ ਵਿਚਾਰ ਸਾਂਝੇ ਕਰਨ। ਸਰਦਾਰ ਸਵਰਨ ਸਿੰਘ ਜੀ ਕੰਦੋਲਾ ਜਿਹੜੇ ਕਿ ਇੱਥੋਂ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ, ਸਿੱਖ ਵਿਚਾਰ ਮੰਚ ਵਿੱਚ ਵੀ ਉਹ ਆਪਣੀਆਂ ਸੇਵਾਵਾਂ ਦਿੰਦੇ ਨੇ ਤੇ ਉਹਨਾਂ ਦਾ ਜ਼ਿੰਦਗੀ ਵਿੱਚ ਕਾਫੀ ਤਜਰਬਾ ਹੈ। ਆਪ ਜੀ ਉਹਨਾਂ ਦੇ ਵਿਚਾਰ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਜਿਹਨਾਂ ਸਰਦਾਰ ਅਵਤਾਰ ਸਿੰਘ ਹੋਣਾ ਨੇ ਇਹ ਸਾਰਾ ਲੈਕਚਰ ਕੀਤਾ ਆ, ਮੈਂ ਉਹ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹਨਾਂ ਨੇ ਜਿਹੜਾ ਇਹ ਪਿੱਛੇ ਟੈਲੀਵਿਜ਼ਨ 'ਤੇ ਆ ਰਿਹਾ ਸੀ ਉਹ ਤਾਂ ਸਿੱਖ ਵਿਰਾਸਤ ਬਾਬਤ ਸੀ, ਲੇਕਿਨ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਉੱਤੇ ਜਿਹੜੀ ਸਾਰੇ ਚਾਨਣਾ ਪਾਇਆ ਉਹ ਅਸੀਂ ਰਾਗੀਆਂ ਢਾਡੀਆਂ ਜਾਂ ਹੋਰਾਂ ਤੋਂ ਵੀ ਕਾਫੀ ਸੁਣਦੇ ਰਹਿੰਦੇ ਹਾਂ ਕਿ ਲੇਕਿਨ ਉਹਨਾਂ ਨੇ ਬਹੁਤ ਸੁਚੱਜੇ ਢੰਗ ਨਾਲ ਇਹ ਦਿੱਤਾ ਹੈ। ਲੇਕਿਨ ਜਿਸ ਵੇਲੇ ਮੇਰੇ ਵੀਰ ਸਾਵਰ ਜੀ ਉਹਨਾਂ ਨੇ ਕਿਹਾ ਹੈ ਅਤੇ ਉਹੀ ਗੱਲ ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਡਾਕਟਰ ਗੋਪਾਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜਿਸ ਵੇਲੇ ਲਿਖਿਆ ਅਤੇ ਉਹਦਾ ਜਿਹੜਾ ਮੁੱਖਬੰਧ ਆ ਉਹ ਪੰਜਾਬ ਦੇ ਗਵਰਨਰ ਗਿਰੀ ਨੇ ਦਿੱਤਾ। ਉਹ ਕਹਿੰਦਾ ਕਿ ਜਿਹੜਾ ਸਾਡੀਆਂ ਵੇਦਾਂ ਸੀਆਂ ਉਹਨਾਂ ਵਿੱਚ ਬਹੁਤ ਗਿਆਨ ਸੀ। ਉਹ ਵੇਦਾਂ ਦਾ ਗਿਆਨ ਸੰਸਕ੍ਰਿਤ ਦੇ ਵਿੱਚ ਸੀ, ਉਹ ਪੰਡਤਾਂ ਨੂੰ ਆਉਂਦਾ ਸੀ। ਪੰਡਤ ਉਹ ਪੜ੍ਹਦੇ ਵੀ ਆਪਣੇ ਲਈ ਸੀਗੇ। ਉਹਨਾਂ ਨੇ ਵੇਦਾਂ ਨੂੰ ਰੁਮਾਲਿਆਂ ਦੇ ਵਿੱਚ ਲਪੇਟ ਕੇ ਉਹਨੂੰ ਰੱਖਤਾ ਅਤੇ ਉਹਨੂੰ ਨਮਸਕਾਰ ਕਰਨ ਲੱਗ ਪਏ। ਉਹ ਨੌਲੇਜ ਸਾਰਾ ਉੱਥੇ ਰਹਿ ਗਿਆ ਕਿ ਜੇ ਗੁਰੂ ਗ੍ਰੰਥ ਸਾਹਿਬ ਤੁਸੀਂ ਐਡਾ ਵੱਡਾ ਇੱਕ ਭੰਡਾਰ ਆ, ਖਜ਼ਾਨਾ ਆ ਜਿਹੜਾ ਸੰਸਾਰ ਨੂੰ ਬਹੁਤ ਸੇਧ ਦੇ ਸਕਦਾ, ਉਹ ਵੀ ਇਸੇ ਤਰ੍ਹਾਂ ਨਾ ਹੋਵੇ। ਲੇਕਿਨ ਉਹ ਅੱਜ ਉੱਦਾਂ ਹੀ ਲੱਗਦਾ ਆ। ਲੇਕਿਨ ਜੇ ਸਿੱਖ ਵਿਰਾਸਤ ਦੇ ਵਿੱਚ ਦੀਆਂ ਥੋੜ੍ਹੀਆਂ ਬਹੁਤੀਆਂ ਗੱਲਾਂ ਕਰੀਏ ਕਿ ਅਸੀਂ ਸਿੱਖ ਵਿਰਾਸਤ ਨੂੰ ਬਚਾਉਣਾ ਕਿੱਦਾਂ ਆ, ਅਤੇ ਮੈਂ ਕਹਿੰਦਾ ਕਿ ਜਿਹੜੀ ਸਿੱਖ ਵਿਰਾਸਤ ਆ, ਜੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ, ਜਿਹੜੀ ਸਿੱਖ ਦਾ ਸਰੂਪ ਆ, ਆਇਡੈਂਟੀਟੀ ਆ ਜਾਂ ਹੋਰ ਆ, ਉਹ ਵਿਰਾਸਤ ਜਿਹੜੀ ਆ ਉਹਨੂੰ ਅਸੀਂ ਸੰਭਾਲ ਹੀ ਨਹੀਂ ਸਕੇ। ਪਿੰਡਾਂ ਦੇ ਵਿੱਚ ਜਿੰਨੇ ਵੀ ਆ ਕੇ ਜਾਂ ਪੰਜਾਬ ਦੇ ਵਿੱਚੋਂ ਵਿਰਾਸਤ ਸ਼ੁਰੂ ਹੋਏ ਸੀ ਸਾਰੇ ਦੇ ਉਹ ਆਪਣੇ ਬਾਲ ਕਤਰੀ ਜਾਂਦੇ ਆ, ਹੋਰ ਹੋਈ ਜਾਂਦਾ। ਇਹ ਜਿਹੜੀ ਵਿਰਾਸਤ ਆ ਇਹਨੂੰ ਸੰਭਾਲਣ ਦੇ ਲਈ ਸਾਨੂੰ ਬਹੁਤ ਲੋੜ ਆ, ਔਰ ਇਸ ਵਿਰਾਸਤ ਨੂੰ ਸੰਭਾਲਣ ਦੇ ਲਈ ਬਹੁਤ ਵੱਡੇ ਜਿੱਦਾਂ ਇਹਨਾਂ ਨੇ ਲੈਕਚਰ ਕੀਤੇ ਹਨ ਬਹੁਤ ਵਧੀਆ ਸਨ। ਲੇਕਿਨ ਜੇ ਇਹ ਕੋਈ ਸੁਧਾਰ ਲਿਆਉਣਾ ਚਾਹੁੰਦੇ ਸੁਸਾਇਟੀ ਦੇ ਵਿੱਚ ਅਤੇ ਇਹ ਪਹਿਲਾ ਹੀ ਪ੍ਰੋਗਰਾਮ ਹੈ ਅਤੇ ਇਸ ਨੂੰ ਬੜਾ ਕੰਸਟਰਕਟਿਵ ਜਿਹਾ ਬਣਾਇਆ ਜਾਵੇ ਕਿ ਅਸੀਂ ਜਿਹੜੇ ਸਾਨੂੰ ਵਿਰਸੇ ਗੁਰੂ ਨਾਨਕ ਦੇਵ ਜੀ ਤੋਂ ਸਾਰਿਆਂ ਤੋਂ ਮਿਲੇ ਹਨ ਉਹਨਾਂ ਦੀ ਅਸੀਂ ਓਟ ਲੈ ਕੇ ਅੱਗੇ ਨੂੰ ਜਿਹੜੀ ਸਾਡੀ ਸਿੱਖੀ ਆ ਉਹਨੂੰ ਅਸੀਂ ਕਿੱਦਾਂ ਵਧਾ ਸਕਦੇ ਹਾਂ। ਬੜੀ ਘਾਟ ਲੱਗਦੀ ਆ ਕਿ ਸਾਡੀ ਜਿਹੜਾ ਹੈਰੀਟੇਜ ਆ ਉਹ ਮਿਊਜ਼ਿਕ ਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ ਦੇ ਵਿੱਚੋਂ, ਬਿਲਡਿੰਗਸ ਦੇ ਵਿੱਚੋਂ ਬਹੁਤ ਉੱਭਰ ਕੇ ਆਉਂਦਾ। ਲੇਕਿਨ ਅੱਗੇ ਨੂੰ ਜੇ ਤੁਸੀਂ ਇਸ ਨੂੰ ਚਾਲੂ ਕਰਨਾ ਹੈ, ਇਹ ਗੁਰੂਆਂ ਦੇ ਜੀਵਨ 'ਤੇ ਸਾਨੂੰ ਬਹੁਤ ਲੋੜ ਹੈ ਸਿੱਖਣ ਦੇ ਲਈ। ਲੇਕਿਨ ਵਿਚਾਰ ਜੇ ਜ਼ਿਆਦਾ ਕਰੀਏ ਤਾਂ ਅਸੀਂ ਸਿੱਖੀ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਹੈ ਉਸ ਦੀ ਬਹੁਤ ਬਹੁਤ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਵਿੱਚ ਆ ਰਹੇ ਜਾਂ ਸਿੱਖ ਸਮਾਜ ਵਿੱਚ ਆ ਰਹੇ ਜਾਂ ਸਾਡੀ ਜੀਵਨ ਜ਼ਿੰਦਗੀ ਵਿੱਚ ਆ ਰਹੇ ਜਿਹੜੇ ਘਾਟੇ ਨੇ ਜਾਂ ਕੁਝ ਤਰੁੱਟੀਆਂ ਨੇ ਉਹਨਾਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੇ ਹੱਲ ਲੱਭਣ ਲਈ, ਉਹਨੂੰ ਵਿਚਾਰ ਨੂੰ ਅੱਗੇ ਤੋਰਨ ਦੇ ਲਈ, ਕੋਈ ਸੁਚੱਜੇ ਅਤੇ ਉਸਾਰੂਮਈ ਸੁਝਾਅ ਦੇਣ ਦੇ ਲਈ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਅਮਰੀਕ ਸਿੰਘ ਜੀ ਢਿੱਲੋਂ ਆਉਣਗੇ, ਆਪਣੇ ਵਿਚਾਰ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਕੀ ਕਾਰਨ ਹੈ ਕਿ ਇਸ ਦੇ ਬਾਵਜੂਦ ਅਸੀਂ ਇਹ ਸਿਧਾਂਤ ਲਾਗੂ ਨਹੀਂ ਕਰ ਰਿਹਾ, ਇਹ ਤੇ ਮੈਂ 3 ਪੁਆਇੰਟਸ ਬਣਾਏ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਹੈ ਕਿ ਅਸੀਂ ਮੀਨਸ ਨੂੰ ਐਂਡ ਸਮਝ ਚੁੱਕੇ ਹਾਂ। ਜਿਹੜਾ ਸਾਡਾ ਬਾਣਾ ਜਾਂ ਸਾਰਾ ਹਰ ਰੋਜ਼ ਉਹਨਾਂ ਗੱਲਾਂ ਦੀ ਕਰਦੇ ਹਾਂ, ਉਹ ਮੀਨਸ ਹੈ ਕਿਸੇ ਥਾਂ ਪਹੁੰਚਣ ਲਈ, ਔਰ ਥਾਂ ਦੀ ਅਸੀਂ ਕਦੇ ਗੱਲ ਨਹੀਂ ਕੀਤੀ। ਅਸੀਂ ਇਹਨੂੰ ਸਮਝਣਾ ਹੋਊਗਾ, ਬੜਾ ਵੱਡਾ ਪੁਆਇੰਟ ਹੈ। ਟਾਈਮ ਦੇ ਮੁਤਾਬਕ ਮੈਂ ਅੱਗੇ ਚੱਲਦਾ। ਦੂਜੀ ਗੱਲ ਹੈ ਕਿ ਡਿੱਟੋ ਗੱਲ ਬਣਾਈ, ਅਸੀਂ ਪਾਠ 2 ਕਰ ਲਏ, 3 ਕਰ ਲਏ, 4 ਕਰ ਲਏ, ਇਹ ਤੋਂ ਵੀ ਅੱਗੇ ਵਧਣਾ ਹੋਏ ਕੋਈ ਵੱਡੀ ਚੀਜ਼ ਨਹੀਂ। ਇਹ ਪਾਠ ਸਾਰੇ ਮਜ਼੍ਹਬਾਂ 'ਚ ਹੀ ਹੋ ਰਿਹਾ, ਇਹ ਡਿੱਟੋ ਹੈ। ਇਸ ਤੋਂ ਅਸੀਂ ਵਿਚਾਰ ਵਾਲੇ ਪਾਸੇ ਵਧਣਾ ਹੈ ਕਿ ਗੁਰਬਾਣੀ ਦੇ ਵਿੱਚ ਹੈ ਕੀ ਚੀਜ਼ ਅਤੇ ਉਹਨੂੰ ਧਾਰਨਾ ਕਿਵੇਂ ਹੈ। ਤੀਜੀ ਗੱਲ ਇਹ ਹੈ ਕਿ ਅਸੀਂ ਐਕਸੈਪਟ ਕਰਨੀ ਹੈ ਜਿਹੜੀਆਂ ਅਸੀਂ ਬਹਾਦਰੀਆਂ ਕਰ ਰਹੇ ਹਾਂ ਸਾਡੀ ਕਮਿਊਨਿਟੀ 'ਚ। ਕੋਈ ਬੰਦਾ ਸਾਡਾ ਦੂਜੀ ਕਮਿਊਨਿਟੀ ਦੇ ਕਿਸੇ ਬੰਦੇ ਨਾਲੋਂ ਇਸ ਵੇਲੇ ਗੁਣਾਂ ਦੇ ਹਿਸਾਬ ਨਾਲ ਮੂਹਰੇ ਨਹੀਂ, ਸਾਨੂੰ ਉਹਦੀ ਤੋਲਣਾ ਕਰਨੀ ਪਊਗੀ। ਚੌਥਾ ਪੁਆਇੰਟ ਬਸ ਇਹੀ ਹੈ, ਮੈਂ ਟਾਈਮ ਦਾ ਖਿਆਲ ਰੱਖਦੇ ਹੋਏ, ਕਿ ਆਹ ਜਿਹੜਾ ਪ੍ਰੋਗਰਾਮ ਹੈ ਇਹ ਇੱਕ ਅਜੀਬ ਪ੍ਰੋਗਰਾਮ ਹੈ। ਇਸ ਦੇ ਵਿੱਚ ਦੀ ਹੀ ਅਸੀਂ ਅੱਗੇ ਲੰਘ ਸਕਦੇ ਹਾਂ ਜੇ ਇਹਦੇ 'ਚ ਵੀ ਅਸੀਂ ਥੋੜ੍ਹਾ ਜਿਹਾ ਰਿਐਲਿਟੀ ਨੂੰ ਅਸੀਂ ਥਾਂ ਦੇ ਅੱਗੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ। ਵਿਰਾਸਤ ਦੀ ਇੰਪੋਰਟੈਂਸ, ਵਿਰਾਸਤ ਦਾ ਕੀ ਰੋਲ ਹੋ ਸਕਦਾ ਹੈ, ਵਿਰਾਸਤ ਨੂੰ ਕਿਵੇਂ ਉਹਦੀ ਚੰਗੀ ਵਰਤੋਂ ਕੀਤੀ ਜਾ ਸਕਦੀ ਆ, ਕਿਵੇਂ ਅਸੀਂ ਜ਼ਿੰਦਗੀ ਨੂੰ ਉਹ ਤੋਂ ਸੇਧ ਲੈ ਕੇ ਅੱਗੇ ਲਿਜਾ ਸਕਦੇ ਹਾਂ, ਇਹਦੇ ਬਾਰੇ ਆਪ ਜੀ ਨੇ ਸੁਝਾਅ ਦਿੱਤੇ ਨੇ। ਬੜੀ ਹੀ ਚੰਗੀ ਸਾਰੂਮਈ ਸੋਚ ਸੀ। ਹੁਣ ਮੈਂ ਬੇਨਤੀ ਕਰਾਂਗਾ ਕਿ
ਸਰਦਾਰਨੀ ਪਰਵਿੰਦਰ ਕੌਰ ਨੂੰ ਕਿ ਉਹ ਆਪਣੇ ਵਿਚਾਰ ਦੇਣ। ਸਰਦਾਰਨੀ ਪਰਵਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਾਰਿਆਂ ਨੇ ਕਿਹਾ ਹੈ ਤੇ ਆਪਾਂ ਟੈਲੀ ਤੇ ਵੀ ਸੁਣਿਆ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਨਾਨਕ ਦੇਵ ਜੀ ਅੱਜ ਵੀ ਸਾਡੇ ਵਿੱਚ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਹੈ। ਜੇ ਅਸੀਂ ਜਿਸ ਤਰ੍ਹਾਂ ਕਹਿੰਦੇ ਹਾਂ ਕਿ ਦੂਸਰੇ ਧਰਮਾਂ ਦੇ ਸਾਰੇ ਹੀ ਜੋ ਵੀ ਹਨ ਉਹਨਾਂ ਦੀ ਬਹੁਤ ਹੀ ਚੰਗੀ ਤਰ੍ਹਾਂ ਉਹਨਾਂ ਦੀ ਐਡਵਰਟਾਈਜ਼ ਹੋ ਚੁੱਕੀ ਹੈ, ਪਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਹੋਈ। ਪਰ ਇਹ ਤਾਂ ਬਹੁਤ ਹੀ ਆਪਾਂ ਜਾਣਦੇ ਹਾਂ ਕਿ ਸਿੱਖ ਚੈਨਲ ਦੇ ਰਾਹੀਂ ਜਾਂ ਆਪਾਂ ਹਰੇਕ ਇੰਟਰਨੈਟ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਪੂਰੀ ਤਰ੍ਹਾਂ ਜਾਣਕਾਰੀ ਲੈ ਸਕਦੇ ਹਾਂ। ਪਰ ਜੇ ਹੋਰ ਵੀ ਹੋ ਸਕੇ ਤਾਂ ਜੇ ਇਹਨਾਂ ਦੀ ਟਰਾਂਸਲੇਸ਼ਨ ਜੋ ਪੰਜਾਬੀ ਵਿੱਚ ਹੈ ਉਹ ਇੰਗਲਿਸ਼ ਵਿੱਚ ਕਰੀਏ ਤਾਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਜੋ ਆਉਣ ਵਾਲੀ ਪਨੀਰੀ ਹੈ, ਆਉਣ ਵਾਲੇ ਬੱਚੇ ਹਨ, ਉਹ ਚੰਗੀ ਤਰ੍ਹਾਂ ਇਸ ਦੇ ਅੱਗੇ ਜਾ ਸਕਦੇ ਹਨ। ਕਿਉਂਕਿ ਪੰਜਾਬੀ ਜਿੰਨੀ ਮਰਜ਼ੀ ਅਸੀਂ ਪੜ੍ਹੀਏ ਪਰ ਫਿਰ ਵੀ ਇਸ ਕੰਟਰੀ ਵਿੱਚ ਜੋ ਬੱਚੇ ਰਹਿੰਦੇ ਹਨ ਉਹਨਾਂ ਨੂੰ ਜਿੰਨਾ ਚਿਰ ਅਸੀਂ ਇੰਗਲਿਸ਼ ਦੇ ਵਿੱਚ ਕੁਛ ਵੀ ਨਹੀਂ ਦੱਸਦੇ ਉਹਨਾਂ ਚਿਰ ਉਹ ਬੱਚੇ ਕਾਮਯਾਬ ਨਹੀਂ ਹੋ ਸਕਦੇ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਆਪਣੇ ਗੁਰਦੁਆਰਿਆਂ ਵਿੱਚ, ਆਪਣੇ ਘਰਾਂ ਵਿੱਚ, ਤਾਂ ਜੇ ਅਸੀਂ ਵੱਧ ਤੋਂ ਵੱਧ ਇੰਗਲਿਸ਼ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜੀਏ। ਬਾਕੀ ਜੋ ਇੰਡੀਆ ਦੀ ਗੱਲ ਹੈ ਉੱਥੇ ਤਾਂ ਹੁਣ ਸਿੱਖੀ ਜੋ ਵਿਰਾਸਤ ਦੀ ਗੱਲ ਹੈ ਬਹੁਤ ਹੀ ਦੂਰ ਚਲੀ ਗਈ ਹੈ। ਜਿੱਥੇ ਤੱਕ ਆਪਾਂ ਦੇਖਦੇ ਹਾਂ ਮੀਡੀਆ ਦੇ ਰਾਹੀਂ, ਸਿੱਖ ਚੈਨਲ ਦੇ ਰਾਹੀਂ, ਜੇ ਇੰਡੀਆ ਵਿੱਚ ਵੀ ਇਹ ਸਿੱਖ ਚੈਨਲ ਇੱਕ ਦਿਨ ਹੋ ਜਾਵੇ ਤਾਂ ਕਾਫੀ ਅਸਰ ਹੋ ਸਕਦਾ ਹੈ। ਕਿਉਂਕਿ ਇੰਡੀਆ ਦੇ ਵਿੱਚ ਅੱਜ ਕੱਲ੍ਹ ਜੋ ਸਾਡੇ ਨੌਜਵਾਨ ਵੀਰ ਹਨ ਉਹ ਨਸ਼ਿਆਂ ਵੱਲ ਚਲੇ ਗਏ ਹਨ। ਸਿੱਖ ਵਿਰਾਸਤ ਵਿੱਚ ਤਾਂ ਉਹਨਾਂ ਨੂੰ ਸਭ ਕੁਝ ਭੁੱਲ ਹੀ ਗਿਆ ਹੈ। ਜੋ ਅਗਲੀਆਂ ਸਾਡੇ ਬਾਬਿਆਂ ਦੀਆਂ, ਦਾਦਿਆਂ ਦੀਆਂ ਜੋ ਗੱਲਾਂ ਸਨ ਉਹਨਾਂ ਨੂੰ ਤਾਂ ਉਹ ਵੀ ਨਹੀਂ ਯਾਦ, ਜਦ ਕਿ ਸਾਡੇ ਬੱਚੇ ਇਸ ਕੰਟਰੀ ਵਿੱਚ ਰਹਿੰਦੇ ਹੋਏ ਵੀ ਸਾਨੂੰ ਉਹ ਕਹਾਣੀਆਂ ਪੁੱਛਦੇ ਹਨ। ਸੋ ਸਾਡੀ ਇਹੀ ਬੇਨਤੀ ਹੈ, ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇਹ ਆਉਣ ਵਾਲੀ ਪਨੀਰੀ ਨੂੰ ਇਸ ਚੈਨਲ ਦੇ ਰਾਹੀਂ ਅੱਗੇ ਕਰ ਰਹੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਉਹ ਗੁਰੂ ਨਾਨਕ ਦੇਵ ਜੀ ਵੱਲੋਂ ਕੀਤਾ ਹੋਇਆ ਪ੍ਰੋਸੈਸ ਆਰੰਭ, ਉਹ ਆਰੰਭਤਾ ਜਿਹੜੀ ਸੀ ਉਹ ਚੱਲਦੀ ਰਹੀ ਹੈ, ਚੱਲਦੀ ਰਹੇਗੀ। ਇਹ ਪ੍ਰੋਸੈਸ ਕਈ ਵਾਰੀ ਢਹਿੰਦੀਆਂ ਕਲਾਂ ਵਿੱਚ ਚਲਿਆ ਜਾਂਦਾ ਹੈ, ਕਈ ਵਾਰੀ ਉਪੇਰੀਆਂ ਕਲਾਂ ਵਿੱਚ। ਜੀਵਨ ਸ਼ੈਲੀ ਹੈ, ਜੀਵਨ ਵਿੱਚ ਪ੍ਰੋਬਲਮਸ ਆਉਂਦੀਆਂ ਰਹਿਣੀਆਂ ਨੇ। ਆਪ ਜੀ ਨੇ ਜੋ ਸੁਝਾਅ ਦਿੱਤਾ ਹੈ ਕਿ ਸਿੱਖ ਵਿਸ਼ਵ ਦੇ ਉੱਤੇ ਛਾਏ ਹੋਏ ਨੇ, ਵਿਸ਼ਵੀਕਰਨ ਹੈ, ਗਲੋਬਲਾਈਜੇਸ਼ਨ ਆਉਣ ਦੇ ਨਾਲ ਸਾਨੂੰ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਦੇ ਬਾਰੇ ਧਿਆਨ ਲਿਆਉਣ ਲਈ ਧੰਨਵਾਦ ਜੀ। ਉਹ ਇਹਦੇ ਬਾਰੇ ਵੀ ਸੋਚ ਵਿਚਾਰ ਕਰਨੀ ਚਾਹੀਦੀ ਹੈ। ਹੁਣ ਸਰਦਾਰ ਤਲੋਚਨ ਸਿੰਘ ਜੀ ਜੌਲ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬੇ ਗੁਰੂ ਨਾਨਕ ਦੇਵ ਨੇ ਸਾਨੂੰ ਸਰਬੱਤ ਜਿਹੜੇ ਆਪਣੇ ਸ਼ਬਦਾਂ ਵਿੱਚ ਆਪਣੀ ਵਿਰਾਸਤ ਦਾ ਦਿੱਤਾ, ਉਹ ਸ਼ਬਦਾਂ ਵਿੱਚ ਹੈ, ਜਿਹਦੇ ਵਿੱਚ ਹੈਗਾ ਕਿ ਸਾਰਿਆਂ ਦਾ ਭਲਾ ਮੰਗਣਾ, ਕਿਰਤ ਕਰਨੀ, ਜਿਹੜੇ ਨਾਮ ਜਪਣਾ, ਕਿ ਵੰਡ ਕੇ ਛਕਣਾ। ਉਹਨਾਂ ਨੇ ਸਾਰੀ ਦੁਨੀਆ ਨੂੰ, ਸਾਰੀ ਮਨੁੱਖਤਾ ਨੂੰ ਇੱਕ ਥਾਂ ਮੰਨਿਆ ਕਿ ਸਾਰੇ ਬਰਾਬਰ ਹਨ, ਸਾਰੇ ਇੱਕੋ ਹੀ ਗੁਰੂ ਦੇ ਜਿਹੜੇ ਹੈਗੇ ਆ ਭੇਜੇ ਹੋਏ ਇੱਥੇ ਹਨ। ਤਾਂ ਇਹ ਤੋਂ ਅਸੀਂ ਸਾਰੇ ਹੀ ਬਹੁਤ ਦੂਰ ਚੱਲ ਗਏ ਹਾਂ। ਜਦੋਂ ਵੀ ਕਦੀ ਗੱਲ ਆਉਂਦੀ ਹੈ ਅਸੀਂ ਇਹ ਗੱਲ ਤਾਂ ਜ਼ਰੂਰ ਕਰਦੇ ਹਾਂ ਕਿ ਅਸੀਂ ਲੋਕਾਂ ਵਿੱਚ ਪ੍ਰਚਾਰ ਨਹੀਂ ਕਰ ਸਕੇ, ਪਰ ਜਿਹੜੇ ਆਪਾਂ ਆਪ ਜਾਣਦੇ ਹਾਂ, ਚਲੋ ਲੋਕਾਂ ਦੀ ਤਾਂ ਦੂਸਰੀ ਦੱਸੋ, ਅਸੀਂ ਆਪਣੇ ਆਪ 'ਤੇ ਕਿੰਨਾ ਕੁ ਇਹਦਾ ਸਾਡੇ 'ਤੇ ਅਸਰ ਹੁੰਦਾ ਹੈ। ਅਸੀਂ ਇਹ ਗੁਰੂ ਨਾਨਕ ਦੇ ਜਿਹੜੇ ਦੱਸੇ ਹੋਏ ਹੈਗਾ ਰਾਹ, ਅਸੀਂ ਉਹਨਾਂ 'ਤੇ ਆਪ ਕਿੰਨਾ ਕੁ ਚੱਲਦੇ ਹਾਂ। ਉਹਨਾਂ ਨੇ ਆਪਣੇ ਟਾਈਮ 'ਤੇ ਮਾਇਆ ਨੂੰ ਤਿਆਗਿਆ, ਆਪਣੇ ਬੱਚਿਆਂ ਤਾਂ ਨਹੀਂ, ਸਿਆਣੇ ਆਪਣੇ ਜਿਹੜੇ ਗਾਂਹ ਦੇ ਗੁਰੂ ਸੀ ਉਹਨਾਂ ਨੂੰ ਵੀ ਚੋਣ ਉਹਨਾਂ ਨੇ ਆਪਣੇ ਬੱਚਿਆਂ ਤੋਂ ਨਹੀਂ ਕੀਤੀ, ਦੂਜੇ ਤਰ੍ਹਾਂ ਆਪਣਾ ਜੋ ਹੈਗਾ ਸੀ ਸਿਆਣੇ ਸਮਝ ਕੇ ਕੀਤੇ। ਤਾਂ ਇਹ ਸਾਰਾ ਕੁਝ ਜਿਹੜਾ ਕਿ ਅੱਜ ਸਾਨੂੰ ਉਹ ਦਿਖਾਈ ਨਹੀਂ ਦਿੰਦਾ। ਤਾਂ ਅੱਜ ਕੱਲ੍ਹ ਜੋ ਹੈਗੇ ਆ ਪੋਲੀਟੀਕਲੀ ਦੇਖ ਲਓ, ਧਾਰਮਿਕ ਤੌਰ 'ਤੇ ਦੇਖ ਲਓ, ਸਾਰੇ ਆਪਣੇ ਨੂੰ ਜਿਹੜੇ ਨਜ਼ਦੀਕੀ ਹੁੰਦਾ ਆ ਉਹਨੂੰ ਚੁਣੇ ਜਾਂਦੇ ਆ। ਜਿਹੜੀ ਦੂਸਰੀ ਸਾਨੂੰ ਕੋਈ ਸੇਧ ਦੇਣ ਵਾਲਾ ਵੀ ਹੈ ਨਹੀਂ, ਕਿਉਂਕਿ ਜਿਹੜੇ ਅੱਜ ਕੱਲ੍ਹ ਦੇ ਸੰਤ ਆ ਉਹ ਸਾਨੂੰ ਦੁਬਾਰਾ ਫਿਰ ਉਹਨਾਂ ਕਰਮਕਾਂਡਾਂ ਦੇ ਵਿੱਚ ਲਿਜਾ ਰਹੇ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਉਹ ਸਾਨੂੰ ਕੋਈ ਸੇਧ ਨਹੀਂ ਦੇ ਰਹੇ ਕਿ ਜਿੱਥੋਂ ਅਸੀਂ ਬਹੁਤ ਆਸ ਰੱਖਦੇ ਹਾਂ। ਤਾਂ ਇਹ ਮੈਂ ਸਮਝਦਾ ਹਾਂ ਕਿ ਜਿਹੜੇ ਸਾਡੇ ਆਗੂ, ਖਾਸ ਕਰਕੇ ਧਾਰਮਿਕ ਆਗੂ ਜਥੇਦਾਰ ਹਨ, ਉਹ ਸੇਧ ਦੇਣ ਤਾਂ ਕੁਛ ਥੋੜ੍ਹਾ ਜਿਹਾ ਸੰਗਤ ਜੋ ਹੈਗਾ ਉਹਨਾਂ 'ਤੇ ਅਮਲ ਹੋ ਸਕਦਾ ਹੈ। ਅਤੇ ਨਹੀਂ ਅਸੀਂ ਅੱਜ ਗੁਰੂ ਨਾਨਕ ਦੇਵ ਦੇ ਜੋ ਹੈਗਾ ਉਹਨਾਂ ਦੇ ਸ਼ਬਦਾਂ ਤੋਂ ਅਸੀਂ ਬਹੁਤ ਦੂਰ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਿੱਖੀ ਵਿਰਾਸਤ ਦਾ ਇੱਕ ਬਹੁਤ ਵੱਡਾ ਅੰਗ ਗੁਰੂ ਨਾਨਕ ਦੇਵ ਦੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਤ੍ਰਿਲੋਚਨ ਸਿੰਘ ਉਹਨਾਂ ਨੇ ਥੋੜ੍ਹਾ ਜਿਹਾ ਛੋਇਆ, ਬਹੁਤ ਹੀ ਪਿਆਰਾ ਅੰਗ ਹੈ ਕਿ ਉਹਨਾਂ ਨੇ ਗੁਰਗੱਦੀ ਆਪਣੇ ਬੱਚਿਆਂ ਨੂੰ ਨਹੀਂ ਦਿੱਤੀ। ਬੜੀ ਤਕੜੀ ਚੀਜ਼ ਸੀ, ਉਹਨਾਂ ਨੇ ਗੁਰਗੱਦੀ ਆਪਣੇ ਬੱਚਿਆਂ ਨੂੰ ਨਹੀਂ ਦਿੱਤੀ।
ਉਹ ਗੁਰਗੱਦੀ ਉਹਨੂੰ ਦਿੱਤੀ ਜੋ ਉਸ ਗੁਰਗੱਦੀ ਦੇ ਕਾਬਿਲ ਸੀ। ਇਹ ਸਾਡੀ ਵਿਰਾਸਤ ਦਾ ਹਿੱਸਾ ਹੈ। ਉਸ ਨੂੰ ਇਹ ਪਦ ਮਿਲਣਾ ਚਾਹੀਦਾ, ਉਸ ਨੂੰ ਇਹ ਚੌਧਰ ਜਾਂ ਲੀਡਰਸ਼ਿਪ ਜਾਂ ਜੋ ਵੀ ਇਹਨੂੰ ਮਰਜ਼ੀ ਕਹਿ ਲਓ, ਗੁਰਿਆਈ ਮਿਲਣੀ ਚਾਹੀਦੀ ਹੈ ਜਿਹੜਾ ਉਸ ਦੇ ਕਾਬਿਲ ਹੈ। ਬੜਾ ਹੀ ਸੋਹਣਾ ਕਮਾਲ ਦਾ ਪੁਆਇੰਟ ਇਹਨਾਂ ਨੇ ਟੱਚ ਕੀਤਾ। ਇਹ ਸਾਡੀ ਵਿਰਾਸਤ ਹੈ, ਇਹ ਵਿਰਾਸਤ ਨੂੰ ਸਾਨੂੰ ਉਭਾਰਨਾ ਚਾਹੀਦਾ ਹੈ। ਮੈਂ ਸਰਦਾਰ ਬਲਦੇਵ ਸਿੰਘ ਜੀ ਬੈਂਸ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਰੱਖਣ। ਸਰਦਾਰ ਬਲਦੇਵ ਸਿੰਘ ਜੀ ਬੈਂਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਿਰਫ 2 ਗੱਲਾਂ ਦੇ ਉੱਤੇ ਵਰਣਨ ਕਰਨ ਦੀ ਕੋਸ਼ਿਸ਼ ਕਰੇਗਾ ਕਿ ਇਹ ਕੀ ਕਾਰਨ ਹੈ ਤੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ। ਕਾਰਨ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਸਾਰੇ ਯੂਨੀਵਰਸ ਵਾਸਤੇ ਹੈ। ਦੁਨੀਆ ਦੇ ਭਰ ਵਿੱਚ ਸੁਣਦੇ ਹੋਏ ਲੋਕੋ, ਇਹ ਸਾਨੂੰ ਇੱਕ ਬਹੁਤ ਵਧੀਆ ਅੱਛਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਕਰਕੇ ਜਦੋਂ ਮਹਾਰਾਜ ਬੇਈ ਤੋਂ ਆਏ ਨੇ, ਉਹਨਾਂ ਦਾ ਫਸਟ ਮੈਸੇਜ ਸੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਹਦੇ ਨਾਲ ਲੱਗਦੀ ਗੱਲ ਹੈ ਕਿ ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚ ਸਿੱਖ ਬਹੁਤ ਚੜ੍ਹਦੀ ਕਲਾ 'ਚ ਹਨ ਔਰ ਉਹ ਇਹ ਸਿੱਖੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਵੇ ਦੇ ਨਾਲ ਜੀ ਰਹੇ ਹਨ। ਸਿੱਖੀ ਦਾ ਅਸਲੀ ਮੈਸੇਜ ਹੈ ਪ੍ਰੈਕਟੀਕਲ ਲਾਈਫ, ਸਿੱਖ ਵੇ ਆਫ ਲਾਈਫ, which basically means ਕਮਾਈ। ਸਿੱਖੀ ਵਿੱਚ ਕਮਾਈ। ਸਿੱਖੀ ਇੱਕ ਉਹ ਚੀਜ਼ ਨਹੀਂ ਹੈ ਕਿ ਅਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜੰਮ ਕੇ ਸਿੱਖ ਬਣ ਗਏ ਹਾਂ। ਸਿੱਖ ਸਿਰਫ ਤੇ ਸਿਰਫ ਅਮਲੀ ਕਮਾਈ ਨਾਲ ਹੀ ਬਣ ਸਕਦਾ ਹੈ। ਦੂਸਰਾ ਹੈ ਸ਼ਬਦ ਗੁਰੂ। ਸਾਡੇ ਕੋਲ ਬਿਲਕੁਲ ਕ੍ਰਿਸਟਲ ਕਲੀਅਰ ਮੈਸੇਜ ਹੈ, ਗੁਰੂ ਹੈ, ਜਿਸ ਤੋਂ ਅਸੀਂ ਆਪਣੀ ਜ਼ਿੰਦਗੀ ਦੇ ਹਰ ਇੱਕ ਕੁਐਸਚਨ ਦਾ ਜਵਾਬ ਲੈ ਸਕਦੇ ਹਾਂ, ਆਪਣੀ ਪ੍ਰੈਕਟੀਕਲ ਲਾਈਫ ਵਿੱਚ ਉਹਨੂੰ ਇੰਪਲੀਮੈਂਟ ਕਰ ਸਕਦੇ ਹਾਂ। ਇਸ ਕਰਕੇ ਸ਼ਬਦ ਗੁਰੂ ਦੇ ਨਾਲ ਲੱਗ ਕੇ ਉੱਥੋਂ ਆਪਣੀ ਜ਼ਿੰਦਗੀ ਵਿੱਚ ਸਿਹਤ ਲੈ ਕੇ ਆਪਣੀ ਖੁਦ ਦੀ ਸੈਲਫ ਐਨਾਲਿਸਿਸ ਕਰਕੇ ਉਹਨੂੰ ਗੁਰਮਤਿ ਦੇ ਪੈਮਾਨੇ 'ਤੇ ਤੋਲ ਕੇ ਦੈਨ ਤੁਸੀਂ ਆਪਣੇ ਆਪ ਦੀ ਜਿਹੜੀ ਆਤਮਿਕ ਜੀਵਨ ਹੈ ਉਹਨੂੰ ਉਤਾਂ ਲੈ ਜਾ ਸਕਦੇ ਹਾਂ। ਇਹੀ ਸਾਡੇ ਜੀਵਨ ਵਾਸਤੇ ਇੱਕ ਸੇਧ ਹੈ। ਇਹੀ ਇੱਕ ਹੁਣ ਸਾਨੂੰ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਦੇ ਜੀਵਨ ਦੇ ਇੱਕ ਵਿਰਾਸਤ ਦਾ ਹਿੱਸਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਰਦਾਸ ਵਿੱਚ ਹੀ ਜੁੜਦੇ ਹਾਂ, ਮੰਗਦੇ ਹਾਂ। ਜਿੱਥੇ ਕੁਝ ਬੁਲਾਰਿਆਂ ਨੇ ਸਾਡੇ ਵਿੱਚ ਆਏ ਤਰੁੱਟੀਆਂ, ਸਾਡੇ ਵਿੱਚ ਆਏ ਘਾਟਿਆਂ ਨੂੰ ਦਰਸਾਇਆ ਹੈ, ਉੱਥੇ ਇਹਨਾਂ ਨੇ ਚੜ੍ਹਦੀ ਕਲਾ ਦੀ ਵੀ ਗੱਲ ਕੀਤੀ ਹੈ। ਜਿੱਥੇ ਵੀ ਸਿੱਖ ਵਸਦੇ ਨੇ ਚੜ੍ਹਦੀ ਕਲਾ ਵਿੱਚ ਵਸਦੇ ਨੇ। ਸਾਡੇ ਗੁਰਦੁਆਰਿਆਂ ਦਾ ਬਣਨਾ, ਸਾਡੇ ਸਭਾ ਸੁਸਾਇਟੀਆਂ ਦਾ ਬਣਨਾ, ਸਾਡਾ ਵਿਸ਼ਵ ਦੇ ਵਿੱਚ ਸਾਡੇ ਪੋਲੀਟੀਕਲ ਲੀਡਰਸ ਦਾ ਆਉਣਾ, ਇਹ ਇੱਕ ਚੀਜ਼ ਦਾ ਸੰਕੇਤ ਦਿੰਦਾ ਹੈ ਕਿ ਅਸੀਂ ਚੜ੍ਹਦੀ ਕਲਾ ਵਿੱਚ ਅਜੇ ਜਿਉਂਦੇ ਹਾਂ, ਸਾਡੇ ਵਿੱਚ ਚੜ੍ਹਦੀ ਕਲਾ ਹੈ। ਮੈਂ ਸਰਦਾਰ ਸੰਤਾ ਸਿੰਘ ਜੀ ਭੰਡਾਲ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਉਣ। ਸੰਤਾ ਸਿੰਘ ਜੀ ਭੰਡਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਹਾਲਤ ਗੁਰੂ ਨਾਨਕ ਦੇਵ ਜੀ ਦੇ ਆਉਣ ਸਮੇਂ ਸੀ, ਉਹ ਸਿੱਖ ਵਿਰਾਸਤ ਨਹੀਂ ਸੀ। ਉਹ ਤੋਂ ਸਮੇਂ ਦੀ ਵਿਰਾਸਤ ਸੀ। ਉਸ ਨਾਲ ਸਿੱਖਾਂ ਦਾ ਜਾਂ ਸਿੱਖ ਵਿਰਾਸਤ ਦਾ ਕੋਈ ਤਾਲੁਕ ਹੀ ਨਹੀਂ ਹੈ। ਜੋ ਮੈਸੇਜ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ ਉਹ ਸਿੱਖਾਂ ਨੇ ਭੁੱਲਿਆ ਨਹੀਂ ਹੈ। ਇਹ ਜ਼ਰੂਰ ਹੈ ਕਿ ਵਿੱਚ ਐਸੇ ਸਿੱਖ ਹਨ ਜੋ ਆਚਰਨ ਤੌਰ 'ਤੇ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ 'ਤੇ ਪੂਰੇ ਨਹੀਂ ਉਤਰਦੇ। ਪਰ ਇਹਦਾ ਇਹ ਮਤਲਬ ਨਹੀਂ ਕਿ ਸਾਰੀ ਕੌਮ ਦੀ ਕੌਮ ਹੀ ਸੈਲ ਡਾਊਨ ਹੋ ਗਈ ਹੈ, ਔਰ ਨਾ ਹੀ ਸਾਨੂੰ ਇਹ ਕੋਸ਼ਿਸ਼ ਕਰਨਾ ਚਾਹੀਦਾ ਹੈ। ਪਹਿਲਾਂ ਸਿੱਖ ਥੋੜ੍ਹੇ ਜਿਹੇ ਇਲਾਕੇ ਵਿੱਚ ਬੰਦ ਸੀ, ਹੁਣ ਉਹ ਸਾਰੇ ਸੰਸਾਰ ਵਿੱਚ ਫੈਲ ਰਹੇ ਹਨ। ਨਵੀਆਂ ਪ੍ਰੋਬਲਮਾਂ ਆ ਰਹੀਆਂ ਹਨ ਔਰ ਨਵੇਂ ਮੁਲਕਾਂ 'ਚ ਜਾਣ ਕਰਕੇ ਸਿੱਖੀ ਦਾ ਪ੍ਰਚਾਰ ਉੱਥੇ ਨਵੇਂ ਢੰਗ ਨਾਲ ਪਹੁੰਚਾਉਣ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਕਾਰੋਬਾਰ ਕਰਨ ਲਈ ਬਹੁਤ ਚੰਗੀ ਗੱਲ ਹੈ, ਪਰ ਇਹਨੂੰ ਸਿੱਖੀ ਨੂੰ ਹਰ ਵੇਲੇ ਨੀਚਾ ਸੈਲ ਡਾਊਨ ਕਰੀ ਜਾਣਾ, ਥੱਲੇ ਦੱਸੀ ਜਾਣਾ, ਇਹ ਕੋਈ ਬਹੁਤਾ ਲਾਹੇਵੰਦ ਸਿੱਖਾਂ ਲਈ ਨਾ ਕਦੇ ਹੋਇਆ ਹੈ ਅਤੇ ਨਾ ਹੋਣਾ ਹੈ। ਜੇ ਕੋਈ ਕਮੀ ਹੈ ਤਾਂ ਸਿੱਖਾਂ ਦੀ ਲੀਡਰਸ਼ਿਪ ਵਿੱਚ ਹੈ। ਸਿੱਖ ਕੌਮ ਵਿੱਚ ਕੋਈ ਕਮੀ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸੰਤਾ ਸਿੰਘ ਜੀ ਭੰਡਾਲ, ਆਪ ਜੀ ਨੇ ਬੜਾ ਸੋਹਣਾ ਆਪ ਜੀ ਨੂੰ ਖਿਆਲ ਦਿੱਤੇ ਨੇ ਕਿ ਪ੍ਰੋਸੈਸ ਸ਼ੁਰੂ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੇ। ਉਹਨਾਂ ਨੇ ਆਪਣੇ ਇੱਕ ਜੀਵਨ, ਉਹ ਤੋਂ ਪਹਿਲਾਂ ਸਾਡੀ ਵਿਰਾਸਤ ਤੋਂ ਬਣਨੀ ਸ਼ੁਰੂ ਹੋ ਗਈ ਸੀ, ਉਹ ਮੋਢੀ ਸਨ ਸਾਡੀ ਵਿਰਾਸਤ ਦੇ। ਹੁਣ ਸਰਦਾਰ ਗੁਰਚਰਨ ਸਿੰਘ ਜੀ ਢਿੱਲੋਂ ਧਾਰੀਵਾਲ ਜੀ ਆਉਣਗੇ ਜੀ। ਧਾਰੀਵਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ
ਗੁਰੂ ਨਾਨਕ ਸਾਹਿਬ ਜੀ ਅਤੇ ਉਹਨਾਂ ਦੇ ਸੰਦੇਸ਼ ਦੇ ਵਿਸ਼ੇ 'ਤੇ ਅਸੀਂ ਸੋਚ ਵਿਚਾਰ ਔਰ ਸਿੱਖ ਵਿਰਾਸਤ ਦੀ ਗੱਲ ਕਰ ਰਹੇ ਹਾਂ। ਜੋ ਸੰਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਗੁਰਬਾਣੀ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਨੂੰ ਔਰ ਸੰਸਾਰ ਨੂੰ ਦਿੱਤਾ ਹੈ, ਉਸ ਦੀ ਅਸੀਂ ਪੂਰੀ ਕੀਮਤ ਨਹੀਂ ਪਾ ਸਕੇ ਜਾਂ ਉਤਾਰ ਸਕੇ। ਜਿਵੇਂ ਮੇਰੇ ਵੀਰ ਸੰਤਾ ਸਿੰਘ ਜੀ ਹੋਰਾਂ ਨੇ ਕਿਹਾ ਹੈ, ਸਿੱਖਾਂ ਦੀ ਚੜ੍ਹਦੀ ਕਲਾ ਹੈ, ਸਿੱਖੀ ਚੜ੍ਹਦੀ ਕਲਾ ਵੱਲ ਜਾ ਰਹੀ ਹੈ। ਔਰ ਗੁਰੂ ਨਾਨਕ ਦਾ ਸੰਦੇਸ਼ ਉਸ ਸਮੇਂ ਦੱਬੇ ਦਬਾਏ ਲੋਕਾਂ ਨੂੰ ਚੁੱਕ ਕੇ ਇੱਕ ਹਿੰਦੁਸਤਾਨ ਦੀ ਤਵਾਰੀਖ ਪਲਟਾ ਕੇ ਰੱਖ ਦਿੱਤੀ ਸੀ, ਕਿਉਂਕਿ ਉਸ ਵੇਲੇ ਜੋ ਬਾਬਰ ਔਰ ਮੁਗਲ ਰਾਜ ਸੀ ਉਸਨੇ ਹਰ ਇਨਸਾਨ ਨੂੰ ਦਬਾਇਆ ਹੋਇਆ ਸੀ। ਪਰ ਗੁਰੂ ਨਾਨਕ ਨੇ ਇੱਕ ਸੰਤ ਦਾ ਰਸਤਾ ਅਖਤਿਆਰ ਕਰਦਿਆਂ ਹੋਇਆ ਉਸ ਜ਼ੁਲਮ ਵਿਰੋਧ ਆਵਾਜ਼ ਉਠਾ ਕੇ ਹਰ ਇੱਕ ਇਨਸਾਨ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਸੀ ਕਿ ਤੁਸੀਂ ਜ਼ਬਰ ਅਤੇ ਜ਼ੁਲਮ ਦੇ ਵਿਰੋਧ ਆਪਣੀ ਆਵਾਜ਼ ਉਠਾ ਸਕਦੇ ਹੋ ਔਰ ਆਪਣੇ ਹੱਕਾਂ ਲਈ ਬੁਲੰਦ ਹੋ ਕੇ ਲੜ ਸਕਦੇ ਹੋ। ਇਸ ਤੋਂ ਅੱਗੇ ਚੱਲ ਕੇ ਜਿਵੇਂ ਅਲਾਮਾ ਇਕਬਾਲ ਜੀ ਹੋਰਾਂ ਨੇ ਲਿਖਿਆ ਹੈ, ਜਬ ਉੱਠੀ तौहीद की पंजाब से एक मर्द कामल ने जगाया हिंद को ख्वाब से। दबी हुई जनता ਨੂੰ ਜਗਾ ਕੇ ਉਸ ਸਾਰੇ ਦੇਸ਼ ਦਾ ਉਹਨਾਂ ਨੇ ਪਲਟਾ ਉਲਟਾ ਕੇ ਉਸ ਕੌਮ ਨੂੰ ਅੱਗੇ ਲਿਆਂਦਾ ਔਰ ਅੱਜ ਪੰਜਾਬ ਤੋਂ ਨਿਕਲ ਕੇ ਸਿੱਖ ਹਰ ਸੰਸਾਰ ਦੇ ਹਰ ਦੇਸ਼ ਵਿੱਚ ਫੈਲਾਇਆ ਹੋਇਆ ਹੈ। ਔਰ ਇਹ ਗਲਤ ਹੈ ਕਿ ਸਾਡੇ ਕੋਲ ਸਾਡੇ ਜੋ ਮੁਸ਼ਕਲਾਂ ਸਾਡੇ ਸਾਹਮਣੇ ਅੱਜ ਆ ਰਹੀਆਂ ਹਨ ਉਸ ਲਈ ਸਾਡੇ ਕੋਲ ਕੋਈ ਰਸਤੇ ਨਹੀਂ ਜਾਂ ਕੋਈ ਸੁਝਾਅ ਨਹੀਂ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਰਥਿਕ, ਰਾਜਨੀਤੀ, ਧਰਮ ਔਰ ਸਮਾਜਿਕ ਔਰ ਡਿਵੈਲਪਮੈਂਟਲ ਲੋੜਾਂ ਲਈ ਬਹੁਤ ਕੁਝ ਲਿਖਿਆ ਹੋਇਆ ਸੰਦੇਸ਼ ਹੈ। ਪਰ ਅਸੀਂ ਕਿਉਂਕਿ ਸਾਡੀ ਜੋ ਕਥਨੀ ਤੇ ਕਰਨੀ ਹੈ ਉਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ ਚੁੱਕਾ ਹੈ, ਇਸ ਲਈ ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਸਕੇ। ਜਿਸ ਤਰ੍ਹਾਂ ਸਰਦਾਰ ਬਲਦੇਵ ਸਿੰਘ ਸਾਬਰ ਜੀ ਹੋਰਾਂ ਨੇ ਕਿਹਾ ਸੀਗਾ, ਇੱਕ ਬਰਟਰੈਂਡ ਰਸਲ ਨੇ ਹੀ ਨਹੀਂ ਲੇਕਿਨ ਅੱਜ ਨਾਸਾ ਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਪ੍ਰਕਾਸ਼ ਕੀਤਾ ਹੋਇਆ ਜਿਸ ਤੋਂ ਉਹ ਸੇਧ ਲੈਂਦੇ ਨੇ ਔਰ ਜੋ ਉਹ ਆਪਣੇ ਸਾਇੰਸ ਦਾ ਡਿਵੈਲਪਮੈਂਟ ਕਰ ਰਹੇ ਨੇ ਉਸ ਦੀ ਸਿੱਖਿਆ ਲੈਂਦੇ ਨੇ। ਇਹ ਕੁਝ ਕਹਿੰਦਾ ਹੋਇਆ ਮੈਂ ਬਸ ਕਰਦਾ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਬੇਨਤੀ ਕਰਾਂਗਾ ਜੀ ਆਪ ਸਾਰਿਆਂ ਨੂੰ ਕਿ ਉਹ ਵਿਰਾਸਤ ਜਿਹੜੀ ਗੁਰੂ ਨਾਨਕ ਨੇ ਸਾਨੂੰ ਦਿੱਤੀ ਆ ਉਹ ਤੇ ਕਨਸੈਂਟਰੇਟ ਕਰਨ ਦੀ ਕੋਸ਼ਿਸ਼ ਕਰੀਏ। ਉਹ ਵਿਰਾਸਤ ਜਿਹੜੀ ਗੁਰੂ ਨਾਨਕ ਨੇ ਸਾਨੂੰ ਦਿੱਤੀ ਹੈ ਉਹਨੂੰ ਜਿਹੜਾ ਆਪਣੀ ਸੋਚ ਵਿੱਚ ਲਿਆਈਏ। ਉਹਨੂੰ ਸਰਦਾਰ ਗੁਰਿੰਦਰ ਸਿੰਘ ਜੀ ਸਾਚਾ, ਉਸ ਤੋਂ ਬਾਅਦ ਜੀ ਮੈਂ ਬੇਨਤੀ ਕਰਾਂਗਾ ਕਿ ਸਰਦਾਰ ਵਧਾਵਾ ਸਿੰਘ ਜੀ ਤਿਆਰ ਹਨ। ਸਰਦਾਰ ਗੁਰਿੰਦਰ ਸਿੰਘ ਸਾਚਾ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਭ ਤੋਂ ਪਹਿਲਾਂ ਤਾਂ ਜਿਹੜੇ ਇਹ ਸਿੱਖ ਚੈਨਲ ਨੇ ਨਵਾਂ ਉਪਰਾਲਾ ਕੀਤਾ ਹੈ ਜਿਹਦੇ 'ਚ ਕਿ ਆਪਣੇ ਅਵਤਾਰ ਸਿੰਘ ਜੀ ਨੇ ਸਾਨੂੰ ਇੰਟਰੋਡਕਸ਼ਨ ਦਿੱਤੀ ਹੈ ਕਿ ਸੰਗਤੀ ਰੂਪ ਵਿੱਚ ਵਿਚਾਰ ਕਰਨੇ। ਸੰਗਤੀ ਰੂਪ ਵਿੱਚ ਵਿਚਾਰ ਕਰਨ ਵਾਲਾ ਉਪਰਾਲਾ ਬਹੁਤ ਚੰਗਾ ਹੈ ਔਰ ਅਸੀਂ ਸਿੰਘ ਸਭਾ ਲੰਡਨ ਈਸਟ 7 ਕਿੰਗਸ ਗੁਰਦੁਆਰੇ ਇਹ 3-4 ਸਾਲਾਂ ਤੋਂ ਇਸ ਤਰ੍ਹਾਂ ਦੇ ਵਿਚਾਰ ਅਸੀਂ ਕਰਦੇ ਹਾਂ ਔਰ ਸਾਨੂੰ ਬੜਾ ਮਾਣ ਹੈ ਕਿ ਉਸ ਤਰ੍ਹਾਂ ਦੀ ਗੱਲ ਇੱਥੇ ਸ਼ੁਰੂ ਹੋਈ ਹੈ। ਅਸੀਂ ਇਸ ਨੂੰ ਸਿੱਖ ਵਿਚਾਰ ਮੰਚ ਆਖਦੇ ਹਾਂ। ਅਤੇ ਇਹ ਸਭ ਤੋਂ ਪਹਿਲੀ ਜਿਹੜੀ ਗੱਲ ਹੈਗੀ ਹੈ ਉਹ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਸਿਧਾਂਤ ਦਿੱਤੇ ਨੇ ਇਹਨਾਂ ਨੇ ਉਸ ਦੇ ਉੱਤੇ ਸਵਾਲ ਪਾਇਆ ਹੈ ਸਾਰੀ ਗੁਰੂ ਨਾਨਕ ਦੇਵ ਜੀਵਨ ਦੱਸ ਕੇ ਕਿ ਉਹਨਾਂ ਸਿਧਾਂਤਾਂ ਦੇ ਉੱਤੇ ਕਿਉਂ ਨਹੀਂ ਚੱਲ ਰਹੇ। ਸਿਧਾਂਤਾਂ ਦੇ ਵਿੱਚ ਆਪਣੇ ਅਵਤਾਰ ਸਿੰਘ ਜੀ ਨੇ ਜਿਹੜੀ ਨਿਖਾਰ ਕੇ ਕਹੀ ਹੈ ਉਹ ਕਿ ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ। ਅਤੇ ਫਿਰ ਅੱਗੇ ਚੱਲ ਕੇ ਦੱਸਿਆ ਕਿ ਸਚਿਆਰਾ ਹੋਣਾ ਜਿਸ ਨੂੰ ਕਿ ਇਹ ਹੈ ਸੱਚੋਂ ਰੇ ਸਭ ਕੋ ਉੱਪਰ ਸੱਚ ਆਚਾਰ। ਸਚਿਆਰਾ ਹੋਣਾ, ਸੱਚ ਹੋਣਾ, ਸੱਚ ਹੀ ਸਿੱਖੀ ਦਾ ਅਸਲੀ ਸਿਧਾਂਤ ਹੈ ਅਤੇ ਸੱਚ ਦੇ ਉੱਤੇ ਵਾਲੇ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਘੁੰਮਦੇ ਨੇ। ਸੱਚ ਦਾ ਸਿਧਾਂਤ ਜੋ ਹੈ ਉਹ ਕਿਵੇਂ ਕੀਤਾ ਜਾਵੇ, ਇਸ ਨੂੰ ਪੂਰਾ ਹੋਣ ਲਈ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਗੁਰਬਾਣੀ ਦੇ ਸ਼ੁਰੂ ਵਿੱਚ ਹੀ ਆਖਿਆ ਸੀਗਾ, ਸਵਾਲ ਪਾਇਆ ਸੀ ਆਪ ਹੀ, ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟੇ ਪਾਲ। ਇਹ ਉਹਨਾਂ ਨੇ ਸਵਾਲ ਹੀ ਪਾਇਆ ਸੀ ਅਤੇ ਫਿਰ ਉਸ ਦਾ ਹੀ ਜਵਾਬ ਦਿੰਦੇ ਹੋਏ ਇਹ ਸਾਰਾ ਅੱਗੇ ਮਾਮਲਾ ਚੱਲਿਆ ਹੈ। ਅਤੇ ਉਹਨਾਂ ਨੇ ਜੋ ਸਿਧਾਂਤ ਦਿੱਤਾ ਹੈ ਉਹ ਇਹੀ ਸੀ ਕਿ ਸਚਿਆਰਾ ਹੋਣਾ, ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ ਵੱਲ। ਸੱਚ ਆਚਾਰ ਜਿਹੜਾ ਹੈ 3 ਗੱਲਾਂ 'ਚ ਦੱਸਿਆ
ਹੁਣ ਇਹ ਸਵਾਲ ਪੈਦਾ ਕੀਤਾ ਹੈ ਉਹਨਾਂ ਨੇ ਕਿ ਸਿਧਾਂਤ ਲਾਗੂ ਕਿਉਂ ਨਹੀਂ ਕਰ ਸਕਦੇ ਅਸੀਂ, ਔਰ ਇਸ ਬਾਰੇ ਵੱਖਰੇ ਵਿਚਾਰ ਨੇ। ਅਤੇ ਮੈਂ ਤਾਂ ਸਮਝਦਾ ਕਿ ਇਹਨਾਂ ਨੂੰ ਵਿਚਾਰਾਂ ਨੂੰ ਇਹਦਾ ਜੋ ਆਨਸਰ ਜੋ ਇਹੀ ਹੋ ਸਕਦਾ ਹੈ ਇਸ ਵੇਲੇ ਕਿ ਅਸੀਂ ਸਮੁੱਚੇ ਤੌਰ ਦੇ ਉੱਤੇ ਹਿਪੋਕਰੇਟ ਹੋ ਗਏ ਹਾਂ, ਕਹਿੰਦੇ ਕੁਛ ਹਾਂ ਕਰਦੇ ਕੁਛ ਹਾਂ, ਔਰ ਇਸ ਦੇ ਵਿੱਚ ਸਾਡੇ ਲੀਡਰ ਜਿਹੜੇ ਨੇ ਉਹ ਨੰਬਰ 1 ਨੇ। ਅਤੇ ਇਸ ਕਰਕੇ ਜੋ ਸਿੱਖੀ ਜਿਹੜਾ ਹੈ ਅਸਲੀ ਸਿਧਾਂਤਾਂ ਨੂੰ ਅਸੀਂ ਨਾ ਸਮਝਦੇ ਹੋਏ ਅਸੀਂ ਉਹਨਾਂ 'ਤੇ ਪੂਰਾ ਨਹੀਂ ਉਤਰਦੇ। ਮੈਂ ਇੰਨਾ ਕੀ ਕਹਿੰਦਾ ਹੋਇਆ ਸਮਝਦਾ ਹਾਂ ਕਿ ਕਾਫੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗਿਆਨੀ ਵਧਾਵਾ ਸਿੰਘ ਜੀ, ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਰਾਸਤ ਜੋ ਸਾਨੂੰ ਆਪਣੇ ਬਜ਼ੁਰਗਾਂ ਤੋਂ ਮਿਲੀ, ਅੱਜ ਸ਼ੁਰੂ ਕੀਤਾ ਸੀ ਗੁਰੂ ਨਾਨਕ ਦੇਵ ਜੀ ਤੋਂ, ਕਿਉਂਕਿ ਆਪ ਸਭ ਜਾਣਦੇ ਹੋ ਕਿ ਅਗਰ ਵਿਰਾਸਤ ਵਿੱਚ ਮਿਲੀ ਹੋਈ ਚੀਜ਼ ਜੇ ਓਨੀ ਹੀ ਰਹਿ ਜਾਵੇ ਉਸ ਨੂੰ ਪੁੱਤ ਕਹਿੰਦੇ ਨੇ। ਜੇ ਵਿਰਾਸਤ 'ਚ ਮਿਲੀ ਹੋਈ ਚੀਜ਼ ਵੱਧ ਜਾਵੇ ਸਪੁੱਤ ਕਹਿੰਦੇ ਨੇ। ਅਗਰ ਵਿਰਾਸਤ 'ਚ ਮਿਲੀ ਹੋਈ ਚੀਜ਼ ਘਟ ਜਾਵੇ ਤਾਂ ਉਹਨੂੰ ਕਪੁੱਤ ਕਹਿੰਦੇ ਨੇ। ਅੱਜ ਅਸੀਂ ਆਪਣਾ ਐਨਾਲਿਸਿਸ ਆਪ ਕਰਨਾ ਹੈ ਕਿ ਮਹਾਰਾਜ ਕਹਿੰਦੇ ਹਨ, ਖੋਜ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਆਪੇ ਦੀ ਖੋਜ ਕਰਨੀ ਸਾਡੀ ਵਿਰਾਸਤ ਹੈ। ਖੋਜ ਕਰੀਏ। ਕਿਰਤ ਦਾ ਅਸੀਂ ਅੰਗ ਜ਼ਰੂਰ ਲੈ ਲਿਆ, ਪਰ ਨਾਮ ਜਪਣਾ ਛੱਡ ਦਿੱਤਾ, ਇਹ ਮਹਿਸੂਸ ਹੋ ਰਿਹਾ ਹੈ। ਵੰਡ ਛਕਣਾ ਕੁਛ ਜਿਸ ਵੀ ਇਨਸਾਨ ਨੇ ਕਿਰਤ ਕੀਤੀ, ਨਾਮ ਜਪਿਆ, ਉਹ ਵੰਡ ਕੇ ਜ਼ਰੂਰ ਛਕਦਾ ਹੈ। ਜਿਸ ਨੇ ਕਿਰਤ ਕੀਤੀ, ਨਾਮ ਨਹੀਂ ਜਪਿਆ, ਉਹ ਵੰਡ ਛਕਣ ਵਿੱਚ ਵੀ ਕੰਜੂਸੀ ਕਰ ਜਾਂਦਾ ਹੈ। ਸੋ ਸਾਡਾ ਅੱਜ ਦਾ ਜੋ ਇਹ ਪ੍ਰੋਗਰਾਮ ਸ਼ੁਰੂ ਹੋਇਆ ਹੈ, ਮਹਾਰਾਜ ਨੇ ਜੋ ਸਾਨੂੰ ਪਹਿਲੀ ਬਖਸ਼ਿਸ਼ ਕੀਤੀ, ਭਾਈ ਕਿਰਤ ਕਰਨੀ ਹੈ, ਵੰਡ ਕੇ ਛਕਣਾ ਤੇ ਨਾਮ ਜਪਣਾ ਹੈ। ਉਸ ਦੇ ਨਾਲ ਮੇਨ ਚੀਜ਼ ਜੋ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤੀ ਵਿਰਾਸਤ ਦੇ ਵਿੱਚ, ਤਿਆਗ। ਅਸੀਂ ਤਿਆਗ ਭੁੱਲ ਗਏ ਹਾਂ। ਅਸੀਂ ਆਪ ਇਕੱਠੇ ਕਰਨ ਵਿੱਚ ਤੁਰ ਪਏ। ਸੋ ਅੱਜ ਸਾਨੂੰ ਆਪੇ ਦੀ ਖੋਜ ਦੀ ਲੋੜ ਹੈ। ਸੋ ਬਾਣੀ ਦਾ ਫਰਮਾਨ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਜੱਗ ਨੂੰ ਦੱਸਣ ਦੀ ਲੋੜ ਨਹੀਂ, ਪਹਿਲੋਂ ਆਪੇ ਨੂੰ ਦੱਸਣ ਦੀ ਲੋੜ ਆ। ਵਿਰਾਸਤ ਸਮਝ ਦੀ ਲੋੜ ਆ। ਜੇ ਅਸੀਂ ਆਪਾ ਸਮਝ ਲਵਾਂਗੇ ਤੇ ਵਿਰਾਸਤ ਸਾਂਭ ਲਵਾਂਗੇ, ਲੋਕ ਆਪੇ ਸਮਝਣਗੇ। ਬੋਲਦਿਆਂ ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਵਿਰਾਸਤ ਦੇ ਕਈ ਪੱਖਾਂ ਨੂੰ, ਕਈ ਅੰਗਾਂ ਨੂੰ ਆਪ ਜੀ ਨੇ ਟੱਚ ਕੀਤਾ ਹੈ। ਆਪ ਜੀ ਦਾ ਧੰਨਵਾਦ। ਸਰਦਾਰ ਰਘਵੀਰ ਸਿੰਘ ਜੀ ਸਿੱਧੂ ਹੁਣ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਸਰਦਾਰ ਰਘਵੀਰ ਸਿੰਘ ਜੀ ਸਿੱਧੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਘਬੀਰ ਸਿੰਘ ਸਿੱਧੂ ਹੈ ਜੀ। ਮੈਂ ਸਿੰਘ ਸਭਾ 7 ਕਿੰਗ ਬਾਕਿੰਗ ਦੀ ਪ੍ਰਬੰਧਕੀ ਦਾ ਮੈਂਬਰ ਹਾਂ। ਅਸੀਂ ਅੱਜ ਵਿਚਾਰ ਇਹ ਕਰਨੀ ਹੈ ਕਿ ਨਾਨਕਤਾ ਕੀ ਚੀਜ਼ ਹੈ, ਨਾਨਕਤਾ ਤੋਂ ਅਸੀਂ ਕੀ ਭਾਵ ਸਮਝਿਆ। ਜੇ ਅਸੀਂ ਇਹ ਸਮਝ ਆਈਏ, ਫਿਰ ਆਪਾਂ ਸਿੱਖ ਸਿਧਾਂਤ ਦੇ ਮੁਤਾਬਕ ਇਤਿਹਾਸ ਨੂੰ ਸਮਝਣਾ ਹੈ। ਉਸ ਤੋਂ ਬਾਅਦ ਉਹ ਸਮਝ ਕੇ ਆਪਾਂ ਵਿਦਿਅਕ ਲੈਵਲ 'ਤੇ ਉਸ ਸਿਧਾਂਤ ਨੂੰ ਆਪਣੀ ਜਨਰੇਸ਼ਨਸ ਨੂੰ ਜਾਂ ਦੁਨੀਆ ਨੂੰ ਵਿਦਿਆ ਰਾਹੀਂ ਪਹੁੰਚਾਉਣਾ ਹੈ। ਗੁਰੂ ਨਾਨਕ ਸਾਹਿਬ ਦਾ ਜੀਵਨ ਦਾ ਮਕਸਦ ਇਹ ਹੈ ਕਿ ਗ੍ਰਸਤੀ ਜੀਵਨ ਦੇ ਰਾਹੀਂ ਆਤਮਿਕਤਾ ਨੂੰ ਪਹੁੰਚਿਆ ਜਾਵੇ, ਅਚੀਵ ਕੀਤਾ ਜਾਵੇ। ਉਸ ਦਾ ਸਿਲਸਿਲਾ ਗੁਰੂ ਸਾਹਿਬ ਨੇ ਪਹਿਲੇ ਹੀ ਦੱਸ ਦਿੱਤਾ। ਸੁਕਿਰਤ ਕਰਨੀ ਹੈ, ਇਸ਼ਨਾਨ ਕਰਨਾ ਹੈ, ਨਾਮ ਜਪਣਾ ਹੈ, ਵੰਡ ਛਕਣਾ ਹੈ। ਸਭ ਤੋਂ ਨਾਲ ਵਧੀਆ ਗੱਲ ਗੁਰੂ ਸਾਹਿਬ ਨੇ ਸਾਨੂੰ ਦੱਸੀ, ਜਿਹੜੀ ਅਸੀਂ ਭੁੱਲ ਗਏ ਹਾਂ, ਉਹ ਸੇਵਾ ਕਰਨੀ ਹੈ। ਅਸੀਂ ਸੇਵਾ ਬਿਲਕੁਲ ਆਪਣੇ ਜੀਵਨ 'ਚੋਂ ਨਫੀ ਕਰ ਲਈ ਹੈ। ਇਸ ਕਰਕੇ ਸਾਡੇ ਜੀਵਨ ਦਾ ਜਿਹੜਾ ਢਾਂਚਾ ਹੈ, ਜੀਵਨ ਸਿਧਾਂਤ ਹੈ, ਉਹ ਬਦਲੀ ਹੋ ਗਿਆ ਹੈ। ਅਸੀਂ ਸਿਧਾਂਤ ਨੂੰ ਟੁੱਟ ਕੇ ਗੁਰੂ ਨਾਨਕਤਾ ਨਾਲ ਨਹੀਂ ਜੁੜ ਸਕਦੇ। ਸਿਧਾਂਤ ਸਾਡਾ ਕੀ ਹੈ? ਜ਼ਿੰਦਗੀ ਦੇ ਵਿੱਚ ਅਮਲ। ਅਮਲ ਤੋਂ ਬਿਨਾਂ ਕੋਈ ਵੀ ਪੱਖ ਅੱਗੇ ਨਹੀਂ ਤੁਰ ਸਕਦਾ। ਮੈਂ 5 ਮਿੰਟ ਰਹਿੰਦੇ ਸਾਰੇ ਇੰਨੀਆਂ ਬੇਨਤੀਆਂ ਨਾਲ ਸਿੱਖ ਚੈਨਲ ਦਾ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਨਾਨਕਤਾ ਨੂੰ ਦੁਨੀਆ ਦੇ ਵਿੱਚ ਫੈਲਾਉਣ ਦਾ ਬੀੜਾ ਚੁੱਕਿਆ ਹੈ। ਵਾਹਿਗੁਰੂ ਜੀ ਕਾ ਖਾਲਸਾ। ਸਰਦਾਰ ਦਲਜੀਤ ਸਿੰਘ ਜੀ ਨਿੱਜਰ, ਉਸ ਤੋਂ ਬਾਅਦ ਸੁਰਿੰਦਰ ਕੌਰ ਜੀ। ਪਲੀਜ਼ 2-4 ਮਿੰਟ ਬਾਕੀ ਨੇ, ਆਪਾਂ ਸੰਖੇਪਤਾ ਦੇ ਵਿੱਚ ਖਿਆਲ ਦਿੰਦੇ ਹੋਏ ਅੱਗੇ ਤੁਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਲਜੀਤ ਸਿੰਘ ਨਿੱਜਰ।
ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿੱਖਿਆ ਦਿੱਤੀ ਆ, ਕਿਰਤ ਕਰਨਾ, ਵੰਡ ਛਕਣਾ, ਬਾਣੀ ਦੇ ਨਾਲ, ਸ਼ਬਦ ਦੇ ਨਾਲ ਜੁੜਨਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਪਰ ਜਿਸ ਢੰਗ ਨਾਲ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨਾਲ ਜੁੜਨ ਲਈ ਆਖਿਆ ਗਿਆ, ਸਿੱਖਿਆ ਦਿੱਤੀ ਆ, ਉਸ ਹਿਸਾਬ ਨਾਲ ਅਸੀਂ ਬਹੁਤ ਘੱਟ ਲੋਕ ਜਿਹੜੇ ਆ ਅਸੀਂ ਸ਼ਬਦ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰ ਰਹੇ ਜ਼ਿਆਦਾ। ਪਰ ਜੋ ਕਰ ਰਹੇ ਹਨ, ਇਹ ਵੀ ਨਹੀਂ ਹੈਗਾ ਵੀ ਮੰਨ ਲਓ ਕਰ ਨਹੀਂ ਰਹੇ। ਔਰ ਸਾਨੂੰ ਸਾਰਿਆਂ ਨੂੰ ਹੀ ਕੋਸ਼ਿਸ਼ ਕਰਨੀ ਚਾਹੀਦੀ ਆ ਸ਼ਬਦ ਨਾਲ ਜੁੜਨਾ, ਸਿੱਖੀ ਦੇ ਨਾਲ ਜੁੜਨ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ। ਬਾਕੀ ਜੋ ਰਾਜਨੀਤਿਕ ਵੀਰ ਹਨ, ਰਾਜਨੀਤੀ ਦੇ ਵਿੱਚ ਸਾਨੂੰ ਜਾਣਾ ਚਾਹੀਦਾ ਹੈ। ਪਰ ਜੋ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ, ਰਾਜਨੀਤੀ ਦੇ ਵਿੱਚ ਗੰਦ ਘੋਲ ਰਿਹਾ, ਉਹ ਤੋਂ ਥੋੜ੍ਹਾ ਜਿਹਾ ਉੱਤੇ ਉੱਠਣਾ ਚਾਹੀਦਾ ਸਾਨੂੰ। ਜਿਹੜੇ ਸਿੱਖ ਆ, ਸਿੱਖ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿੰਨੇ ਵੀ ਆ ਰਾਜਨੀਤੀ ਦੇ ਵਿੱਚ ਆਉਣ, ਪਰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਿੱਖਿਆ ਹੈ ਉਹਨੂੰ ਜ਼ਰੂਰ ਸਾਨੂੰ ਨਿਗਾਹ ਦੇ ਵਿੱਚ ਰੱਖਣਾ ਚਾਹੀਦਾ ਹੈ। ਤਾਂ ਹੀ ਅਸੀਂ ਆਪਣੇ ਸਿੱਖੀ ਸਿਧਾਂਤ ਨੂੰ ਅੱਗੇ ਵਧਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰਾਂ ਸਾਹਿਬ ਨੇ ਸਾਨੂੰ ਵੰਡ ਛਕਣ ਦੇ ਜਿਸ ਤਰ੍ਹਾਂ ਅਸੂਲ ਬਖਸ਼ੇ ਹਨ, ਅਸੀਂ ਵੰਡ ਵੀ ਛਕਦੇ ਹਾਂ, ਕਿਰਤ ਵੀ ਕਰਦੇ ਹਾਂ, ਪਰ ਅਸੀਂ ਇੱਕ ਦੂਸਰੇ ਨਾਲ ਪ੍ਰੇਮ ਨਹੀਂ ਕਰਦੇ। ਇਹ ਸਾਡੇ ਵਿੱਚ ਘਾਟ ਹੈ। ਤੇ ਸੋ ਸਾਨੂੰ ਚਾਹੀਦਾ ਹੈ ਕਿ ਬਾਕੀ ਧਰਮਾਂ ਦੀ ਤਰ੍ਹਾਂ ਅਸੀਂ ਵੀ ਸਾਰਿਆਂ ਦੀਆਂ ਛੋਟੀਆਂ ਮੋਟੀਆਂ ਗੱਲਾਂ ਨੂੰ ਭੁਲਾਉਂਦੇ ਹੋਏ ਤੇ ਇੱਕ ਦੂਸਰੇ ਨਾਲ ਪ੍ਰੇਮ ਕਰਦੇ ਹੋਏ, ਗੁਰਦੁਆਰੇ ਰਾਹੀਂ ਤੇ ਆਮ ਵਿਚਰਦੇ ਹੋਏ ਸਿੱਖੀ ਨੂੰ ਪ੍ਰਫੁੱਲਤ ਕਰੀਏ। ਤੇ ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਨੇ ਕੌਡੇ ਰਕਸ਼ਾ ਵਰਗੇ ਨੂੰ ਦੇਵਤੇ ਬਣਾਇਆ, ਤੇ ਜਿਸ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ ਹੈ, ਜਹਾਂ ਖਿਮਾਤ ਹੈ ਆਪ, ਦੇ ਅਨੁਸਾਰ ਅਸੀਂ ਵੀ ਛੋਟੀਆਂ ਮੋਟੀਆਂ ਗੱਲਾਂ ਨੂੰ ਖਿਮਾ ਕਰਦੇ ਹੋਏ ਪਿਆਰ ਨਾਲ ਆਓ ਸਿੱਖੀ ਨੂੰ ਵਧਾਈਏ। ਵੀਰ ਅਵਤਾਰ ਸਿੰਘ ਜੀ, ਸਿੱਖ ਚੈਨਲ ਦਾ ਧੰਨਵਾਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਚਨ ਸਿੰਘ ਜੀ ਪਨੇਸਰ, ਸੰਖੇਪਤਾ ਵਿੱਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਨਾਮ ਜਪਣ ਵਾਸਤੇ, ਵੰਡ ਛਕਣ ਵਾਸਤੇ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ, ਪਰ ਦਾਸ ਨੂੰ ਇੱਕ ਇਹ ਘਾਟ ਲੱਗਦੀ ਆ ਕਿ ਜਿਹੜਾ ਹੁਣ ਕਿਰਤ ਆ, ਜਿਹੜਾ ਗੁਰੂ ਨਾਨਕ ਜੀ ਨੇ ਦੱਸਿਆ ਸੀਗਾ, ਕਿਰਤ ਕਰਕੇ ਖਾਣੀ, ਘਾਲ ਖਾਏ ਕੋ ਛੱਤ ਉਹਦੇ ਨਾਨਕ ਰਾਹ ਪਛਾਣੇ ਸੀ, ਉਹ ਸਿੱਖ ਧਰਮ ਵਿੱਚ ਲੱਗਦਾ ਬਹੁਤ ਘੱਟ ਗਈ ਆ। ਮੈਂ ਦੇਖਦਾ ਸਿੱਖ ਚੈਨਲ ਵਿੱਚ ਨੌਜਵਾਨ, ਭਾਵੇਂ ਗੱਲ ਬੜੀ ਚੰਗੀ ਆ ਕੀਰਤਨ ਕਰਨਾ, ਪਰ ਉਹਨਾਂ ਨੇ ਇੱਕ ਕਿੱਤਾ ਬਣਾ ਲਿਆ ਕਿ ਕੀਰਤਨ ਕਰਕੇ ਪ੍ਰਸ਼ਾਦਾ ਛਕਣਾ। ਮੈਂ ਕਹਿੰਦਾ ਨੌਜਵਾਨਾਂ ਨੂੰ ਜ਼ਿਆਦਾ ਕੰਮ ਕਰਨਾ ਚਾਹੀਦਾ, ਹੱਡ ਭੰਨ ਕਮਾਈ ਕਰਕੇ ਕੀਰਤਨ ਵੀ ਕਰਨਾ, ਪਰ ਇਹ ਮੈਨੂੰ ਬਹੁਤਾ ਵਧੀਆ ਨਹੀਂ ਲੱਗਾ। ਤੇ ਅੱਗੇ ਸਿਆਣੇ ਸਾਰੇ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ। ਸਰਦਾਰ ਚੰਚਲ ਸਿੰਘ ਜੀ ਧਾਰੀਵਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇਹ ਸਮਝਦਾ ਸੀ ਕਿ ਵੀ ਇਹ ਜਿਹੜਾ ਲੈਕਚਰ ਆ ਇਹ ਇੰਗਲਿਸ਼ ਦੇ ਵਿੱਚ ਹੋਏਗਾ, ਅਤੇ ਚਲੋ ਪੰਜਾਬੀ ਦੇ ਵਿੱਚ ਵੀ ਕੀਤਾ, ਇਹਨਾਂ ਨੇ ਸ਼ੁਰੂ ਕੀਤਾ, ਬਹੁਤ ਵਧੀਆ ਆ। ਅਤੇ ਮੈਂ ਤਾਂ ਜਿਹੜੇ ਮੇਨ ਪੁਆਇੰਟ 'ਤੇ ਜਾਂਦਾ ਕਿ ਵੀ ਸਾਨੂੰ ਕਰਨਾ ਕੀ ਚਾਹੀਦਾ, ਮੈਂ ਇਹ ਸਮਝਦਾ ਕਿ ਵੀ ਸਾਨੂੰ ਸਾਰੀਆਂ ਬੋਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਟਰਾਂਸਲੇਸ਼ਨ ਕਰਕੇ, ਸਪੈਸ਼ਲੀ ਇੰਗਲਿਸ਼ ਦੇ ਵਿੱਚ, ਉਹ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਹੋਇਆ, ਗੁਰਦੁਆਰਿਆਂ ਦੇ ਵਿੱਚ ਪ੍ਰਕਾਸ਼ ਕਰਨ ਦਾ ਸਾਨੂੰ ਅਕਾਲ ਤਖ਼ਤ ਤੋਂ ਮਨਜ਼ੂਰੀ ਲੈਣੀ ਚਾਹੀਦੀ ਹੈ, ਤਾਂ ਕਿ ਅਸੀਂ ਆਪਦੇ ਆਉਂਦੇ ਹੋਏ ਪੀੜ੍ਹੀਆਂ ਨੂੰ ਇਹਦੀ ਜਿਹੜੀ ਸਿੱਖਿਆ ਆ ਉਹਨੂੰ ਪਹੁੰਚਾ ਸਕੀਏ, ਬਜਾਏ ਕਿ ਅਸੀਂ ਇਹ ਕੋਸ਼ਿਸ਼ ਕਰੀਏ ਵੀ ਸਾਰਿਆਂ ਨੂੰ ਪੰਜਾਬੀ ਪੜ੍ਹਾਈ ਜਾਵੇ। ਤਾਂ ਉਸ ਤੋਂ ਬਾਅਦ ਇਹ ਹੈ ਕਿ ਵੀ ਅਸੀਂ ਸਾਰੇ ਇੱਥੋਂ ਪ੍ਰਚਾਰ ਕਰਦੇ ਹਾਂ ਕਿ ਪਾਠ ਕਰਨਾ ਚਾਹੀਦਾ ਆ, ਪਰ ਪਾਠ ਕਰਕੇ ਅਸੀਂ ਆਪਣੀ ਡਿਊਟੀ ਪੂਰੀ ਸਮਝ ਲੈਂਦੇ ਹਾਂ ਵੀ ਹੋ ਗਈ ਹੈ, ਉਹ ਨਹੀਂ ਹੈਗੀ। ਮੈਂ ਕਹਿੰਦਾ ਵੀ ਸਾਨੂੰ ਉਹਦੇ 'ਤੇ ਜਿਹੜੀ ਪਾਠ ਦੇ ਵਿੱਚ ਲਿਖਿਆ ਹੋਇਆ ਉਹਦੇ 'ਤੇ ਅਮਲ ਕਰਨ ਦਾ ਜਿਹੜਾ ਹੈਗਾ, ਉਹਦੇ 'ਤੇ ਜ਼ਿਆਦਾ ਸਾਨੂੰ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਦਰਸ਼ਨ ਸਿੰਘ ਜੀ ਗੁਰਮ, ਉਹਨਾਂ ਤੋਂ ਉਪਰੰਤ ਸਰਦਾਰ ਚੰਦਜੀਤ ਸਿੰਘ ਜੀ। ਸਭ ਤੋਂ ਪਹਿਲਾਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਕੋਤਰ ਸਿੰਘ ਸਭਾ ਲੰਡਨ ਵਿਖੇ ਆ ਕੇ ਸਿੱਖ ਵਿਰਾਸਤ ਦਾ ਪਹਿਲਾ ਪ੍ਰੋਗਰਾਮ ਦਿੱਤਾ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਜੋ ਵੀ ਉਹਨਾਂ ਨੇ ਕੀਤਾ, ਉਹਨਾਂ ਨੇ ਪ੍ਰੈਕਟੀਕਲ ਕਰਕੇ ਸਾਰੇ ਸੰਸਾਰ ਨੂੰ ਦਿਖਾਇਆ, ਤਾਂ ਉਹ ਕੰਮ ਕੀਤੇ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਵੀ ਧਰਮਸ਼ਾਲਾ ਵਿੱਚ ਸੱਜਣ ਠਾਕ ਕੋਲ ਗਏ, ਉਹਨਾਂ ਨੂੰ ਜਾ ਕੇ ਉਹਨਾਂ ਨੇ ਸੁਧਾਰਿਆ। ਪਰ ਅੱਜ ਕੱਲ੍ਹ ਦੇ ਸੰਤ ਵੀ ਹਨ
ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੋਂ ਬਹੁਤ ਦੂਰ ਹਨ। ਜਿਹੜੇ ਉਸ ਸਮੇਂ ਦੇ ਪੰਡਿਤ ਵੀ ਸੀ, ਉਹ ਕਹਿੰਦੇ ਸੀ ਅਸੀਂ ਮੰਤਰ ਪੜ੍ਹਾਂਗੇ, ਸਾਨੂੰ ਧਨ ਦੇ ਦਿਓ, ਤੁਹਾਡਾ ਭਲਾ ਕਰਾਂਗੇ। ਅੱਜ ਕੱਲ੍ਹ ਅਸੀਂ ਵੀ ਇਹੀ ਕੁਛ ਕਰਨ ਲੱਗੇ ਹਾਂ। ਅਸੀਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ, ਸੁਣਦਾ ਕੋਈ ਨਹੀਂ ਉਹਨੂੰ। ਉਹ ਕਛਹਿਰਿਆਂ ਧੋਤੀਆਂ ਵਾਲੇ ਪੰਡਿਤ ਸੀ, ਅਸੀਂ ਕਛਹਿਰਿਆਂ ਵਾਲੇ ਪੰਡਿਤ ਹੋ ਗਏ ਹਾਂ। ਅੱਜ ਥੋੜ੍ਹਾ ਜਿਹਾ ਇੰਨਾ ਕੁ ਫਰਕ ਹੈ। ਪਰ ਸਿੱਖ ਨੂੰ ਪਹਿਲਾਂ ਆਪਾਂ ਜਿਵੇਂ ਪਤਾਵਾ ਸਿੰਘ ਨੇ ਕਿਹਾ ਸੀ, ਸਿੱਖ ਬਣਨਾ ਚਾਹੀਦਾ। ਸਵੇਰੇ ਉੱਠ ਕੇ ਜੋ ਗੁਰੂਆਂ ਦੇ ਅਨੁਸਾਰ ਆਪਾਂ ਨੂੰ ਦੱਸਿਆ ਵੀ ਪੰਜਾਂ ਬਾਣੀਆਂ ਨਿਤਨੇਮ ਕਰੋ, ਆਪਣੇ ਜੀਵਨ 'ਤੇ ਧਾਰੋ ਸਿੱਖੀ, ਆਪਣੇ ਬੱਚਿਆਂ ਨੂੰ ਸਿੱਖੀ ਬਣਾਓ। ਪਹਿਲਾਂ ਆਪਣੇ ਵੱਲ ਝਾਤੀ ਮਾਰੋ, ਦੂਜਿਆਂ ਵੱਲ ਦੂਜਿਆਂ ਦੀ ਨਿੰਦਿਆ ਮਤ ਕਰੋ, ਮਤ ਸਮਝੋ ਕੀ ਕਰਦਾ, ਸਿਰਫ ਆਪਾਂ ਆਪਣੇ 'ਤੇ ਹੀ ਟਿਕੇ ਰਹੀਏ। ਓਕੇ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਸਰਦਾਰ ਚਰਨਜੀਤ ਸਿੰਘ ਜੀ ਪਨੇਸਰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿਸਟੋਰੀਕਲੀ ਦੇਖਿਆ ਜਾਵੇ ਆਪਣੇ ਸਿੱਖਾਂ ਬਹੁਤ ਜ਼ਿਆਦਾ ਟਾਈਮ ਮੈਂ ਲੜਾਈਆਂ ਦੇ ਵਿੱਚ ਲੱਗ ਗਿਆ। ਮੈਂ 3-4 ਪੁਆਇੰਟ ਇਹ ਦੱਸੂਗਾ। ਅਤੇ ਦੂਸਰਾ ਇਹ ਹੈ ਕਿ ਸਿੱਖਾਂ ਦੇ ਵਿੱਚ ਇਸ ਲੜਾਈਆਂ ਕਰਕੇ ਆਪਣੇ ਸਿੱਖਾਂ ਨੂੰ ਇੰਨਾ ਮੌਕਾ ਨਹੀਂ ਲੱਗਿਆ ਕਿ ਆਪਣੇ ਆਪ ਨੂੰ ਕੰਸੋਲੀਡੇਟ ਕਰ ਸਕਣ। ਇਸ ਕਰਕੇ ਇਲਿਟਰੇਸੀ ਸਾਡੇ 'ਚ ਬਹੁਤ ਸੀ, ਇੱਥੇ ਤਾਂ ਹੀ ਕਿ ਜਿਸ ਵੇਲੇ ਅੰਟਿਲ ਅਬਾਊਟ 1900s ਜਾਣੀ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਪ੍ਰਕਾਸ਼ ਕਰਦੇ ਸੀ, ਇਹ ਆਪਣੇ ਅਜੇ ਪੰਡਿਤ ਹੁੰਦੇ ਸੀ ਪਿੰਡਾਂ ਦੇ ਵਿੱਚ, ਉਹੀਓ ਕਰਦੇ ਸੀ, ਰਾਈਟ। ਅਤੇ ਦੂਸਰਾ ਮੈਂ ਕਦੀ ਇਹ ਵੰਡਰ ਕਰਦਾ ਕਿ ਜੇ ਗੁਰੂ ਸਾਹਿਬ ਈਸਟ ਵੈਸਟ ਨਾਰਥ ਸਾਊਥ ਗਏ ਹੈ, ਕਿਤੇ ਇੱਥੇ ਵੈਸਟਰਨ ਯੂਰਪ ਵੀ ਕਿਤੇ ਆ ਜਾਂਦੇ ਤਾਂ ਸ਼ਾਇਦ ਸਾਡਾ ਰਿਲੀਜਨ ਬਹੁਤ ਸਪੈਂਡ ਕਰਨਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਡਾ ਦਿੱਤਾ ਹੋਇਆ ਸਮਾਂ ਹੁਣ ਅਸੀਂ ਮੇਰਾ ਖਿਆਲ ਹੈ ਕਿ ਬਰਮਿੰਘਮ ਜਾ ਰਹੇ ਹਾਂ। ਮੁੜ ਕੇ ਡਾਇਲੋਗ ਫਿਰ ਸ਼ੁਰੂ ਹੋਏਗਾ ਤੁਹਾਡੇ ਨਾਲ। ਉਹਨਾਂ ਦੇ ਵਿਚਾਰ ਸੁਣੋ, ਆਪਣੀਆਂ ਸਮੱਸਿਆਵਾਂ, ਆਪਣੇ ਹੱਲ, ਆਪਣੇ ਸੁਝਾਅ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਠੀਕ ਹੈ। ਕਾਲਸ ਤਾਂ ਦੇਖ ਲਿਓ ਜੇ 5-7 ਮਿੰਟ ਲੈਣੀਆਂ ਹੋਈਆਂ ਤਾਂ। ਠੀਕ ਹੈ ਜੀ, ਹਾਂ ਮੈਨੂੰ ਦੱਸ ਦਿਓ ਕਦੋਂ ਸ਼ੁਰੂ ਕਰਨਾ। ਠੀਕ, ਠੀਕ ਠੀਕ। ਬਹੁਤ ਧੰਨਵਾਦ ਉਹਨਾਂ ਸਾਰੇ ਸੱਜਣਾਂ ਦਾ ਜਿਹੜੇ ਈਸਟ ਲੰਡਨ ਦੇ ਸਿੰਘ ਸਭਾ ਗੁਰਦੁਆਰਾ 7 ਕਿੰਗ ਦੇ ਵਿੱਚ ਬੈਠੇ ਸਨ। ਉਹਨਾਂ ਨੇ ਬਹੁਤ ਸਾਰੇ ਖਿਆਲ ਦਿੱਤੇ। ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਹੈ, ਇਵੇਂ ਲੱਗਿਆ ਕਿ ਸ਼ਾਇਦ ਅਸੀਂ ਜਿਹੜੀ ਵਿਰਾਸਤ ਹੈ ਉਹ ਸਾਡਾ ਬਾਹਰੀ ਦਿੱਖ, ਸਾਡੀਆਂ ਇਮਾਰਤਾਂ ਤੱਕ ਹੀ ਸੀਮਤ ਹੈ। ਮੈਂ ਇੱਕ ਗੱਲ ਸਪਸ਼ਟ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਗੁਰੂ ਸਾਹਿਬ ਦਾ ਇਤਿਹਾਸ ਸਾਡੀ ਸਿੱਖ ਵਿਰਾਸਤ ਦੇ 2 ਥੰਮ ਹਨ। ਵਿਰਾਸਤ ਡਿਵੈਲਪ ਕੀਤੀ ਜਾਂਦੀ ਹੈ, ਸਾਡਾ ਹੈਰੀਟੇਜ ਬਣਾਇਆ ਜਾਂਦਾ ਹੈ। ਗੁਰੂ ਸਾਹਿਬਾਂ ਨੇ ਆਪਣੇ ਜੀਵਨ ਦੇ ਵਿੱਚ ਬਾਣੀ ਉਚਾਰਨ ਕਰਨ ਦੇ ਨਾਲ ਨਾਲ ਵਿਰਾਸਤ ਤੌਰ ਦੇ ਉੱਤੇ ਜਿਹੜੇ ਉਹਨਾਂ ਨੇ ਸਾਨੂੰ ਸੇਧ ਦਿੱਤੀ, ਉਹ ਤੋਂ ਹੀ ਅਸੀਂ ਆਪਣੇ ਜੀਵਨ ਦੀ ਘਾੜਤ ਘੜਨੀ ਹੈ। ਇਸ ਕਰਕੇ ਇਹ ਨਾ ਸਮਝਿਆ ਜਾਏ ਕਿ ਪ੍ਰੋਗਰਾਮ 'ਤੇ ਅਸੀਂ ਸਿੱਖ ਵਿਰਾਸਤ ਦਾ ਸ਼ੁਰੂ ਕਰਨ ਦੀ ਗੱਲ ਕਰਦੇ ਸੀ ਅਤੇ ਗੱਲ ਫਿਰ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਕਰ ਦਿੱਤੀ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਸਿੱਖ ਵਿਰਾਸਤ ਦੀ ਨੀਂਹ ਰੱਖੀ ਸੀ। ਜਦੋਂ ਸਚਿਆਰ ਬਣਨ ਦੀ ਗੱਲ ਕੀਤੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਕਿ ਮਨੁੱਖ ਸਚਿਆਰ ਕਿਵੇਂ ਬਣ ਸਕਦਾ। ਯਾਦ ਰੱਖੀਏ ਕਿ ਧਰਮ ਦੀ ਜ਼ਰੂਰਤ ਆਪਣੇ ਜੀਵਨ ਦੇ ਵਿੱਚੋਂ ਕਲਾ ਕਲੇਸ਼ ਖਤਮ ਕਰਨ ਵਾਸਤੇ ਹੁੰਦੀ ਹੈ। ਆਪਣੇ ਜੀਵਨ ਦੇ ਵਿੱਚ ਸ਼ਾਂਤੀ ਪੈਦਾ ਕਰਨ ਵਾਸਤੇ, ਸੁੱਖ ਪੈਦਾ ਕਰਨ ਵਾਸਤੇ ਹਰ ਮਨੁੱਖ ਚਾਹੁੰਦਾ ਹੈ ਕਿ ਸੰਸਾਰ ਦੇ ਵਿੱਚ ਮੈਂ ਸੁਖੀ ਜੀਵਨ ਜੀਵਾਂ, ਸੰਸਾਰ ਦੇ ਵਿੱਚ ਜ਼ਿੰਦਗੀ ਜਿਉਂਦਿਆਂ ਮੈਨੂੰ ਕੋਈ ਤਕਲੀਫ ਨਾ ਹੋਵੇ,
ਗੁਰੂ ਨਾਨਕ ਸਾਹਿਬ ਨੇ ਇਹੀ ਗੱਲ ਆਖੀ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰਪਾਹੀ ਜੀਓ, ਛੋਡੋ ਬੇਸ ਭੇਖ ਚੁਤਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਈ ਜੀਓ। ਹੇ ਮੇਰੇ ਮਨ, ਤੂੰ ਆਪਣੀ ਗੁਰੂ ਦੀ ਸਿੱਖਿਆ ਤੇ ਟਿਕਿਆ ਰਹੋ, ਦੁਬਦਾ ਵਿੱਚ ਨਾ ਪੈ, ਦੁਬਦਾ ਵਿੱਚ ਪੈ ਕੇ ਆਸੇ ਪਾਸੇ ਨਾ ਝਾਕ। ਇੱਕ ਸੱਜਣ ਕਹਿ ਰਹੇ ਸਨ ਕਿ ਜਿਵੇਂ ਪੰਡਿਤ ਮੰਤਰ ਪੜ੍ਹਦਾ ਸੀ ਤੇ ਉਹਦੀ ਉਹ ਭੇਟਾ ਲੈਂਦਾ ਸੀ, ਕਿਉਂਕਿ ਉਹ ਭੇਟਾ ਲੈ ਕੇ ਕੀਤਾ ਹੋਇਆ ਕੰਮ ਸੀ। ਨਾ ਮੰਤਰ ਪੜ੍ਹਨ ਵਾਲੇ ਨੂੰ ਕੋਈ ਪ੍ਰਾਪਤੀ ਹੁੰਦੀ ਸੀ ਤੇ ਨਾ ਹੀ ਮੰਤਰ ਪੜ੍ਹਾਉਣ ਵਾਲੇ ਨੂੰ ਕੋਈ ਪ੍ਰਾਪਤੀ ਹੁੰਦੀ ਸੀ। ਉਹਨਾਂ ਇਹ ਗੱਲ ਦਾ ਉਦਾਹਰਣ ਦਿੱਤੀ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਭੇਟਾ ਦੇ ਕੇ, ਪੈਸੇ ਦੇ ਕੇ ਕਰਵਾਉਣਾ, ਆਪ ਨਾ ਸੁਣਨਾ, ਆਪ ਨਾ ਸਮਝਣ ਦਾ ਯਤਨ ਕਰਨਾ, ਆਪ ਬਾਣੀ ਪੜ੍ਹੀ ਹੋਈ ਦੀ ਵਿਚਾਰ ਨਾ ਕਰਨੀ, ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਪੰਡਿਤ ਵੇਦਾਂ ਦੇ ਮੰਤਰ ਪੜ੍ਹਦਾ ਸੀ, ਆਪਣੇ ਜਜਮਾਨਾਂ ਕੋਲੋਂ ਭੇਟਾ ਲੈਂਦਾ ਸੀ, ਪੈਸੇ ਲੈਂਦਾ ਸੀ, ਪੈਸੇ ਲੈ ਕੇ ਇਹ ਕੁਛ ਕਰਦਾ ਸੀ। ਉਹਦਾ ਨਾ ਉਹਨੂੰ ਪੜ੍ਹਨ ਵਾਲੇ ਨੂੰ ਕੋਈ ਫਾਇਦਾ ਹੁੰਦਾ ਸੀ, ਨਾ ਪੜ੍ਹਾਉਣ ਵਾਲੇ ਨੂੰ ਫਾਇਦਾ ਹੁੰਦਾ ਸੀ। ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਐਸੀਆਂ ਘਟਨਾਵਾਂ ਘਟੀਆਂ ਜਿਹਦੇ ਵਿੱਚੋਂ ਐਸੀਆਂ ਸੇਧਾਂ ਮਿਲਦੀਆਂ। ਸੁਲਤਾਨਪੁਰ ਦਾ ਗੁਰਦੁਆਰਾ ਅੰਤਰਜਾਮਤਾ ਸਾਹਿਬ, ਕਾਜ਼ੀ ਤੇ ਸ਼ਾਹੀ ਜਿਹੜਾ ਹਾਕਮ ਹੈ ਉਹਦੇ ਨਾਲ ਨਮਾਜ਼ ਪੜ੍ਹਨ ਦੀ ਘਟਨਾ ਆਪਾਂ ਸਾਰੇ ਜਾਣਦੇ ਹਾਂ, ਉਸ ਨੂੰ ਮੈਂ ਦੁਹਰਾਉਣਾ ਨਹੀਂ ਚਾਹੁੰਦਾ ਹੁਣ, ਕਿ ਗੁਰੂ ਜੀ ਨੇ ਕਹਿ ਦਿੱਤਾ ਸੀ ਕਿ ਸਿਰਫ ਕਰਮਕਾਂਡ ਦੇ ਰੂਪ ਦੇ ਵਿੱਚ ਪੜ੍ਹਿਆ ਹੋਇਆ ਧਰਮ ਦਾ ਗਿਆਨ, ਧਰਮ ਦਾ ਵੇਦਾਂ ਦਾ ਪਾਠ ਜਾਂ ਕਿਸੇ ਹੋਰ ਧਾਰਮਿਕ ਪੁਸਤਕ ਦੇ ਪਾਠ ਦੇ ਨਾਲ ਪ੍ਰਾਪਤੀ ਨਹੀਂ ਹੁੰਦੀ। ਜਦੋਂ ਸਚਿਆਰ ਬਣਨ ਦੀ ਗੱਲ ਕਰਦੇ ਹਾਂ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਸਚਿਆਰ ਬਣਨ ਦਾ ਇੱਕ ਅਗਲਾ ਅੰਗ ਹੈ, ਅਗਲਾ ਹਿੱਸਾ ਹੈ। ਜਪਜੀ ਸਾਹਿਬ ਦੀ ਅਗਲੀ ਪੌੜੀ 'ਚ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੂਝੈ ਹੋਵੇ ਸਚਿਆਰ, ਧਵਲੇ ਉੱਪਰ ਕੇਤਾ ਭਾਰ। ਕਿ ਮਨੁੱਖ ਦੇ ਜੀਵਨ ਦਾ ਆਧਾਰ ਹੈ, ਜਿਹੜਾ ਆਸਰਾ ਜਿਹੜਾ ਹੈ, ਉਹ ਧਰਮ ਹੈ। ਮਨੁੱਖ ਆਪਣੀ ਜ਼ਿੰਦਗੀ ਨੂੰ ਸ਼ਾਂਤੀ ਨਾਲ ਪੀਸ ਦੇ ਵਿੱਚ ਆਨੰਦਮਈ ਜਿਉ ਹੀ ਨਹੀਂ ਸਕਦਾ ਜੇ ਉਹਦੇ ਜ਼ਿੰਦਗੀ ਦਾ ਜਿਹੜਾ ਆਧਾਰ ਹੈ ਉਹ ਧਰਮ ਨਹੀਂ ਤਾਂ। ਤੇ ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਤੇ ਉਸ ਨੂੰ ਸੰਤੋਖ ਦੇ ਧਾਗੇ ਦੇ ਵਿੱਚ ਪਰੋ ਕੇ ਰੱਖਿਆ ਹੋਇਆ। ਜੇ ਕੋ ਬੂਝੈ ਹੋਵੇ ਸਚਿਆਰ, ਜਿਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਦਇਆ ਤੋਂ ਬਗੈਰ ਧਰਮ ਨਹੀਂ ਹੁੰਦਾ ਤੇ ਸੰਤੋਖ ਤੋਂ ਬਗੈਰ ਦਇਆ ਨਹੀਂ ਹੁੰਦੀ, ਪਹਿਲਾਂ ਮਨੁੱਖ ਸੰਤੋਖੀ ਹੁੰਦਾ, ਫਿਰ ਉਹ ਦਇਆ ਕਰਦਾ, ਫਿਰ ਉਹ ਧਰਮੀ ਬਣਦਾ ਹੈ। ਤੇ ਮਨੁੱਖ ਦੇ ਜੀਵਨ ਦੇ ਵਿੱਚ ਧਰਮ ਦਾ ਕਿੱਡਾ ਵੱਡਾ ਰੋਲ ਹੈ, ਕਿਉਂਕਿ ਇਸ ਰਾਹੀਂ ਹੀ ਉਹਨੇ ਆਪਣੇ ਜੀਵਨ ਨੂੰ ਸਚਿਆਰ ਬਣਾਉਣਾ ਹੁੰਦਾ ਹੈ। ਹੋਰ ਬਹੁਤ ਸਾਰੀਆਂ ਵਿਚਾਰਾਂ ਆਈਆਂ। ਇਹ ਬਹੁਤ ਪਹਿਲਾ ਪ੍ਰੋਗਰਾਮ ਸੀ। ਉਹਨਾਂ ਸਾਰੇ ਸੱਜਣਾਂ ਦਾ ਹੀ ਮੈਂ ਆਪਣੇ ਵੱਲੋਂ ਵੀ ਤੇ ਸਿੱਖ ਚੈਨਲ ਦੀ ਪ੍ਰੋਡਕਸ਼ਨ ਟੀਮ ਵੱਲੋਂ ਵੀ ਤੇ ਪ੍ਰਬੰਧ ਵੱਲੋਂ ਵੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਮਾਂ ਕੱਢ ਕੇ ਅੱਜ ਬਿਲਕੁਲ ਪਹਿਲਾ ਪ੍ਰੋਗਰਾਮ, ਅੱਜ ਅਸੀਂ ਨਵੀਆਂ ਪਿਰਤਾਂ ਪਾਉਣੀਆਂ ਸਨ। ਕਈ ਵਾਰੀ ਚੱਲਦੀ ਗੱਲ ਨੂੰ ਜਾਰੀ ਰੱਖਣਾ ਬੜਾ ਆਸਾਨ ਹੁੰਦਾ ਹੈ, ਨਵੀਂ ਗੱਲ ਸ਼ੁਰੂ ਕਰਕੇ ਕਰਨੀ ਜਿਹੜੀ ਹੈ ਬੜੀ ਮੁਸ਼ਕਲ ਹੁੰਦੀ ਹੈ। ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਭ ਤੋਂ ਪੁਰਾਣੀ ਸਿੰਘ ਸਭਾ ਇੰਗਲੈਂਡ ਦੇ ਸੂਝਵਾਨ ਸੱਜਣ ਜਿਹੜੇ ਸਨ, ਉਹਨਾਂ ਦੇ ਇਕੱਠ ਦੇ ਵਿੱਚ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਇਹ ਲਾਂਚ ਕੀਤਾ ਗਿਆ ਹੈ। ਮੇਰੇ ਬਹੁਤ ਸਾਰੇ ਉਹਨਾਂ ਵਿੱਚੋਂ ਸੱਜਣ ਮਿੱਤਰ ਨੇ ਪੁਰਾਣੇ, ਮੇਰੇ ਵਾਕਿਫ ਨੇ, ਉਹ ਮੈਨੂੰ ਮਾਣ ਆ ਉਹਨਾਂ ਦੀਆਂ ਦੋਸਤੀਆਂ ਦੇ ਉੱਤੇ। ਉਹਨਾਂ ਨੇ ਅੱਜ ਆ ਕੇ ਸਾਨੂੰ ਬਹੁਤ ਚੰਗੇ ਸੁਝਾਅ ਦਿੱਤੇ। ਮੈਂ ਇੱਥੇ ਇੱਕ ਬੇਨਤੀ ਕਰਾਂ ਦਰਸ਼ਕਾਂ ਦੇ ਲਈ, ਕਿਉਂਕਿ ਅੱਗੋਂ ਵਾਸਤੇ ਅਸੀਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ, ਗੁਰਦੁਆਰਾ ਸਾਹਿਬਾਂ ਦੇ ਵਿੱਚ ਇਸ ਤਰ੍ਹਾਂ ਦੇ ਇਹ ਪ੍ਰੋਗਰਾਮ ਜਿਹੜੇ ਹੈ ਇਹ ਅਸੀਂ ਕਰਨੇ ਹੈ। ਆਉਣ ਵਾਲੇ ਪ੍ਰੋਗਰਾਮਾਂ ਦੇ ਲਈ ਵੀ ਇੱਕ ਅਸੀਂ ਸੇਧ ਇਹ ਲੈਣੀ ਹੈ। ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਸਿੱਖ ਕੌਮ ਸੰਸਾਰ ਦੇ ਉੱਤੇ ਢਹਿੰਦੀ ਕਲਾ ਵਿੱਚ ਜਾਂਦੀ ਹੈ ਤੇ ਅਸੀਂ ਕੋਈ ਪ੍ਰਾਪਤੀ ਨਹੀਂ ਕੀਤੀ, ਇਵੇਂ ਨਹੀਂ ਲੈਣਾ। ਸਿੱਖ ਢਹਿੰਦੀ ਕਲਾ ਵਾਲੀ ਗੱਲ ਸੋਚ ਹੀ ਨਹੀਂ ਸਕਦਾ। ਅਸੀਂ ਬੜੀਆਂ ਪ੍ਰਾਪਤੀਆਂ ਕੀਤੀਆਂ ਸੰਸਾਰ ਦੇ ਉੱਤੇ। ਅੱਜ ਸਿੱਖ ਸੰਸਾਰ ਦੇ ਹਰ ਕੋਨੇ ਦੇ ਵਿੱਚ ਗਿਆ, ਜਿੱਥੇ ਵੀ ਉਹ ਗਿਆ ਉਸਨੇ ਗੁਰੂ ਦੀ ਬਖਸ਼ਿਸ਼ ਦੇ ਨਾਲ ਆਪਣੇ ਆਲੇ ਦੁਆਲੇ ਦੇ ਸਮਾਜ ਦੇ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹੈ। ਇਹ ਗੱਲ ਮੰਨੀ ਜਾਂਦੀ ਹੈ ਕਿ ਸ਼ਖਸੀ ਰੂਪ ਦੇ ਵਿੱਚ ਸਿੱਖ ਬਹੁਤ ਪ੍ਰਾਪਤੀ ਕਰਦਾ ਹੈ, ਪਰ ਜਮਾਤੀ ਰੂਪ ਦੇ ਵਿੱਚ
ਉਹ ਓਨੀ ਪ੍ਰਾਪਤੀ ਨਹੀਂ ਕਰ ਸਕਿਆ। ਜਦੋਂ ਅਸੀਂ ਇਕੱਠੇ ਹੋ ਕੇ ਕੋਈ ਗੱਲ ਕਰਨ ਦਾ ਯਤਨ ਕਰਦੇ ਹਾਂ, ਉੱਥੇ ਸਾਡੀਆਂ ਪ੍ਰਾਪਤੀਆਂ ਥੋੜ੍ਹੀਆਂ ਘੱਟ ਹੈ। ਜਦੋਂ ਅਸੀਂ ਨਿੱਜੀ ਤੌਰ 'ਤੇ ਕੰਮ ਕਰਦੇ ਹਾਂ, ਅਸੀਂ ਆਪਣੀ ਮਿਹਨਤ ਦੇ ਨਾਲ, ਆਪਣੀ ਕਾਬਲੀਅਤ ਦੇ ਨਾਲ ਤੇ ਆਪਣੀ ਗੁਰੂ ਦੇ ਜਿਹੜੀ ਸਿੱਖਿਆ ਉਹਦੇ ਕਰਕੇ ਅਸੀਂ ਸੰਸਾਰ ਦੇ ਹਰ ਕੋਨੇ ਦੇ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਆ। ਇਸ ਤੇ ਸਾਨੂੰ ਮਾਣ ਕਰਨ ਵਾਲੀ ਗੱਲ ਹੈ, ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਗੱਲ ਹੈ। ਉਸ ਦੇ ਬਾਵਜੂਦ ਵੀ ਇਸ ਗੱਲ ਤੋਂ ਅੱਖਾਂ ਨਹੀਂ ਮੋੜੀਆਂ ਜਾ ਸਕਦੀਆਂ, ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ, ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਅੱਜ ਸਾਡੇ ਪਰਿਵਾਰਾਂ ਦੇ ਵਿੱਚ ਅੱਜ ਉਹ ਸ਼ਾਂਤੀ ਵਾਲਾ ਮਾਹੌਲ ਘਟਦਾ ਜਾ ਰਿਹਾ ਹੈ। ਅੱਜ ਸਾਡੇ ਪਰਿਵਾਰਾਂ ਦੀਆਂ ਸਮੱਸਿਆਵਾਂ ਉਹਨਾਂ ਲੋਕਾਂ ਨਾਲੋਂ ਵੱਖਰੀਆਂ ਨਹੀਂ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਮੰਨਦੇ ਹਾਂ, ਗੁਰੂ ਸਾਹਿਬ ਨੇ ਸਾਨੂੰ ਇੰਨੀ ਸਿਹਤਮੰਦ ਵਿਰਾਸਤ ਦਿੱਤੀ ਹੈ, ਜੀਵਨ ਜਾਚ ਦਿੱਤੀ ਹੈ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਦਿੱਤਾ ਹੈ, ਫਿਰ ਲਾਜ਼ਮੀ ਗੱਲ ਸੀ ਕਿ ਸਾਡਾ ਜਿਹੜਾ ਜੀਵਨ ਹੈ, ਸਾਡੇ ਦੂਸਰੇ ਲੋਕੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ, ਉਹਨਾਂ ਨਾਲੋਂ ਵੱਧ ਆਰਾਮਦਾਇਕ ਤੇ ਸੁਖਦਾਈ ਤੇ ਸ਼ਾਂਤਮਈ ਤੇ ਆਨੰਦਮਈ ਹੋਣਾ ਚਾਹੀਦਾ ਸੀ, ਪਰ ਹੋ ਨਹੀਂ ਸਕਿਆ। ਸੱਜਣਾ, ਇਹ ਵੀ ਸੁਨੇਹਾ ਦਿੱਤਾ ਹੈ ਕਿ ਸ਼ਬਦ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ। ਗੁਰੂ ਸਾਹਿਬ ਨੇ ਬਾਰ-ਬਾਰ ਇਹ ਤਾਕੀਦ ਕੀਤੀ ਹੈ ਕਿ ਜੇ ਸੱਚਮੁੱਚ ਹੀ ਕੋਈ ਜ਼ਿੰਦਗੀ ਦੀ ਸੇਧ ਲੈਣੀ ਚਾਹੁੰਦਾ ਹੈ ਤੇ ਸ਼ਬਦ ਦੀ ਵਿਚਾਰ ਕਰਿਆ ਕਰ। ਜਦ ਤੱਕ ਵਿਚਾਰ ਨਹੀਂ ਕਰਾਂਗੇ, ਸਾਨੂੰ ਕਿਵੇਂ ਸਮਝ ਆਏਗੀ ਕਿ ਸਤਿਗੁਰੂ ਜੀ ਦਾ ਇਸ ਸਮੱਸਿਆ ਦੇ ਸੰਬੰਧ ਵਿੱਚ ਸਾਡੇ ਲਈ ਬਚਨ ਕੀ ਹੈ, ਸਾਡੇ ਲਈ ਸੇਧ ਕੀ ਹੈ। ਹੋਰ ਵੀ ਬਹੁਤ ਸਾਰੀਆਂ ਤੁਹਾਡੇ ਆਏ ਹੈਗੇ ਨੇ। ਇੱਕ ਸੱਜਣ ਜੀ ਨੇ ਆਪਾ ਚੀਨਣ ਦੀ ਗੱਲ ਕੀਤੀ, ਸਵੈ ਪੜਚੋਲ ਦੀ ਗੱਲ ਕੀਤੀ। ਮੈਂ ਹਮੇਸ਼ਾ ਹੀ ਇਸ ਗੱਲ ਤੇ ਜ਼ੋਰ ਦਿੰਦਾ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਕਹੋ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਜਦੋਂ ਤੱਕ ਅਸੀਂ ਸਵੈ ਪੜਚੋਲ ਨਹੀਂ ਕਰਾਂਗੇ, ਸਾਡੇ ਭਰਮ ਭੁਲੇਖੇ ਦੂਰ ਨਹੀਂ ਹੋਣਗੇ। ਤੇ ਮੈਂ ਇੱਕ ਗੱਲ ਇੱਥੇ ਸਪਸ਼ਟ ਕਰਦੇ ਹਾਂ ਬਹੁਤ ਸਤਿਕਾਰ ਸਹਿਤ, ਇਹ ਜਿਹੜਾ ਉਦਮ ਸਿੱਖ ਚੈਨਲ ਦਾ ਹੈ, ਦਰਅਸਲ ਇਹ ਸਾਨੂੰ ਆਪਾ ਚੀਨਣ ਦਾ ਇੱਕ ਉਪਰਾਲਾ ਕਰਨ ਦਾ ਯਤਨ ਹੈ। ਅਸੀਂ ਆਪਣੀ ਪੜਚੋਲ ਕਰ ਸਕੀਏ, ਅਸੀਂ ਆਪਣੇ ਆਪ ਨੂੰ ਐਨਾਲਾਈਜ਼ ਕਰ ਸਕੀਏ ਕਿ ਅਸੀਂ ਅੱਜ ਤੱਕ ਕਿੰਨੀਆਂ ਪ੍ਰਾਪਤੀਆਂ ਕੀਤੀਆਂ ਤੇ ਕਿੰਨੀਆਂ ਪ੍ਰਾਪਤੀਆਂ ਕਰਨ ਵਾਲੀਆਂ ਬਾਕੀ ਰਹਿੰਦੀਆਂ ਹੈ ਤੇ ਉਹਨਾਂ ਨੂੰ ਕਿਵੇਂ ਅਸੀਂ ਕਰਨਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ 100% ਐਫਰਟਸ ਕਰਨ ਤੋਂ ਬਾਅਦ ਪ੍ਰਾਪਤੀ ਸਿਰਫ 10% ਹੀ ਕਰੀਏ। ਇਹ ਸਾਡੀਆਂ ਕੋਸ਼ਿਸ਼ਾਂ ਕਰਨ ਦੇ ਤਰੀਕਿਆਂ ਤੇ ਇਹ ਡਿਪੈਂਡ ਕਰਦਾ ਹੁੰਦਾ ਹੈ। ਅਸੀਂ ਘੱਟ ਕੋਸ਼ਿਸ਼ ਨਾਲ ਵੱਧ ਪ੍ਰਾਪਤੀ ਵਾਲੇ ਸਿੱਟੇ ਜਿਹੜੇ ਹੈ ਉਹ ਕੱਢਣੇ ਹੈ, ਤਾਂ ਕਿ ਜਿਹੜੀਆਂ ਸਾਡੀਆਂ ਕੋਸ਼ਿਸ਼ਾਂ ਹੈ, ਸਾਡੀਆਂ ਐਫਰਟਸ ਹੈ, ਉਹ ਵੇਸਟ ਨਾ ਹੋਣ। ਜਦੋਂ ਅਸੀਂ ਸਿੱਖ ਵਿਰਾਸਤ ਤੋਂ ਆਪਣੀ ਜ਼ਿੰਦਗੀ ਦੀ ਸੇਧ ਲੈਣ ਦੀ ਗੱਲ ਕਰਦੇ ਹਾਂ, ਗੁਰੂ ਸਾਹਿਬ ਨੇ 10 ਜਾਮਿਆਂ ਦੇ ਵਿੱਚ ਰਹਿ ਕੇ ਪੜਾਅ ਦਰ ਪੜਾਅ, ਸਟੈਪ ਬਾਈ ਸਟੈਪ, ਕਦਮ ਦਰ ਕਦਮ ਸਾਨੂੰ ਵੱਖ-ਵੱਖ ਜ਼ਿੰਦਗੀ ਦੇ ਸਿਧਾਂਤ ਦਿੱਤੇ ਹੈ, ਵੱਖ-ਵੱਖ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਦਿੱਤੇ ਹੈ। ਇਹ ਇੱਕ ਜੀਵਨ ਮਾਰਗ ਸੀ, ਇੱਕ ਚੰਗੇ ਮਨੁੱਖ ਦੀ ਘਾਟ ਘੜਨ ਵਾਸਤੇ, ਇੱਕ ਸਚਿਆਰ ਮਨੁੱਖ ਨੂੰ ਪੈਦਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਨੇ 1469 ਨੂੰ ਇਸ ਸੰਸਾਰ ਤੇ ਪ੍ਰਕਾਸ਼ਮਾਨ ਹੋ ਕੇ 1699 ਦੀ ਵਿਸਾਖੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਰੂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। 1708 ਈਸਵੀ ਤੱਕ ਜੋਤੀ ਜੋਤ ਸਮਾਉਣ ਤੱਕ ਇਸ ਲਹਿਰ ਦੀ, ਇਸ ਧਰਮ ਦੀ ਅਗਵਾਈ ਕੀਤੀ ਸੀ। 239 ਸਾਲ ਦੇ ਵਿੱਚ ਸਟੈਪ ਬਾਈ ਸਟੈਪ, ਇੱਕ ਕਦਮ ਕਰਕੇ ਇੱਕ ਐਸੇ ਮਨੁੱਖ ਦੀ ਘਾਟ ਘੜੀ ਗਈ ਸੀ। ਤੇ ਅਸੀਂ ਇਸ ਪ੍ਰੋਗਰਾਮ ਰਾਹੀਂ ਉਹ ਜਿਹੜੇ ਸਟੈਪ ਸਨ, ਉਹ ਹਰ ਸਮੇਂ ਦੇ ਉੱਤੇ ਗੁਰੂ ਸਾਹਿਬਾਂ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ ਸੀ, ਉਹਦੀ ਅਸੀਂ ਗੱਲ ਕਰਨੀ ਹੈ, ਉਹਨੂੰ ਅਸੀਂ ਯਾਦ ਕਰਨਾ ਹੈ, ਉਹਦੇ ਨਾਲ ਆਪਣੀ ਸਾਂਝ ਬਣਾਉਣੀ ਹੈ ਇਤਿਹਾਸਿਕ ਰੂਪ ਦੇ ਵਿੱਚ। ਫਿਰ ਉਹਦੇ ਵਿੱਚ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਹੈ, ਉਹਦੇ ਮੁਤਾਬਕ ਆਪਣੇ ਆਪ ਨੂੰ ਪੜਚੋਲ ਕਰਨਾ ਹੈ, ਆਪਣੀ ਪੜਚੋਲ ਕਰਨੀ ਹੈ, ਸਵੈ ਪੜਚੋਲ ਕਰਨੀ ਹੈ। ਫਿਰ ਪੜਚੋਲ ਕਰਨ ਤੋਂ ਬਾਅਦ ਇਹ ਸਿੱਟੇ ਤੇ ਪੁੱਜਣਾ ਹੈ ਕਿ ਇੰਨਾ ਕੁਝ ਕਰਨ ਤੋਂ ਬਾਅਦ ਅਸੀਂ ਕਿੰਨਾ ਕੁ ਪ੍ਰਾਪਤ ਕਰ ਲਿਆ ਤੇ ਕਿੰਨਾ ਕੁ ਪ੍ਰਾਪਤ ਕਰਨ ਵਾਲਾ ਅਜੇ ਰਹਿੰਦਾ ਹੈ। ਮੁਸਾਫਿਰ ਸ਼ਬ ਕੋ ਉਠਤੇ हैं जो जाना दूर होता है।
ਇਲਾਮਾ ਇਕਬਾਲ ਦਾ ਸ਼ੇਰ ਹੈ, ਜਿਨ੍ਹਾਂ ਮੁਸਾਫਰਾਂ ਦੀ ਮੰਜ਼ਿਲ ਦੂਰ ਹੁੰਦੀ ਹੈ ਉਹ ਤੜਕੇ ਹੀ ਉੱਠ ਕੇ ਆਪਣਾ ਸਫ਼ਰ ਸ਼ੁਰੂ ਕਰ ਦਿੰਦੇ ਹੈ। ਗੁਰੂ ਨਾਨਕ ਨੇ ਸਮੁੱਚੀ ਮਨੁੱਖਤਾ ਨੂੰ ਆਨੰਦਮਈ ਜੀਵਨ ਦੇਣ ਦਾ ਉਪਰਾਲਾ ਕੀਤਾ ਸੀ। ਗੁਰੂ ਨਾਨਕ ਦਾ ਧਰਮ, ਗੁਰੂ ਨਾਨਕ ਦੀ ਸਿੱਖਿਆ ਸਿਰਫ ਸਿੱਖਾਂ ਤੱਕ ਸੀਮਤ ਨਹੀਂ ਹੈ, ਇਹ ਪੂਰੀ ਮਨੁੱਖਤਾ ਦਾ ਧਰਮ ਹੈ। ਅੱਜ ਅਸੀਂ ਆਪਣੀ ਗਿਣਤੀ, ਅੱਜ ਸਿੱਖਾਂ ਦੀ 4.5 ਕਰੋੜ ਦੀ ਗਿਣਤੀ ਸੰਸਾਰ ਦੇ ਵਿੱਚ ਮੰਨੀ ਜਾਂਦੀ ਹੈ ਤੇ ਉਹਨਾਂ ਨੇ ਵੀ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਪਰ ਸਾਡੇ ਆਸ-ਪਾਸ, ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ ਬਹੁਤ ਕੁਝ ਐਸਾ ਹੋ ਰਿਹਾ ਹੈ ਜਿਹੜਾ ਸੁਖਾਵਾਂ ਨਹੀਂ। ਅੱਜ ਸੰਸਾਰ ਦੀ ਬਹੁਤ ਵੱਡੀ ਗਿਣਤੀ ਭੁੱਖਮਰੀ ਦਾ ਸ਼ਿਕਾਰ ਹੈ। ਸੰਸਾਰ ਦੇ ਬਹੁਤ ਸਾਰੇ ਲੋਕ ਦੁੱਖਾਂ, ਬਿਮਾਰੀਆਂ ਦੇ ਸ਼ਿਕਾਰ ਹੈ। ਸੰਸਾਰ ਦੇ ਬਹੁਤ ਸਾਰੇ ਐਸੇ ਲੋਕ ਹੈ ਜਿਨ੍ਹਾਂ ਦੇ ਕੋਲ ਸਿਰ ਢੱਕਣ ਵਾਸਤੇ ਛੱਤ ਨਹੀਂ, ਪਹਿਨਣ ਵਾਸਤੇ ਕੱਪੜੇ ਨਹੀਂ, ਖਾਣ ਵਾਸਤੇ ਖੁਰਾਕ ਨਹੀਂ। ਉਹਨਾਂ ਨੂੰ ਵੀ ਪ੍ਰਮਾਤਮਾ ਅਕਾਲ ਪੁਰਖ ਨੇ ਪੈਦਾ ਕਰਕੇ ਇਸ ਸੰਸਾਰ ਤੇ ਭੇਜਿਆ। ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਵੀ ਸਾਡਾ ਫਰਜ਼ ਬਣਦਾ ਹੈ। ਜੇ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਪੂਰਨ ਤੌਰ ਤੇ ਹੱਲ ਨਹੀਂ ਕਰ ਸਕਦੇ ਤੇ ਘੱਟ ਤੋਂ ਘੱਟ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਵਾਸਤੇ ਉਦਮ ਤਾਂ ਕਰ ਸਕਦੇ ਹਾਂ। ਇੱਕ ਸੱਜਣ ਨੇ ਆਖਿਆ ਸੀ ਕਿ ਅੱਜ ਨਾਸਾ ਵਾਲੇ ਵੀ, ਜਿਹੜੇ ਸਪੇਸ ਏਜੰਸੀ ਹੈ ਜਿਹੜੀ ਅਮਰੀਕਾ ਦੀ, ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ। ਉਹ ਵੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈ ਕੇ ਸਾਇੰਸ ਦੀਆਂ ਨਵੀਆਂ ਜਿਹੜੀਆਂ ਖੋਜਾਂ ਹੈ, ਨਵੀਆਂ ਡਿਵੈਲਪਮੈਂਟਸ ਜਿਹੜੀਆਂ ਉਹ ਕਰਦੇ ਹੈ ਤਾਂ ਕਿ ਮਨੁੱਖਤਾ ਨੂੰ ਸੁਖੀ ਕੀਤਾ ਜਾ ਸਕੇ। ਸਾਇੰਸ ਦੀਆਂ ਜਿੰਨੀਆਂ ਵੀ ਪ੍ਰਾਪਤੀਆਂ ਹੈ, ਸਾਇੰਸ ਦੀਆਂ ਜਿੰਨੀਆਂ ਵੀ ਨਵੀਆਂ ਤੋਂ ਨਵੀਆਂ ਕਾਢਾਂ ਹੈ, ਉਹ ਸਾਰੀਆਂ ਹੀ ਮਨੁੱਖ ਨੂੰ ਆਰਾਮਦਾਇਕ ਜੀਵਨ ਦੇਣ ਵਾਸਤੇ ਹੈ, ਮਨੁੱਖ ਨੂੰ ਸੁਖੀ ਜੀਵਨ ਪ੍ਰਦਾਨ ਕਰਨ ਵਾਸਤੇ ਹੈ। ਇਹ ਗੱਲ ਵੱਖਰੀ ਹੈ ਕਿ ਜੇ ਸਾਇੰਸ ਨੇ ਮਨੁੱਖ ਨੂੰ ਸੁੱਖ ਦੇਣ ਵਾਸਤੇ ਐਟਮ ਦੀ ਤਲਾਸ਼ ਕੀਤੀ ਸੀ ਤੇ ਇਸੇ ਸ਼ਰਾਰਤੀ ਮਨ ਨੇ ਉਸੇ ਐਟਮ ਦੀ ਦੁਰਵਰਤੋਂ ਕਰਕੇ ਮਨੁੱਖਤਾ ਨੂੰ ਨਾਸ ਕਰਨ ਵਾਸਤੇ ਐਟਮ ਬੰਬ ਵੀ ਬਣਾ ਲਿਆ। ਇਹ ਗੱਲ ਵੱਖਰੀ ਹੈ। ਕੁਦਰਤ ਨੇ ਅੱਗ ਪੈਦਾ ਕੀਤੀ ਹੈ ਐਨਰਜੀ ਦੇ ਰੂਪ ਦੇ ਵਿੱਚ ਮਨੁੱਖਤਾ ਦਾ ਕੰਮ ਕਰਨ ਵਾਸਤੇ। ਕੋਈ ਮੂਰਖ ਉਸੇ ਅੱਗ ਦੇ ਨਾਲ ਆਪਣਾ ਘਰ ਸਾੜ ਬੈਠੇ ਤੇ ਇਹ ਉਹਦੀ ਆਪਣੀ ਮੂਰਖਤਾ ਹੈ। ਤੇ ਗੁਰੂ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਮਨੁੱਖਤਾ ਦੇ ਭਲੇ ਵਾਸਤੇ ਹਮੇਸ਼ਾ ਤਿਆਰ ਰਹਿਣਾ ਹੈ ਤੇ ਮਨੁੱਖਤਾ ਦਾ ਭਲਾ ਅਸੀਂ ਤਦ ਹੀ ਕਰ ਸਕਾਂਗੇ ਜੇ ਅਸੀਂ ਆਪ ਆਪਣਾ ਭਲਾ ਕਰਨ ਦੇ ਯੋਗ ਹੋਵਾਂਗੇ। ਤਾਂ ਇਹ ਜਿਹੜਾ ਸਾਰਾ ਉਦਮ ਸਿੱਖ ਵਿਰਾਸਤ ਪ੍ਰੋਗਰਾਮ ਦਾ ਹੈ ਉਹ ਇਸੇ ਕਰਕੇ ਹੀ ਹੈ ਕਿ ਅਸੀਂ ਆਪਣੇ ਇਤਿਹਾਸ ਨਾਲ ਜੁੜ ਕੇ, ਇਤਿਹਾਸ ਤੋਂ ਸੇਧ ਲੈ ਕੇ ਅਸੀਂ ਆਪਾ ਚੀਨਣ ਦੀ, ਸਵੈ ਪੜਚੋਲ ਦੀ ਗੱਲ ਜਿਹੜੀ ਹੈ ਉਹ ਕਰ ਸਕੀਏ ਤੇ ਉਹਦੇ ਵਿੱਚੋਂ ਹੀ ਮਨੁੱਖਤਾ ਦੇ ਭਲੇ ਦਾ ਜਿਹੜਾ ਹੱਲ ਹੈ ਉਹ ਸੋਚ ਸਕੀਏ। ਗੁਰੂ ਨਾਨਕ ਸਾਹਿਬ ਨੇ ਆਪਣੇ ਤੋਂ ਬਾਅਦ ਇੱਕ ਸੱਜਣ ਜੀ ਨੇ ਇਹ ਵੀ ਵਿਚਾਰ ਦਿੱਤਾ ਸੀ ਕਿ ਅੱਜ ਦਾ ਜਿਹੜਾ ਰਾਜਨੀਤਿਕ ਹੈ ਉਹ ਭਾਈ ਭਤੀਜਾਵਾਦ ਦੇ ਵਿੱਚ ਰੁੱਝਿਆ ਹੋਇਆ। ਅੱਜ ਦਾ ਸਿਆਸਤਦਾਨ ਚਾਹੁੰਦਾ ਹੈ ਕਿ ਮੇਰੇ ਤੋਂ ਬਾਅਦ ਇਹ ਸਿਆਸੀ ਤਾਕਤ ਮੇਰੇ ਪੁੱਤਰਾਂ ਨੂੰ ਮਿਲ ਜਾਵੇ, ਮੇਰੇ ਰਿਸ਼ਤੇਦਾਰਾਂ ਨੂੰ ਮਿਲ ਜਾਵੇ, ਮੇਰੇ ਘਰ ਦੇ ਵਿੱਚ ਹੀ ਰਹਿ ਜਾਵੇ, ਬਾਹਰ ਨਾ ਜਾਵੇ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਸਿਧਾਂਤ ਦਿੱਤਾ ਸੀ ਕਿ ਇੱਥੇ ਯੋਗਤਾ ਦੀ ਕੀਮਤ ਪੈਂਦੀ ਹੈ। ਗੁਰੂ ਨਾਨਕ ਸਾਹਿਬ ਨੇ 1539 ਦੇ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇ ਕੇ ਮੱਥਾ ਟੇਕ ਕੇ 1532 ਈਸਵੀ ਨੂੰ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਆਏ। 7 ਸਾਲ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ। 1539 ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਗੁਣਾਂ ਦੀ ਕਦਰ ਕਰਕੇ, ਗੁਣਾਂ ਨੂੰ ਵਡਿਆਈ ਦੇ ਕੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਉਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਆਪਣੇ 2 ਪੁੱਤਰ ਵੀ ਕੋਲ ਸਨ, ਹੋਰ ਵੀ ਲੋਕ ਸਨ। ਉਹਨਾਂ ਸਾਰਿਆਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਨੇ ਗੁਣਾਂ ਕਰਕੇ, ਗੁਣਾਂ ਦੀ ਕਦਰ ਕਰਕੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦਿੱਤੀ। ਅੱਜ ਸਾਡੇ ਵਾਸਤੇ ਇਹਦੇ ਵਿੱਚ ਵੀ ਇੱਕ ਸੇਧ ਹੈ ਕਿ ਜਦੋਂ ਵੀ ਅਸੀਂ ਕੋਈ ਕੰਮ ਸੰਸਾਰ ਦੇ ਵਿੱਚ ਕਰਦੇ ਹਾਂ ਤੇ ਉਹਦੀ ਜਿਹੜਾ ਅਸੀਂ ਉਹਦੇ ਲਈ ਮਾਣ ਸਤਿਕਾਰ ਕਿਸੇ ਨੂੰ ਦੇਣਾ ਹੁੰਦਾ ਹੈ, ਉਹ ਗੁਣਾਂ ਕਰਕੇ
ਸਾਨੂੰ ਦੇਣਾ ਚਾਹੀਦਾ ਹੈ, ਨਿੱਜ ਕਰਕੇ ਨਹੀਂ ਦੇਣਾ ਚਾਹੀਦਾ ਹੈ। ਇਹ ਸਾਡਾ ਮਿੱਤਰ ਹੈ, ਤੂੰ ਮੈਨੂੰ ਕਾਜ਼ੀ ਕਹਿ, ਮੈਂ ਤੈਨੂੰ ਮੁੱਲਾ ਕਹੂੰਗਾ। ਅਸੀਂ ਕਿਸੇ ਇੱਕ ਨੂੰ ਮਾਣ ਦੇਵਾਂਗੇ, ਉਹ ਫਿਰ ਕੱਲ੍ਹ ਨੂੰ ਸਾਨੂੰ ਮਾਣ ਦੇਵੇਗਾ। ਇਹ ਜਿਹੜੀ ਬਿਰਤੀ ਹੈ, ਇਹ ਗੁਰੂ ਨਾਨਕ ਸਾਹਿਬ ਦੀ ਬਿਰਤੀ ਨਹੀਂ, ਇਹ ਸਿੱਖ ਵਿਰਾਸਤ ਦਾ ਹਿੱਸਾ ਨਹੀਂ। ਸਿੱਖ ਵਿਰਾਸਤ ਜਿਹੜੀ ਹੈ, ਇੱਥੇ ਗੁਣਾਂ ਦੀ ਕਦਰ ਪੈਂਦੀ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਅੰਤਮ ਸਮੇਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਸਿਧਾਂਤ ਸਾਨੂੰ ਦਿੱਤਾ ਹੈ। ਤੇ ਗੁਰੂ ਸਾਹਿਬ ਦੇ ਜਿਹੜੇ ਪਾਏ ਹੋਏ ਪੂਰਨੇ ਹੈ, ਉਹ ਸਾਡੇ ਵਾਸਤੇ ਸਾਡੀ ਵਿਰਾਸਤ ਦਾ ਹਿੱਸਾ ਹੈ। ਹੈਰੀਟੇਜ ਵਿਰਾਸਤ ਸਿਰਫ ਇਮਾਰਤਾਂ ਨਹੀਂ ਹੁੰਦੀਆਂ, ਸਿਰਫ ਬਾਹਰੀ ਸਰੂਪ ਨਹੀਂ ਹੁੰਦਾ, ਸਿਰਫ ਪਦਾਰਥਕ ਗੱਲ ਨਹੀਂ ਹੁੰਦੀ, ਉਹ ਭੌਤਿਕ ਗੱਲ ਨਹੀਂ ਹੁੰਦੀ, ਉਹ ਆਤਮਿਕ ਗੱਲ ਵੀ ਹੁੰਦੀ ਹੈ। ਇਹੀ ਸੇਧ ਜਿਹੜੀ ਹੈ ਅਸੀਂ ਇਸ ਪ੍ਰੋਗਰਾਮ ਰਾਹੀਂ ਲੈਣ ਦਾ ਯਤਨ ਕਰਨਾ। ਅੱਜ ਦਾ ਇਹ ਬਹੁਤ ਪਹਿਲਾ ਇਹ ਪ੍ਰੋਗਰਾਮ ਸੀ, ਨਵਾਂ ਤਜਰਬਾ ਸੀ ਸਿੱਖ ਚੈਨਲ ਵੱਲੋਂ। ਤੁਸੀਂ ਸਾਨੂੰ ਦੱਸਣਾ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਨੂੰ ਕਿਸ ਢੰਗ ਦੇ ਨਾਲ ਦੇਖਣਾ ਪਸੰਦ ਕਰਦੇ ਹੋ। ਇਹਦਾ ਫਾਰਮੈਟ ਤੇ ਇਸੇ ਤਰ੍ਹਾਂ ਹੀ ਅਸੀਂ ਰੱਖਾਂਗੇ। ਉਹਨੂੰ ਹੋਰ ਉਹਦੇ ਵਿੱਚ ਕੀ ਤਬਦੀਲੀਆਂ ਤੁਸੀਂ ਕਰਨੀਆਂ ਚਾਹੁੰਦੇ ਹੋ, ਉਹ ਸਾਨੂੰ ਦੱਸਣਾ। ਜੇ ਤੁਸੀਂ ਚਾਹੁੰਦੇ ਹੋ ਕਿ ਲਾਈਵ ਪ੍ਰੋਗਰਾਮ ਤੁਹਾਡੇ ਗੁਰਦੁਆਰਾ ਸਾਹਿਬ ਆ ਕੇ ਕੀਤਾ ਜਾਏ, ਤਦ ਵੀ ਤੁਸੀਂ ਸਿੱਖ ਚੈਨਲ ਨੂੰ ਕੰਟੈਕਟ ਕਰਿਓ, ਸਿੱਖ ਚੈਨਲ ਨਾਲ ਸੰਪਰਕ ਕਰਿਓ, ਲੰਡਨ ਸਟੂਡੀਓ ਦੇ ਨਾਲ ਜਾਂ ਬਰਮਿੰਘਮ ਸਟੂਡੀਓ ਦੇ ਨਾਲ, ਤਾਂ ਕਿ ਉਹਦੇ ਮੁਤਾਬਕ ਜਿਹੜਾ ਆਉਣ ਵਾਲੇ ਪ੍ਰੋਗਰਾਮ ਹੈ ਉਹ ਉਲੀਕੇ ਜਾ ਸਕਣ। ਅੱਜ ਦਾ ਇਹ ਪ੍ਰੋਗਰਾਮ ਕਰਨ ਦੇ ਲਈ ਮੈਂ ਸਾਰੀ ਪ੍ਰੋਡਕਸ਼ਨ ਟੀਮ ਦਾ, ਗੁਰਦੁਆਰਾ ਸੈਵਨ ਕਿੰਗ ਸਿੰਘ ਸਭਾ ਦੇ ਵਿੱਚ ਆਏ ਹੋਏ ਪਤਵੰਤੇ ਸੱਜਣਾਂ ਦਾ, ਉੱਥੋਂ ਦੀ ਪ੍ਰਬੰਧ ਦਾ ਮੈਂ ਆਪਣੇ ਵੱਲੋਂ ਸਿੱਖ ਚੈਨਲ ਵੱਲੋਂ ਧੰਨਵਾਦ ਕਰਦਾ। ਇੱਕ ਗੱਲ ਮੈਂ ਆਖਰ ਦੇ ਵਿੱਚ ਕਹਿਣੀ ਜ਼ਰੂਰੀ ਸਮਝਦਾ ਹੈ, ਅਸੀਂ ਸਿੱਖ ਇਸ ਕਰਕੇ ਹਾਂ ਕਿ ਅਸੀਂ ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤ ਨੂੰ ਅਡਾਪਟ ਕੀਤਾ ਹੈ। ਅਸੀਂ ਸਿੱਖ ਇਸ ਕਰਕੇ ਨਹੀਂ ਕਿ ਸਾਡਾ ਜਨਮ ਸਿੱਖ ਪਰਿਵਾਰ ਦੇ ਵਿੱਚ ਹੋਇਆ ਸੀ। ਇੱਕ ਸੱਜਣ ਜੀ ਨੇ ਇਹ ਵੀ ਪੁਆਇੰਟ ਰੇਜ਼ ਕੀਤਾ ਸੀ ਕਿ ਸਿੱਖੀ ਜਨਮ ਤੋਂ ਨਹੀਂ ਹੁੰਦੀ, ਧਾਰਨ ਕਰਨ ਤੋਂ ਹੁੰਦੀ ਹੈ। ਧਰਮ ਦਾ ਲਫ਼ਜ਼ੀ ਅਰਥ ਹੀ ਧਾਰਨ ਕਰਨਾ ਹੈ, ਅਡਾਪਟ ਕਰਨਾ ਹੈ। ਜਦੋਂ ਕੋਈ ਸ਼ਖਸ ਕਿਸੇ ਜੀਵਨ ਮਾਰਗ ਨੂੰ ਧਾਰਨ ਕਰਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਧਰਮ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਉਸ ਜੀਵਨ ਮਾਰਗ ਨੂੰ ਸਵੀਕਾਰ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਸਾਨੂੰ ਸੂਚੀ ਕਿਰਤ ਕਰਨ ਦੀ ਗੱਲ ਕੀਤੀ ਹੈ, ਨਾਮ ਜਪਣ ਦੀ ਗੱਲ ਕੀਤੀ ਹੈ, ਤੇ ਵੰਡ ਕੇ ਛਕਣ ਦੀ ਗੱਲ ਕੀਤੀ ਹੈ। ਵੰਡ ਕੇ ਛਕਣ ਦਾ ਮਤਲਬ ਹੀ ਇਹ ਹੈ ਕਿ ਲੋੜਵੰਦ ਦੀ ਮਦਦ ਕਰਨੀ। ਜੇ ਸੱਚਮੁੱਚ ਹੀ ਸੰਸਾਰ ਗੁਰੂ ਨਾਨਕ ਦੇ ਇਹਨਾਂ 3 ਸਿਧਾਂਤਾਂ ਨੂੰ ਅਮਲ ਦੇ ਵਿੱਚ ਲੈ ਕੇ ਆਇਆ ਹੁੰਦਾ, ਤੇ ਅੱਜ ਸੰਸਾਰ ਦਾ ਏਡਾ ਵੱਡਾ ਹਿੱਸਾ ਭੁੱਖਮਰੀ ਦਾ ਸ਼ਿਕਾਰ ਨਾ ਹੁੰਦਾ, ਲੋਕੀ ਭੁੱਖੇ ਨਾ ਮਰਦੇ, ਦਵਾਈਆਂ ਤੋਂ ਇਲਾਜ ਖੁਣੋਂ ਨਾ ਮਰਦੇ, ਉਹਨਾਂ ਨੂੰ ਘਰਾਂ ਤੋਂ ਬਾਹਰ ਨਾ ਬੈਠਣਾ ਪੈਂਦਾ। ਇੱਕ ਪਾਸੇ ਮਾਇਆ ਦੇ ਅੰਬਾਰ ਲੱਗੇ ਹੋਏ ਹੈ, ਲੋਕਾਂ ਨੇ ਜਮਾਖੋਰੀ ਕਰ ਕਰਕੇ ਏਡੇ ਅਮੀਰ ਹੋਏ ਹੈ, ਇੰਨੇ ਬਲੈਕ ਮਨੀ, ਕਾਲਾ ਧਨ ਇਕੱਠਾ ਕੀਤਾ ਹੋਇਆ ਹੈ। ਦੂਸਰੇ ਪਾਸੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਆਪਣੀਆਂ ਜ਼ਿੰਦਗੀ ਦੀਆਂ ਜਿਹੜੀਆਂ ਜ਼ਰੂਰਤਾਂ ਹੈ ਉਹਨੂੰ ਵੀ ਪੂਰੀਆਂ ਨਹੀਂ ਕਰ ਸਕਦੇ, ਪੂਰੀਆਂ ਕਰਨ ਦੇ ਯੋਗ ਨਹੀਂ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ ਕਿ ਇਸ ਸੰਸਾਰ 'ਤੇ ਪੈਦਾ ਹੋਇਆ ਹਰ ਮਨੁੱਖ ਉਸ ਵਾਹਿਗੁਰੂ ਪਰਮਾਤਮਾ ਨੇ ਪੈਦਾ ਕਰਕੇ ਇਸ ਸੰਸਾਰ 'ਤੇ ਭੇਜਿਆ। ਉਹਦੀ ਸੰਭਾਲ ਕਰਨੀ ਹਰ ਮਨੁੱਖ ਦਾ ਫਰਜ਼ ਬਣਦਾ ਹੈ। ਵੰਡ ਕੇ ਲੋੜਵੰਦ ਦੀ ਮਦਦ ਕਰਨਾ, ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਹ ਨਾਨਕ ਉਸੇ ਮਨੁੱਖ ਨੇ ਪਰਮਾਤਮਾ ਦਾ ਰਾਹ ਪਛਾਣਿਆ ਜਿਹੜਾ ਆਪ ਨੇਕ ਨੀਅਤ ਦੇ ਨਾਲ ਧਰਮ ਦੀ ਕਿਰਤ ਕਰਦਾ ਹੈ, ਦਸਾਂ ਨਵਾਂ ਦੀ ਕਿਰਤ ਕਰਦਾ ਹੈ, ਉਹਦੇ ਵਿੱਚੋਂ ਫਿਰ ਲੋੜਵੰਦ ਦੇ ਨਾਲ ਵੰਡ ਕੇ ਸ਼ੇਅਰ ਕਰਕੇ ਛਕਦਾ ਹੈ। ਅਸੀਂ ਸੰਸਾਰ ਦੇ ਉੱਤੇ ਬੜੀਆਂ ਪ੍ਰਾਪਤੀਆਂ ਕੀਤੀਆਂ, ਅਸੀਂ ਸੰਸਾਰ ਦੇ ਉੱਤੇ ਆ ਕੇ ਬਹੁਤ ਕੁਝ ਸਿੱਖਿਆ। ਜਦੋਂ ਵੀ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਉੱਥੇ ਦੀ ਹਾਲਤ ਨੂੰ ਵੇਖ ਕੇ ਅਕਸਰ ਬਹੁਤ ਸਾਰੇ ਲੋਕ ਨਿਰਾਸ਼ਾ ਪ੍ਰਗਟ ਕਰਦੇ ਹੈ। ਇਹ ਵੀ ਸਾਡਾ ਫਰਜ਼ ਬਣਦਾ, ਜੇ ਸਾਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਉੱਥੇ ਕੁਝ ਘਾਟਾਂ ਰਹਿ ਗਈਆਂ, ਉੱਥੇ ਦੀ ਜਿਹੜੇ ਸਾਡੇ ਵੀਰ ਭੈਣਾਂ ਹੈ ਉਹ ਪਿੱਛੇ ਰਹਿ ਗਏ, ਤੇ ਸਾਡਾ ਫਰਜ਼ ਬਣਦਾ ਹੈ ਅਸੀਂ ਉਹਨਾਂ ਦੇ ਵਿੱਚ ਵੀ ਚੇਤਨਤਾ ਲੈ ਕੇ ਆਈਏ,
ਉਹਨਾਂ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰੀਏ, ਉਹਨਾਂ ਨੂੰ ਇਹ ਸਮਝਾਉਣ ਦਾ ਯਤਨ ਕਰੀਏ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਆਹ ਜ਼ਿੰਦਗੀ ਜੀਉਣ ਦਾ ਸਿਧਾਂਤ ਦਿੱਤਾ ਸੀ, ਗੁਰੂ ਨਾਨਕ ਸਾਹਿਬ ਨੇ ਆਹ ਸਾਨੂੰ ਵਿਰਾਸਤ ਦਿੱਤੀ ਸੀ। ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਰਾਸਤ ਹੈ ਉਹਦੇ ਮੁਤਾਬਕ ਆਪਣਾ ਜੀਵਨ ਜਿਉਂ ਕੇ ਅਸੀਂ ਨਾਮ ਜਪ ਕੇ, ਕਿਰਤ ਕਰਕੇ, ਵੰਡ ਛਕ ਕੇ ਆਪ ਵੀ ਸੁਖੀ ਹੋ ਸਕਦੇ ਹਾਂ, ਆਪ ਵੀ ਸਚਿਆਰ ਹੋ ਸਕਦੇ ਹਾਂ, ਸੰਤੋਖੀ ਬਣ ਕੇ, ਦਇਆ ਕਰਕੇ ਧਰਮੀ ਬਣ ਸਕਦੇ ਹਾਂ ਅਤੇ ਆਪਣੇ ਆਸ-ਪਾਸ ਨੂੰ ਵੀ ਸੁਖੀ ਕਰ ਸਕਦੇ ਹਾਂ। ਇੰਨੀਆਂ ਗੱਲਾਂ ਦੇ ਨਾਲ ਹੀ, ਇੰਨੀਆਂ ਵਿਚਾਰਾਂ ਦੇ ਨਾਲ ਹੀ ਅੱਜ ਦਾ ਇਹ ਪਹਿਲਾ ਪ੍ਰੋਗਰਾਮ ਹੋਣ ਕਰਕੇ ਕੁਝ ਇੱਕ ਤਕਨੀਕੀ ਘਾਟਾਂ ਵੀ ਰਹਿ ਗਈਆਂ ਹੋਣਗੀਆਂ, ਕੁਝ ਇੱਕ ਵਿਚਾਰਕ ਤੌਰ ਦੇ ਉੱਤੇ ਵੀ ਕੁਝ ਘਾਟਾਂ ਰਹਿ ਗਈਆਂ ਹੋਣਗੀਆਂ। ਆਪ ਜੀ ਨੇ ਕਿਰਪਾ ਕਰਕੇ ਸਾਨੂੰ ਉਹਨਾਂ ਤੋਂ ਜਾਣੂ ਕਰਵਾਉਣਾ ਅਤੇ ਭੁੱਲਾਂ ਲਈ ਖਿਮਾ ਕਰ ਦੇਣਾ। ਆਪ ਜੀ ਦੀ ਅਸੀਸ ਸਦਕਾ ਅਗਲੇ ਹਫ਼ਤੇ ਫਿਰ ਇਹ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਅਗਲੇ ਹਫ਼ਤੇ ਜਿਹੜਾ ਅਸੀਂ ਇਤਿਹਾਸ ਦਾ ਫੇਜ਼ ਸਿਲੈਕਟ ਕੀਤਾ ਹੈ ਉਹ 1539 ਤੋਂ ਲੈ ਕੇ 1606 ਈਸਵੀ ਤੱਕ ਦਾ ਹੈ। 1539 ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਦੇਵ ਬਣਾਇਆ ਸੀ ਅਤੇ 1606 ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੱਤੀ ਤਵੀ 'ਤੇ ਬੈਠ ਕੇ ਮਨੁੱਖਤਾ ਨੂੰ ਸ਼ਾਂਤੀ ਦੇਣ ਦੇ ਲਈ ਆਪਣੇ ਸਰੀਰ ਦੇ ਉੱਤੇ ਅਨੇਕਾਂ ਤਸੀਹੇ ਸਹਿ ਕੇ ਸ਼ਹਾਦਤ ਦਿੱਤੀ ਸੀ। ਇਹ ਜਿਹੜਾ ਸਮਾਂ ਹੈ 1539 ਤੋਂ ਲੈ ਕੇ 1606 ਦਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਗੁਰਗੱਦੀ 'ਤੇ ਬਿਰਾਜਮਾਨ ਹੋਣ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੱਕ ਦਾ ਜਿਹੜਾ ਸਮਾਂ ਹੈ ਉਹਦਾ ਜ਼ਿਕਰ ਆਪ ਜੀ ਦੇ ਨਾਲ ਕਰਾਂਗੇ। ਜਿੱਥੇ ਵੀ ਅਗਲਾ ਲਾਈਵ ਦਾ ਪ੍ਰੋਗਰਾਮ ਬਣਿਆ ਉੱਥੇ ਇਸ ਥਾਟ ਨੂੰ ਡਿਵੈਲਪ ਕਰਨ ਦਾ ਯਤਨ ਕਰਾਂਗੇ। ਆਪ ਜੀ ਨੇ ਆਪਣੇ ਸੁਝਾਅ ਜ਼ਰੂਰ ਦੇਣੇ, ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਆਓ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।